ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੈ ਕਿ ਸਾਡੀ ਟੀਮ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੀ ਕਿ ਜੋ ਸਿੱਖ ਮੱਤ ਇੱਕ ਪ੍ਰੋਗਰਾਮ ਅਸੀਂ ਚਾਲੂ ਕੀਤਾ ਸੀ ਅਤੇ ਜਿਹਦੇ ਅਸੀਂ 6 ਐਪੀਸੋਡ ਕੀਤੇ ਸੀ। ਉਸ ਤੋਂ ਬਾਅਦ ਫਿਰ ਜੋ ਸੰਸਾਰ ਭਰ ਦੇ ਵਿੱਚ ਇੱਕ ਕੋਵਿਡ-19 ਦੀ ਮਹਾਂਮਾਰੀ ਆ ਗਈ ਸੀ, ਉਹਦਾ ਕਰਕੇ ਫਿਰ ਸਾਰੇ ਜੋ ਪ੍ਰੋਗਰਾਮ ਆਪਾਂ ਬੰਦ ਕਰਤੇ, ਕਿਉਂਕਿ ਗੌਰਮੈਂਟ ਦੇ ਆਦੇਸ਼ ਸੀ ਕਿ ਤੁਸੀਂ ਇਕੱਠੇ ਨਹੀਂ ਬੈਠ ਸਕਦੇ। ਉਹਦਾ ਕਰਕੇ ਅਸੀਂ ਸਾਰੇ ਫਿਰ ਇਸ ਕਰਕੇ ਆਪੋ ਆਪਣੇ ਘਰਾਂ ਦੇ ਵਿੱਚ ਸੇਫ ਰਹਿਣ ਵਾਸਤੇ ਬੈਠੇ ਸੀ। ਸੋ ਹੁਣ ਜੋ ਗੌਰਮੈਂਟ ਨੇ ਸਾਨੂੰ ਥੋੜ੍ਹਾ ਜਿਹਾ ਢਿੱਲ ਦਿੱਤੀ ਹੈ, ਇਸ ਕਰਕੇ ਆਪਾਂ ਹੁਣ ਇਸ ਵੀਕ ਤੋਂ ਫਿਰ ਇਹ ਪ੍ਰੋਗਰਾਮ ਦੀ ਲੜੀ ਜੋ ਚਾਲੂ ਕਰ ਰਹੇ ਹਾਂ। ਅਤੇ ਇਹ ਜੋ ਪ੍ਰੋਗਰਾਮ ਆ ਤੁਸੀਂ ਸਾਡੇ ਟੀਮ ਵੱਲੋਂ ਜੋ ਕੀਤੇ ਜਾਣਗੇ, ਇਹ ਤੁਸੀਂ ਸਿੱਖ ਮੱਤ TV YouTube 'ਤੇ ਜੋ ਚੈਨਲ ਆ ਉਹ ਸਬਸਕ੍ਰਾਈਬਰ ਵੀ ਕਰ ਲਿਓ। ਉਹਦੇ ਤੁਸੀਂ ਸਾਰੇ ਪ੍ਰੋਗਰਾਮ ਦੇਖ ਸਕਦੇ, ਅਤੇ ਜਾਂ ਸਿੱਖ ਮੱਤ ਫੇਸਬੁੱਕ 'ਤੇ ਪੇਜ ਜੋ ਆ ਉਹਦੇ ਉੱਪਰ ਤੁਸੀਂ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ। ਜੋ ਲੜੀਵਾਰ ਪਹਿਲੇ ਪ੍ਰੋਗਰਾਮ ਉਹ ਵੀ ਅਸੀਂ ਇੱਥੇ ਅਪਲੋਡ ਕਰ ਦਾਂਗੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਅੱਜ ਅਸੀਂ ਇੱਕ ਖੁੱਲ੍ਹੀ ਜਿਹੀ ਗੱਲ ਕਰਾਂਗੇ, ਕਿਉਂਕਿ ਅੱਗੇ ਤੋਂ ਫਿਰ ਲੜੀ ਜੋ ਚੱਲੇਗੀ ਉਹ ਫਿਰ ਆਪਾਂ ਲੜੀਵਾਰ ਕਰਾਂਗੇ ਪ੍ਰੋਗਰਾਮ। ਜਿਸ ਤਰ੍ਹਾਂ ਕਿ ਪਿਛਲੇ ਦਿਨੀਂ ਜੋ 17 ਮਈ ਨੂੰ 2016 ਵਿੱਚ ਭਾਈ ਰਣਜੀਤ ਸਿੰਘ ਜੀ ਹੋਣਾ 'ਤੇ ਹਮਲਾ ਆਇਆ ਸੀ, ਜਿਹਦੇ ਵਿੱਚ ਭਾਈ ਭੁਪਿੰਦਰ ਸਿੰਘ ਜੀ ਹੋਣਾ ਦੀ ਮੌਤ ਹੋ ਗਈ ਸੀ। ਉਹਦੇ ਬਾਰੇ ਥੋੜ੍ਹੀ ਬਹੁਤੀ ਗੱਲ ਕਰਾਂਗੇ। ਕੁਛ ਜੋ ਪੰਥ ਦੇ ਵਿੱਚ ਜੋ ਸਥਾਪਤ ਧਿਰ ਉਹ ਕਹਿੰਦੀ ਕਿ ਜੋ ਮੈਂ ਗੱਲ ਕਰਾਂਗਾ ਉਹੀ ਸਹੀ ਆ, ਜੋ ਦੂਸਰਾ ਗੱਲ ਕਰਾਂਗਾ ਉਹਦੇ ਉੱਤੇ ਉਸੇ ਟਾਈਮ ਉਹ ਕਹਿੰਦੇ ਵੀ ਤੁਹਾਨੂੰ ਕੋਈ ਹੱਕ ਨਹੀਂ ਆ ਗੱਲ ਕਰਨ ਦਾ। ਪਰ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਕਿ ਕਿਉਂ ਨਹੀਂ ਸਾਡੀ ਇਹਨਾਂ ਦੇ ਨਾਲ ਇਸ ਤਰ੍ਹਾਂ ਬਣਦੀ, ਸੋ ਉਹਦੇ ਵਾਸਤੇ ਗੱਲ ਕਰਨ ਵਾਸਤੇ ਅੱਜ ਮੇਰੇ ਨਾਲ ਭਾਈ ਦਲਜੀਤ ਸਿੰਘ ਜੀ ਆਏ ਨੇ। ਸੋ ਅਸੀਂ 35-40 ਮਿੰਟ ਅੱਜ ਆਪਾਂ ਜੋ ਪ੍ਰੋਗਰਾਮ ਕਰਾਂਗੇ, ਫਿਰ ਅੱਗੇ ਤੋਂ ਜੋ ਵੀ ਆ ਲੜੀਵਾਰ ਕਰਾਂਗੇ। ਸੋ ਇੱਕ ਵਾਰ ਫਿਰ ਮੈਂ ਭਾਈ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ ਤੁਸੀਂ ਆਪਾਂ ਦੱਸੋ ਇਹਦੇ ਬਾਰੇ ਵੀ ਆਪਾਂ ਕਿੱਦਾਂ ਜੋ ਭਾਈ ਸਾਹਿਬ ਉਹਨਾਂ 'ਤੇ ਹਮਲਾ ਆਇਆ ਉਹਦੇ ਬਾਰੇ ਤੁਹਾਨੂੰ ਕਾਫੀ ਜਾਣਕਾਰੀ ਹੈ, ਨੌਲੇਜ ਹੈ, ਕਿਉਂਕਿ ਤੁਸੀਂ ਕਾਫੀ ਨੇੜੇ ਜੇ। ਇਹਦੇ ਬਾਰੇ ਤੁਸੀਂ ਥੋੜ੍ਹੀ ਵਿਸਥਾਰ ਦੇ ਨਾਲ ਦੱਸੋ ਕਿ ਕਿੱਦਾਂ ਕੀ ਹੋਇਆ ਸਭ ਕੁਛ। 2016 ਜੀ 17 ਮਈ ਦਾ ਜੋ ਦਿਨ ਸੀ, ਜਿਸ ਦਿਨ ਦਮਦਮੀ ਟਕਸਾਲ ਨੇ ਅਖੌਤੀ ਦਮਦਮੀ ਟਕਸਾਲ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਜੋ ਛਬੀਲ ਲਾ ਕੇ ਹਾਂਜੀ ਭਾਈ ਰਣਜੀਤ ਸਿੰਘ ਦੇ ਉੱਤੇ ਹਮਲਾ ਕਰਨ ਦਾ ਜਿਹੜਾ ਉਹ ਕੰਮ ਉਹਨਾਂ ਨੇ ਉਦੋਂ ਕੀਤਾ, ਬੜਾ ਹੀ ਭਿਆਨਕ ਤੌਰ 'ਤੇ ਉਹ ਹਮਲਾ ਕੀਤਾ ਗਿਆ। ਸਾਰਿਆਂ ਨੂੰ ਪਤਾ ਹੈ, ਕਿਉਂਕਿ ਸਾਰੇ ਪਾਸੇ ਇਹ ਗੱਲ ਇੱਕਦਮ ਜੰਗਲ ਦੀ ਅੱਗ ਵਾਂਗੂ ਫੈਲ ਗਈ ਸੀ। ਬਿਲਕੁਲ, ਕਿਉਂਕਿ ਭਾਈ ਰਣਜੀਤ ਸਿੰਘ ਜੀ ਪਹਿਲਾਂ ਜਦੋਂ ਬਾਬਿਆਂ ਵੱਲ ਦੇ ਪਾਸੇ ਸਨ, ਉਦੋਂ ਵੀ ਉਹ ਇੱਕ ਨੰਬਰ 1 ਪ੍ਰਚਾਰਕ ਦੇ ਤੌਰ ਤੇ ਬਿਲਕੁਲ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਉਹਨਾਂ 'ਚ ਬਦਲਾਵ ਹੋਇਆ, ਫਿਰ ਹੌਲੀ ਹੌਲੀ ਉਹਨਾਂ ਨੇ ਗੁਰਮਤਿ ਦੀਆਂ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ। ਉਦੋਂ ਇਸ ਚੀਜ਼ ਦੀ ਸ਼ੁਰੂਆਤ ਹੋਈ ਸੀ ਜੀ। ਉਦੋਂ ਉਹਨਾਂ ਨੇ ਇੱਧਰ ਨੂੰ ਮੋੜ ਕੱਟਿਆ ਸੀ। ਅਜੇ ਥੋੜ੍ਹਾ ਸਮਾਂ ਹੋਇਆ ਸੀ ਜਦੋਂ ਉਹਨਾਂ ਨੇ ਇਹ ਮੋੜ ਕੱਟਣਾ ਸ਼ੁਰੂ ਕੀਤਾ। ਇਹ ਗੱਲ ਉਸ ਵੱਡੀ ਧਿਰ ਨੂੰ ਪਸੰਦ ਨਹੀਂ ਆਈ, ਕਿਉਂਕਿ ਪਹਿਲਾਂ ਉਹ ਕਿਤੇ ਨਾ ਕਿਤੇ ਇਸ ਵੱਡੀ ਧਿਰ ਦੇ ਵਲੰਟੀਅਰ ਦੇ ਤੌਰ 'ਤੇ ਕੰਮ ਕਰ ਰਹੇ ਸੀ। ਜੋ ਪਰਮੇਸ਼ਰ ਦੁਆਰ ਦੇ ਵਿੱਚ ਅੰਮ੍ਰਿਤ ਦੀ ਮਰਿਆਦਾ ਸੀ ਜੀ, ਉਹ ਵੀ ਦਮਦਮੀ ਟਕਸਾਲ ਦੀ ਹੀ ਚਲਾਈ ਜਾਂਦੀ ਸੀ ਪਹਿਲਾਂ। ਠੀਕ। ਉਸ ਤੋਂ ਬਾਅਦ ਉਸ ਦੇ ਵਿੱਚ ਬਦਲਾਵ ਕਰਕੇ ਜਿਹੜਾ ਭਾਈ ਸਾਹਿਬ ਨੇ ਸ਼੍ਰੀ ਅਕਾਲ ਤਖਤ ਦੀ ਰਹਿਤ ਮਰਿਆਦਾ ਅਨੁਸਾਰ ਜਿਹੜਾ ਹੈ ਅੰਮ੍ਰਿਤ ਸੰਚਾਰ ਕਰਾਉਣਾ ਸ਼ੁਰੂ ਕਰ ਦਿੱਤਾ ਜੀ। ਫਿਰ ਜੋ ਬਾਬੇ ਧੁੰਮੇ ਨਾਲ ਜੋ ਵਿਵਾਦ ਹੋਇਆ, ਜਿਸ ਤਰੀਕੇ ਨਾਲ ਪਹਿਲਾਂ ਉਸਨੇ ਬਿਆਨ ਦਿੱਤਾ ਪੱਗਾਂ ਦੇ ਰੰਗਾਂ ਦੇ ਬਾਰੇ ਦੇ ਵਿੱਚ, ਉਸ ਤੋਂ ਬਾਅਦ ਜਿਹੜਾ ਬਿਆਨ ਭਾਈ ਸਾਹਿਬ ਨੇ ਉਹ ਵੱਲੋਂ ਆਇਆ, ਐਕਸ਼ਨ ਤੇ ਰਿਐਕਸ਼ਨ ਜਿਹੜਾ ਉਹਨਾਂ ਵੱਲੋਂ ਆਇਆ, ਉਹਦੇ ਵਿੱਚ ਉਹਨਾਂ ਨੇ ਬਾਬੇ ਧੁੰਮੇ ਨੂੰ ਕੁਝ ਸਵਾਲ ਕੀਤੇ। ਹੱਕ ਤਾਂ ਇਹ ਬਣਦਾ ਸੀ ਕਿ ਸਵਾਲਾਂ ਦੇ ਜਵਾਬ ਦੇ ਤੌਰ 'ਤੇ ਦਿੱਤਾ ਜਾਂਦਾ, ਪਰ ਜਿਵੇਂ ਕਿ ਉਹਨਾਂ ਦੀ ਆਦਤ ਬਣ ਚੁੱਕੀ ਹੈ, ਕਿਉਂਕਿ ਉਹਨਾਂ ਦੀ ਆਦਤ ਹੈ ਗੁੰਡਾਗਰਦੀ। ਬਿਲਕੁਲ, ਸ਼ੁਰੂ ਤੋਂ ਹੀ ਉਹ ਸਿੱਖ ਪੰਥ ਦੇ ਵਿੱਚ ਇੱਕ ਗੁੰਡਾ ਧਿਰ ਵੱਲੋਂ ਕਾਬਜ ਹੋਏ ਨਜ਼ਰ ਆਉਂਦੇ ਆ। ਪਹਿਲਾਂ ਇਸ ਤਰੀਕੇ ਨਾਲ ਨਹੀਂ ਸੀ ਲੱਗਦਾ। ਪਹਿਲਾਂ ਲੱਗਦਾ ਸੀਗਾ ਕਿ ਸ਼ਾਇਦ ਇਹ ਗੁਰਮਤਿ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੇ ਨੇ, ਪਰ ਜਦੋਂ ਇਹ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਇਸ ਚੀਜ਼ ਦੇ ਬਾਰੇ ਖੁੱਲ੍ਹ ਕੇ ਵਿਚਾਰ ਹੋਣੀ ਸ਼ੁਰੂ ਹੋਈ ਕਿ ਵਾਕਿਆ ਹੀ ਕਿ ਇਹ ਸਿੱਖਾਂ ਦੇ ਸਿਧਾਂਤ ਨੇ ਜਾਂ ਫਿਰ ਇਹਨਾਂ ਦੇ ਵੱਲੋਂ ਘੜੇ ਗਏ ਨੇ। ਬਿਲਕੁਲ, ਕਿਉਂਕਿ ਕਿਸੇ ਨੂੰ ਵੀ ਪੰਥ ਦੋਖੀ, ਕਿਸੇ ਨੂੰ ਵੀ ਪੰਥ ਦਾ ਦੁਸ਼ਮਣ, ਕਿਸੇ ਨੂੰ ਵੀ ਕੌਮ ਦਾ ਦੁਸ਼ਮਣ, ਕਿਸੇ ਨੂੰ ਵੀ ਗੁਰੂ ਸਾਹਿਬਾਨਾਂ ਦਾ ਦੁਸ਼ਮਣ ਕਹਿ ਕੇ ਜਿਹੜਾ ਸੋਧਾ ਲਾਉਣ ਦੀ ਪਰੰਪਰਾ ਕੌਮ ਦੇ ਵਿੱਚ ਚੱਲੀ ਹੋਈ ਹੈ, ਉਹ ਕਿੱਥੋਂ ਤੱਕ ਸਹੀ ਹੈ, ਕਿਉਂਕਿ ਉਹ ਪਰੰਪਰਾ ਵੀ ਇਹਨਾਂ ਹੀ ਸੰਪਰਦਾਵਾਂ ਵੱਲੋਂ ਚਲਾਈ ਗਈ। ਬਿਲਕੁਲ, ਅਤੇ ਉਸ ਨੂੰ ਜਸਟੀਫਾਈ ਕਰਨ ਲਈ ਇਸ ਨੂੰ ਕੌਮ ਦੀ ਪਰੰਪਰਾ ਬਣਾ ਕੇ ਲੋਕਾਂ ਦੇ ਮੂਹਰੇ ਪੇਸ਼ ਕੀਤਾ ਗਿਆ।
ਜਦੋਂ ਆਪਾਂ ਦੇਖਦੇ ਹਾਂ ਕਿ ਜਦੋਂ ਸਿੱਖ ਪੰਥ ਦੀ ਸ਼ੁਰੂਆਤ ਹੁੰਦੀ ਹੈ ਜੀ ਗੁਰੂ ਨਾਨਕ ਪਾਤਸ਼ਾਹ ਤੋਂ, ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਗੁਰਬਾਣੀ ਦੇ ਵਿੱਚ ਭਗਤਾਂ ਦੀ ਬਾਣੀ ਦੇ ਵਿੱਚ ਜੀ ਜਿਸ ਤਰੀਕੇ ਨਾਲ ਉਹਨਾਂ ਨੇ ਇਕੱਤਰ ਕਰਕੇ ਸਾਰਿਆਂ ਦੇ ਮੂਹਰੇ ਰੱਖੀ, ਜੀ। ਉਸ ਦੇ ਵਿੱਚ ਉਹਨਾਂ ਨੇ ਹਜ਼ਾਰਾਂ ਸਵਾਲ ਕੀਤੇ ਜੀ ਉਸ ਸਮੇਂ ਦੇ ਚੱਲ ਰਹੇ ਧਰਮਾਂ ਦੇ ਉੱਤੇ, ਬਿਲਕੁਲ ਉਸ ਸਮੇਂ ਦੇ ਚੱਲ ਰਹੇ ਜਿੰਨੇ ਪੰਥ ਸੀ ਉਹਨਾਂ ਦੇ ਉੱਤੇ, ਜੀ। ਚਾਹੇ ਉਹ ਹਿੰਦੂ ਧਰਮ ਸੀ ਉਸ ਵੇਲੇ, ਚਾਹੇ ਮੁਸਲਮਾਨ ਧਰਮ ਸੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਮੇਨ ਇਹੀ ਦੋ ਧਰਮ ਜਿਹੜੇ ਸੀ ਬਿਲਕੁਲ। ਉਸ ਵੇਲੇ ਕਾਬਜ ਸੀਗੇ। ਤੁਸੀਂ ਗੁਰਬਾਣੀ ਬਾਰੇ ਜ਼ਿਆਦਾ ਜਾਣਕਾਰੀ ਰੱਖਦੇ ਹੋ, ਤੁਹਾਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਗੁਰਬਾਣੀ ਵਿੱਚ ਇਹ ਸਵਾਲ ਕੀਤੇ ਗਏ। ਜੀ ਤੇ ਜਿਹੜਾ ਇਹ ਐਕਸ਼ਨ ਸਿੱਖਾਂ ਵੱਲੋਂ ਕਰਨਾ ਸ਼ੁਰੂ ਕੀਤਾ ਹੈ, ਜਿਹੜਾ ਜਿਹਨੂੰ ਕਿ ਸੋਧਾ ਲਾਉਣ ਦੇ ਨਾਮ ਦੇ ਉੱਤੇ ਜਸਟੀਫਾਈ ਕੀਤਾ ਜਾਂਦਾ ਹੈ ਕਿ ਸਿੱਖ ਪੰਥ ਦੀਆਂ ਪਰੰਪਰਾਵਾਂ ਸਹਿਤ ਸੋਧਾ ਲਾਇਆ ਜਾਵੇ। ਜਦੋਂ ਆਪਾਂ ਉਹਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਵੇਖਦੇ ਹਾਂ, ਜੀ ਜਦੋਂ ਉਹਦੇ 'ਚ ਆਪਾਂ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਵੇਖਦੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੇਖਦੇ ਹਾਂ, ਜਦੋਂ ਆਪਾਂ ਉਹਦੇ ਵਿੱਚ ਹੋਏ ਜਿੰਨੇ ਵੀ ਸਿੱਖਾਂ ਦੀ ਸ਼ਹੀਦੀ ਨੂੰ ਵੇਖਦੇ ਹਾਂ, ਤਾਂ ਕਿ ਦੂਜਾ ਧਰਮ ਇਹੀ ਜਿਹੜਾ ਇੱਕ ਆਪਸ਼ਨ ਲੈ ਕੇ ਜੀ ਇਹਨੂੰ ਹੀ ਆਧਾਰ ਬਣਾ ਕੇ ਇਸੇ ਸਟੇਟਮੈਂਟ ਨੂੰ ਜੀ ਕਿ ਉਹਨਾਂ ਦੇ ਪੰਥ ਦੇ ਵਿਰੁੱਧ ਬੋਲਿਆ ਗਿਆ, ਬਿਲਕੁਲ ਉਹਨਾਂ ਦੀਆਂ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜੀ। ਤੇ ਉਹਨਾਂ ਦੀਆਂ ਠੇਸ ਪਹੁੰਚਾਉਣੀਆਂ ਜਿਹੜੀਆਂ ਭਾਵਨਾਵਾਂ ਨੇ ਉਹਦੇ ਤਹਿਤ ਸੋਧਾ ਲਾਇਆ ਜਾ ਸਕਦਾ। ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਜਸਟੀਫਾਈ ਕਰ ਦਿੱਤਾ ਕਿ ਜੋ ਉਹਨਾਂ ਨੇ ਕੀਤਾ ਉਹ ਠੀਕ ਕੀਤਾ, ਕਿਉਂਕਿ ਅੱਜ ਦੇ ਸਮੇਂ 'ਚ ਤੁਸੀਂ ਵੀ ਉਹੀ ਕੁਝ ਕਰਦੇ ਹੋ ਜੋ ਉਸ ਵੇਲੇ ਵੱਡੀ ਧਿਰ ਕਰਦੀ ਸੀ। ਕਿਉਂਕਿ ਪੰਜਾਬ ਦੇ ਵਿੱਚ ਅੱਜ ਇਹ ਵੱਡੀ ਧਿਰ ਦੇ ਤੌਰ ਤੇ ਸਾਹਮਣੇ ਆਏ ਆ ਜੀ। ਸਿੱਖਾਂ ਦੇ ਵਿੱਚ ਇੱਕ ਵੱਡੀ ਧਿਰ ਦੇ ਤੌਰ ਤੇ ਦਮਦਮੀ ਟਕਸਾਲ ਜਿਹੜੀ ਹੈ ਉਹ ਵਿਚਰ ਰਹੀ ਹੈ, ਬਿਲਕੁਲ ਤੇ ਵਿਚਰਦੀ ਰਹੀ ਹੈ। ਕਿਸੇ ਵੀ ਗੱਲ ਨੂੰ ਸਿੱਖ ਪੰਥ ਦੇ ਨਾਲ ਜੋੜ ਕੇ, ਸਿੱਖ ਕੌਮ ਦੇ ਨਾਲ ਜੋੜ ਕੇ ਇਹ ਲੋਕਾਂ ਦੇ ਮੂਹਰੇ ਪੇਸ਼ ਕਰਦੇ ਆ, ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਾਇਆ ਜਾਂਦਾ। ਬਿਲਕੁਲ। ਤੇ ਇਹਨਾਂ ਨੇ ਕਿਤੇ ਨਾ ਕਿਤੇ ਇਸ ਹਮਲੇ ਨੂੰ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਜੀ ਜਦੋਂ ਇਹ ਹਮਲਾ ਹੋਇਆ, ਭਾਈ ਸਾਹਿਬ ਨੇ ਜਿਹੜਾ ਦੀਵਾਨ ਉਹਨਾਂ ਦਾ ਪਿਛਲੇ ਵੀਕ ਦਾ, ਸਾਰੇ ਵੀਰਾਂ ਨੂੰ ਬੇਨਤੀ ਹੈ ਭੈਣਾਂ ਨੂੰ ਕਿ ਉਹ ਦੀਵਾਨ ਜ਼ਰੂਰ ਸੁਣਿਓ ਜੋ 17 ਤਰੀਕ ਦਾ ਭਾਈ ਸਾਹਿਬ ਨੇ ਦੀਵਾਨ ਜਿਹੜਾ ਕੀਤਾ ਸੀਗਾ। ਉਹਦੇ ਵਿੱਚ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਹਦੇ ਬਾਰੇ ਗੱਲਬਾਤ ਕੀਤੀ ਆ। ਵੈਸੇ ਤਾਂ ਉਹ ਹਮੇਸ਼ਾ ਹੀ ਇਹਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਆ। ਉਹਦੇ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਦੱਸਿਆ ਕਿ ਉਸ ਦਿਨ ਕੀ ਕੀ ਹੋਇਆ ਸੀ, ਕਿਸ ਤਰੀਕੇ ਨਾਲ ਜਿਹੜਾ ਫਰੂਟੀਆਂ ਦਾ ਲੰਗਰ ਜਿਹੜਾ ਉੱਥੇ ਲਾਇਆ ਸ਼ਬੀਲ ਦੇ ਤੌਰ ਤੇ, ਕਿਸ ਤਰੀਕੇ ਨਾਲ ਉਹਨਾਂ ਦੀਆਂ ਗੱਡੀਆਂ ਨੂੰ ਰੋਕ ਕਿੱਦਾਂ ਇੱਥੋਂ ਤੁਰੇ, ਉਹ ਕਿਸ ਤਰ੍ਹਾਂ ਰਸਤੇ 'ਚ ਗਏ, ਬਿਲਕੁਲ ਸਾਰੇ ਬਹੁਤ ਚੰਗੀ ਤਰ੍ਹਾਂ ਡਿਟੇਲ 'ਚ ਦੱਸਿਆ। ਜਿਨ੍ਹਾਂ ਮੇਰੇ ਵੀਰਾਂ ਭੈਣਾਂ ਨੇ ਉਹ ਨਹੀਂ ਸਮਾਗਮ ਸੁਣਿਆ, ਤੇ 17 ਤਰੀਕ ਦਾ 17 ਮਈ ਦਾ ਉਹ ਸਮਾਗਮ ਜਿਹੜਾ ਹੈ ਉਹਨੂੰ ਇੱਕ ਵਾਰੀ ਫੇਰ ਦੁਬਾਰਾ ਤੋਂ ਜ਼ਰੂਰ ਸੁਣਿਓ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲਬਾਤ ਕਰ ਲਈ ਹੋਈ ਹੈ। ਸੋ ਉਹ ਜਦੋਂ ਹਮਲਾ ਕੀਤਾ ਗਿਆ, ਜਦੋਂ ਭਾਈ ਭੁਪਿੰਦਰ ਸਿੰਘ ਜੀ ਅੱਗੇ ਬੈਠੇ ਸੀ, ਉਹਨਾਂ ਦਾ ਜਿਹੜਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਦੇ 2 ਛੋਟੇ ਬੱਚੇ ਹਨਾ, ਉਹਨਾਂ ਦੀ ਧਰਮ ਪਤਨੀ ਹੈ। ਉਸ ਦਿਨ ਵੀ ਮੈਂ ਇਸ ਜਿਹੜਾ ਸਮਾਗਮ ਦੇ ਵਿੱਚ ਉਹਨਾਂ ਨੂੰ ਬੈਠਿਆਂ ਨੂੰ ਵੇਖ ਰਿਹਾ ਸੀ। ਉਹਨਾਂ ਦੇ ਧਰਮ ਪਤਨੀ ਵੀ ਉੱਥੇ ਹਾਜ਼ਰ ਸੀਗੇ, ਉਹਨਾਂ ਦੇ ਹੰਝੂ ਜ਼ਾਰ ਉਸ ਵੇਲੇ ਵੀ ਉੱਥੇ ਬੈਠਿਆਂ ਦੇ ਵਹਿ ਰਹੇ ਸੀ। ਬੱਚੇ ਸੋਚ ਰਹੇ ਸੀ ਕਿ ਉਹਨਾਂ ਦੇ ਪਿਤਾ ਦਾ ਗੁਨਾਹ ਕੀ ਸੀ, ਇਹੋ ਜਿਹਾ ਉਹਨਾਂ ਨੇ ਕੀ ਗੁਨਾਹ ਕੀਤਾ ਜਿਹੜੇ ਕਰਕੇ ਉਹਨਾਂ ਦੇ ਨਾਲ ਇਹੋ ਜਿਹੀ ਜਿਹੜਾ ਵਰਤਾਅ ਕੀਤਾ ਗਿਆ। ਉਸ ਤੋਂ ਬਾਅਦ ਸਾਹਮਣੇ ਕੀ ਆਉਂਦਾ, ਜਿਹੜੀ ਅੱਜ ਇਸ ਘਟਨਾ ਨੂੰ 4 ਸਾਲ ਬੀਤ ਚੁੱਕੇ ਆ, ਉਹ ਘਟਨਾ ਹੋਣ ਤੋਂ ਬਾਅਦ ਸਾਹਮਣੇ ਜਿਹੜੀ ਗੱਲ ਆਈ ਹੈ ਉਹ ਇਹੀ ਹੈ ਕਿ ਉਹ ਜਿਹੜੀ ਧਿਰ ਹੈ ਉਹਦੇ ਬੰਦਿਆਂ ਵੱਲੋਂ ਅੱਜ ਵੀ ਇਹਨੂੰ ਇੱਕ ਫਰੂਟੀ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ, ਖੁਸ਼ੀਆਂ ਮਨਾਈਆਂ ਜਾ ਰਹੀਆਂ। ਸਭ ਤੋਂ ਪਹਿਲੀ ਤਸਵੀਰ ਜਿਹੜੀ ਹੈ ਉਹ ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲੇ ਦੇ ਹਨਾ ਮੁੰਡਾ ਹਰਪ੍ਰੀਤ ਸਿੰਘ ਉਹਦੀ ਸਾਹਮਣੇ ਆਈ ਹੈ ਕਿ ਉਹਨੇ ਜਿਸ ਤਰੀਕੇ ਨਾਲ ਆਪਣੇ ਨਾਲ ਥੋੜੇ ਜਿਹੇ ਬੱਚੇ, ਥੋੜੇ ਜਿਹੇ ਜਵਾਨ ਇਸ ਤਰੀਕੇ ਨਾਲ ਇਕੱਠੇ ਕਰਕੇ ਫਰੂਟੀਆਂ ਹੱਥ 'ਚ ਫੜ ਕੇ ਉਸਨੇ ਫੋਟੋ ਪਾਈ। ਉਹਨੇ ਇਸ ਚੀਜ਼ ਨੂੰ ਬਾਅਦ 'ਚ ਜਸਟੀਫਾਈ ਵੀ ਕੀਤਾ ਕਿ ਅਸੀਂ ਵੈਸੇ ਹੀ ਪਾਈ ਸੀ, ਪਰ ਮੈਨੂੰ ਲੱਗਦਾ ਨਹੀਂ ਕਿ ਵੈਸੇ ਉਹਨੇ ਜ਼ਿੰਦਗੀ 'ਚ ਕਦੇ ਇਹੋ ਜਿਹੀ ਕੋਈ ਤਸਵੀਰ ਪਾਈ ਹੋਈ। ਉਹ ਇਸ ਚੀਜ਼ ਨੂੰ ਜਸਟੀਫਾਈ ਕਰਦੇ ਆ ਕਿ ਜਿਹੜਾ ਇਹ ਕੰਮ ਕੀਤਾ ਗਿਆ ਸੀ ਉਸ ਵੇਲੇ ਇਸ ਧਿਰ ਵੱਲੋਂ ਉਹ ਸਹੀ ਸੀ, ਕਿਉਂਕਿ ਉਹ ਕਹਿੰਦੇ ਆ ਕਿ ਇਹਦੇ 'ਚ ਬੋਲਣ ਕਰਕੇ ਸ਼ਬੀਲ ਲੱਗੀ। ਉਹਨੇ ਬਾਅਦ ਦੇ ਵਿੱਚ ਜਿਹੜੇ ਕਈ ਇੰਟਰਵਿਊਆਂ ਵੀ ਕੀਤੀਆਂ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜੋ ਢੱਡਰੀਆਂ ਵਾਲਿਆਂ ਵੱਲੋਂ ਬੋਲਿਆ ਗਿਆ ਸੀ ਉਹਦੇ ਕਰਕੇ ਸ਼ਬੀਲ ਲਾਈ ਗਈ ਸੀ, ਤਾਂ ਉਹਦੇ ਕਰਕੇ 2 ਬੱਚਿਆਂ ਦੇ ਬਾਪ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ, ਤੇ ਬੋਲਣ ਦੇ ਕਰਕੇ ਤੁਸੀਂ ਸ਼ਬੀਲ ਲਾ ਕੇ ਬੰਦਾ ਮਾਰ ਸਕਦੇ ਹੋ। ਇਹ ਸਿੱਖ ਪੰਥ ਦੀਆਂ ਪਰੰਪਰਾਵਾਂ ਨੇ। ਉਹਨਾਂ ਨੇ ਇਸ ਚੀਜ਼ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤਾ ਇਹਦੇ ਵਿੱਚ। ਤੇ ਫਿਰ ਗੱਲ ਘੁੰਮ ਕੇ ਉੱਥੇ ਹੀ ਆਉਂਦੀ ਹੈ ਕਿ ਜਦੋਂ ਉਸ ਵੇਲੇ ਦੀਆਂ ਵੱਡੀਆਂ ਧਿਰਾਂ ਨੇ ਜੋ ਸਿੱਖਾਂ ਨਾਲ ਕੀਤਾ, ਜੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ, ਉਹਦਾ ਸਾਰਿਆਂ ਦਾ ਕਾਰਨ ਫਿਰ ਕੀ ਸੀਗਾ? ਇਹੀ ਕਾਰਨ ਸੀ। ਬਿਲਕੁਲ। ਅੱਜ ਕੀ ਤੁਸੀਂ ਉਸੇ ਸਮੇਂ ਦੇ ਉਸ ਜ਼ਾਲਮ ਹਾਕਮਾਂ ਦੇ ਹੱਕ ਵਿੱਚ ਨਹੀਂ ਖੜ ਗਏ? ਬਿਲਕੁਲ। ਅੱਜ ਤੁਸੀਂ ਵੀ ਕਿਤੇ ਉਹਨਾਂ ਵਾਂਗੂ ਹੀ ਤਾਂ ਨਹੀਂ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ? ਕਿਉਂਕਿ ਲੱਗ ਤਾਂ ਇਸੇ ਤਰੀਕੇ ਨਾਲ ਰਿਹਾ ਹੈ ਕਿ ਤੁਸੀਂ ਅੱਜ ਉਹ ਨਾ ਹੀ ਜਿਹੜੀ ਚੱਲੀਆਂ ਉਹਦੀਆਂ ਪਰੰਪਰਾਵਾਂ ਦੇ ਨਾਲ ਤੁਸੀਂ ਅੱਜ ਖੜੇ ਹੋਏ ਹੋ।
ਇਹ ਸਿੱਖਾਂ ਦੀਆਂ ਪਰੰਪਰਾਵਾਂ ਨਹੀਂ, ਕਿਉਂਕਿ ਸਿੱਖ ਧਰਮ ਜਿਹੜਾ ਹੋਂਦ 'ਚ ਆਇਆ ਉਹ ਦੂਜੇ ਧਰਮਾਂ ਦੀਆਂ ਚੱਲੀਆਂ ਹੋਈਆਂ ਮਨੌਤਾਂ ਨੂੰ ਰੱਦ ਕਰਕੇ ਹੋਂਦ 'ਚ ਆਇਆ। ਇੱਥੇ ਇੱਕ ਤੁਹਾਡੀ ਗੱਲ ਰੋਕਦੀ, ਜਿਸ ਤਰ੍ਹਾਂ ਹਰਪ੍ਰੀਤ ਸਿੰਘ ਦੀ ਤੁਸੀਂ ਗੱਲ ਕਰ ਰਹੇ, ਹਾਂਜੀ ਤੁਸੀਂ ਦੇਖਿਆ ਹੋਣਾ ਵਾ ਕਿ ਜਦੋਂ ਉਹਨੇ 1-2 ਇੰਟਰਵਿਊਆਂ ਦਿੱਤੀਆਂ ਮਤਲਬ ਕੋਈ ਪੱਤਰਕਾਰਾਂ ਨੂੰ, ਹਾਂਜੀ ਜੋ ਵੀ ਆਏ ਆ, ਜਦੋਂ ਉਹ ਗੱਲ ਕਰਦੇ ਆ ਉਦੋਂ ਗੱਲ ਕਰਦੇ ਆ ਜਿਹੜੀ ਗੱਲ ਤੋਂ ਗੱਲ ਚੱਲੀ ਆ ਬਿਲਕੁਲ ਉਹ ਗੱਲ ਵਿੱਚੋਂ ਮਨਫੀ ਹੋ ਗਈ ਆ। ਹਾਂਜੀ ਕਿਉਂਕਿ ਜੋ ਸਾਡੇ ਸਿੱਖਾਂ ਦੇ ਵਿੱਚ ਸਟਾਰਟਿੰਗ ਤੋਂ ਹੀ ਆ, ਜਿਹੜੀ ਜੜ ਵਾ, ਮੂਲ ਵਾ, ਹਾਂਜੀ ਗੱਲ ਕਿੱਥੋਂ ਭਾਈ ਸਾਹਿਬ ਨੇ ਕੀਤੀ ਵੀ ਉਹਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਵੀ ਛੋਟੇ ਛੋਟੇ ਬੱਚਿਆਂ ਦੇ ਬਾਪ ਨੂੰ ਮਾਰਤਾ ਵਾ ਤੇ ਉਹ ਫਰੂਟੀ ਦਿਵਸ ਮਨਾ ਰਿਹਾ ਵੀ ਬੱਚਿਆਂ ਦੇ ਨਾਲ ਫਰੂਟੀਆਂ ਵੰਡ ਕੇ ਫੋਟੋ ਪਾ ਰਿਹਾ। ਬਿਲਕੁਲ। ਪਰ ਉਸ ਗੱਲ ਨੂੰ ਮਨਫੀ ਕਰਕੇ ਰਣਜੀਤ ਸਿੰਘ ਇੱਦਾਂ ਕਰਦੇ ਆ, ਭਾਈ ਰਣਜੀਤ ਸਿੰਘ ਇੱਦਾਂ ਕਰਦੇ, ਮਤਲਬ ਉਸ ਗੱਲ ਨੂੰ ਬਿਲਕੁਲ ਵਿੱਚੋਂ ਕੱਢਤਾ, ਜੋ ਕਿ ਸਾਡੇ ਸਿੱਖਾਂ ਦੇ ਵਿੱਚ ਇਹ ਬਹੁਤ ਵੱਡੀ ਭੈੜ ਵਾ ਕਿ ਜਿਸ ਕਰਕੇ ਗੱਲ ਚੱਲਦੀ ਹੈ ਉਹ ਗੱਲ ਨੂੰ ਵਿੱਚੋਂ ਕੱਢ ਦਿੱਤਾ ਜਾਂਦਾ, ਫਿਰ ਅੱਗੇ ਤੁਰ ਪੈਂਦੇ ਆ। ਬਿਲਕੁਲ। ਹਾਂਜੀ ਤੁਹਾਡੀ ਨਹੀਂ, ਉਹ ਚੇਤੇ ਭੁੱਲ ਜਾਂਦੇ ਆ ਨਾ ਜੀ ਫਿਰ ਉਸ ਵੇਲੇ, ਬਸ ਕਿਉਂਕਿ ਯਾਦਦਾਸ਼ਤ ਬੜੀ ਥੋੜੀ ਹੈ। ਬਿਲਕੁਲ। ਗੱਲ ਸ਼ੁਰੂ ਕਿੱਥੋਂ ਹੋਈ ਹੈ, ਗੱਲ ਤੁਸੀਂ ਕਰ ਕੀ ਰਹੇ ਹੋ, ਕਿਉਂਕਿ ਇੱਕ ਪਾਸੇ ਤਾਂ ਉਹ ਇਹੋ ਜਿਹਾ ਐਕਸ਼ਨ ਕਰਕੇ ਲੋਕਾਂ ਦੇ ਮੂਹਰੇ ਪੇਸ਼ ਕਰਦੇ ਆ ਕਿ ਅਸੀਂ ਜੋ ਕੀਤਾ ਉਹ ਠੀਕ ਕੀਤਾ ਹੂੰ, ਤੇ ਦੂਸਰੇ ਪਾਸੇ ਡਰਦੇ ਵੀ ਹੈ ਕਿਉਂਕਿ ਇਹਦੇ ਨਾਲ ਲੋਕਾਂ ਦਾ ਵਿਰੋਧ ਹੋਣਾ ਜਾਇਜ਼ ਹੈ। ਬਿਲਕੁਲ। ਜੇ ਤਾਂ ਹੁੰਦੇ ਹੌਸਲੇ ਵਾਲੇ, ਜੇ ਤਾਂ ਹੁੰਦਾ ਆਪਣੇ ਆਪ ਦੇ ਵਿੱਚ ਦਮ, ਤੇ ਹਰਪ੍ਰੀਤ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜੇ ਤੇਰੇ 'ਚ ਦਮ ਹੁੰਦਾ ਭਾਈ, ਤੂੰ ਉਹਨਾਂ ਇੰਟਰਵਿਊਆਂ 'ਚ ਕਹਿੰਦਾ ਵੀ ਜੋ ਰਣਜੀਤ ਸਿੰਘ ਨੇ ਕੀਤਾ ਹੈ ਉਹ ਗਲਤ ਹੈ, ਅਸੀਂ ਉਸਦਾ ਵਿਰੋਧ ਕਰਦੇ ਹਾਂ, ਤੇ ਜੋ ਅਸੀਂ ਕੀਤਾ ਉਹ ਸਹੀ ਹੈ। ਕਹਿ ਨਹੀਂ ਸਕਿਆ ਪਰ ਉਸਨੇ ਇਸ ਤਰੀਕੇ ਨਾਲ ਨਹੀਂ ਕਿਹਾ। ਉਹ ਕਹਿੰਦਾ ਕਿ ਸਾਡੇ ਜੀ ਕਿਸੇ ਦਾ ਜਨਮ ਦਿਨ ਸੀ, ਉਹ ਜੀ ਫਰੂਟੀਆਂ ਲੈ ਆਇਆ ਸੀ, ਅਸੀਂ ਉਹ ਕਰਕੇ ਉਹ ਫਰੂਟੀਆਂ ਨੂੰ ਅਸੀਂ ਪੀਣ ਲੱਗ ਗਏ, ਫੋਟੋ ਖਿਚਾ ਲਈ, ਹਨਾ। ਜਦ ਕਿ ਦਿਸਦਾ ਆ ਕਿ ਜੇ ਤਾਂ ਹੁੰਦਾ ਤੂੰ ਹੌਸਲੇ ਵਾਲਾ, ਕਿਉਂਕਿ ਆਮ ਲੋਕਾਂ ਦੀਆਂ ਇਸ ਵੇਲੇ ਜਿਹੜੇ ਆਮ ਲੋਕ ਇਹ ਸਾਰੀ ਚੀਜ਼ ਨੂੰ ਵਾਚ ਕਰ ਰਹੇ, ਬਿਲਕੁਲ ਹਨਾ। ਕੋਈ ਨਹੀਂ ਬੋਲ ਰਿਹਾ ਉਹ ਗੱਲ ਵੱਖਰੀ ਹੈ, ਕਿਉਂਕਿ ਵੱਡੀ ਧਿਰ ਦਾ ਦਬਦਬਾ ਬੜੇ ਸਮੇਂ ਤੋਂ ਬੰਦਾ ਡਰਦਾ ਹਨਾ। ਉਹਨਾਂ ਨੂੰ ਪਤਾ ਹੈ ਕਿ ਇਹ ਬੰਦੇ ਇਹੋ ਜਿਹੇ ਐਕਸ਼ਨ ਕਰਨ ਦੇ ਵਿੱਚ ਹਮੇਸ਼ਾ ਵਿਸ਼ਵਾਸ ਰੱਖਦੇ ਆ। ਹਰੇਕ ਬੰਦਾ ਇਹੋ ਜਿਹੀ ਗੱਲ ਕਰਨ ਦਾ ਜਿਹੜਾ ਹੈ ਉਹ ਮਾਦਾ ਨਹੀਂ ਕਰਦਾ, ਬਿਲਕੁਲ ਸਹੀ ਗੱਲ ਹਨਾ, ਉਹ ਹੀਆ ਨਹੀਂ ਕਰਦਾ, ਤੇ ਉਹਦੇ ਕਰਕੇ ਫਿਰ ਹਜੇ ਪਰ ਦੇਖ ਸਾਰੇ ਰਹੇ ਆ ਕਿ ਚੱਲ ਕੀ ਰਿਹਾ। ਤੇ ਉਹਦਾ ਇੱਕ ਕੀਤਾ ਛੋਟਾ ਜਿਹਾ ਐਕਸ਼ਨ ਕਿਤੇ ਨਾ ਕਿਤੇ ਉਹਨੂੰ ਵੀ ਸਮਝ ਆ ਗਿਆ ਕਿ ਉਸ ਤੋਂ ਗਲਤੀ ਹੋਈ ਹੈ, ਇਹੋ ਜਿਹਾ ਨਹੀਂ ਕਰਨਾ ਚਾਹੀਦਾ, ਤੇ ਅੱਜ ਉਸ ਨੂੰ ਜਸਟੀਫਾਈ ਕਰ ਰਿਹਾ। ਭਾਈ ਸਾਹਿਬ ਨੇ ਆਪਣੇ ਦੀਵਾਨ ਦੇ ਵਿੱਚ ਬੜੇ ਸਖਤ ਲਫ਼ਜ਼ਾਂ ਦੇ ਵਿੱਚ ਜਿਹੜਾ ਉਹਨੂੰ ਖਿਤਾਬ ਦਿੱਤਾ ਹੈ ਗੰਦੀ ਔਲਾਦ ਦਾ, ਹਨਾ, ਉਹ ਉਸ ਨੂੰ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੇ, ਪਰ ਉਹ ਨਾਂ ਦੀ ਜਿਹੜੀ ਮੋਹਰ ਹੈ ਹੁਣ ਉਹਦੇ ਨਾਂ ਤੇ ਲੱਗ ਚੁੱਕੀ ਹੈ। ਤੇ ਮੈਨੂੰ ਲੱਗਦਾ ਨਿਗਾ ਕਿ ਸ਼ਾਇਦ ਰਹਿੰਦੀ ਦੁਨੀਆ ਤੱਕ ਭਾਈ ਹਰਪ੍ਰੀਤ ਸਿੰਘ ਆ ਤੇਰੇ ਉੱਤੋਂ ਉਹ ਜਿਹੜੀ ਗੰਦੀ ਔਲਾਦ ਵਾਲੀ ਜਿਹੜੀ ਮੋਹਰ ਹੈ ਲੱਥਣੀ ਹੈ, ਕਿਉਂਕਿ ਜਿਹੜੀ ਤੇਰੀਆਂ ਹਰਕਤਾਂ ਨੇ ਉਹਨਾਂ ਨੇ ਹੀ ਤੇਰੇ ਤੇ ਉਹ ਮੋਹਰ ਲਵਾਈ ਹੈ। ਕਿਉਂਕਿ ਇਹ ਇਸ ਤਰੀਕੇ ਨਾਲ ਨਹੀਂ ਕਿ ਇਸ ਚੀਜ਼ ਦੇ ਮਤਲਬ ਕੱਢੇ ਜਾਣ ਕੇ, ਇਹਦੇ ਮਤਲਬ ਕੀ ਬਣਦੇ ਆ ਗੱਲ ਦੇ, ਇਹ ਇੱਕ ਮੁਹਾਵਰੇ ਦੇ ਤੌਰ ਤੇ ਬਿਲਕੁਲ ਤਾਂ ਆਮ ਆਪਾਂ ਕਹਿ ਹੀ ਦਿੰਨੇ ਆ ਕਿ ਤੂੰ ਹਰਕਤਾਂ, ਇੱਕ ਬਾਪ ਆਪਣੇ ਬੱਚੇ ਨੂੰ ਵੀ ਬਿਲਕੁਲ ਗਲਤ ਹੁੰਦਿਆਂ ਨੂੰ ਦੇਖ ਕੇ ਕਹਿੰਦਾ ਹੈ ਵੀ ਭਾਈ ਇਹ ਕਿਸ ਤਰੀਕੇ ਨਾਲ ਗੰਦੀ। ਜੋ ਤੁਸੀਂ ਲੜੀ ਨੂੰ ਦੇਖੋਗੇ, ਦੀਵਾਨ ਦੀ ਲੜੀ ਨੂੰ, ਤੁਹਾਨੂੰ ਆਟੋਮੈਟਿਕ ਪਤਾ ਚੱਲੇਗਾ ਕਿ ਇਹਦੇ ਵਿੱਚ ਭਾਵਨਾ ਕੀ ਹੈ ਕਹਿਣ ਦੀ। ਇਸ ਤਰ੍ਹਾਂ ਥੋੜੀ ਕੋਈ ਤੇਰੇ ਬਾਪ ਨੂੰ ਕਿਹਾ, ਪਰ ਨਹੀਂ ਵੀ ਤੂੰ ਜਿਹੜੀ ਹਰਕਤ ਕੀਤੀ ਆ ਉਹ ਇੱਕ ਚੰਗੇ ਬਾਪ ਦੀ ਨਿਸ਼ਾਨੀ ਨਹੀਂ ਹੈਗੀ। ਤੇ ਉਹ ਜਿਹੜੀ ਪਰਵਰਿਸ਼ ਉਹੀ ਆਉਂਦੀ ਹੈ ਬਿਲਕੁਲ ਉਹ ਪਰਵਰਿਸ਼ ਇਸ ਤਰੀਕੇ ਨਾਲ ਕੀਤੀ ਗਈ ਹੈ, ਕਿਉਂਕਿ ਉਹ ਗੁੰਡਾਗਰਦੀ ਸ਼ੁਰੂ ਤੋਂ ਕਰਨ ਦੀ ਆਦਤ ਪਈ ਹੋਈ ਹੈ। ਲੋਕਾਂ ਦੇ ਭੇਟਾ ਦੇ ਉੱਤੇ ਮੁਕਤ ਨਾਲ ਜਿਹੜੇ ਪਲ ਕੇ ਜਿਹੜਾ ਇਸ ਵੇਲੇ ਉਹ ਫੈਲ ਰਿਹਾ ਹੋਇਆ, ਪਰ ਉਸ ਨੂੰ ਜਿਹੜੀ ਸੱਟ ਮਾਰੀ ਗਈ ਹੈ ਭਾਈ ਸਾਹਿਬ ਵੱਲੋਂ, ਉਹ ਬਹੁਤ ਟਿਕਾਣੇ ਵੱਜੀ ਹੈ। ਉਹਨਾਂ ਦੀ ਜਿਹੜੀ ਫਰਸਟ੍ਰੇਸ਼ਨ ਹੈ ਆਪਾਂ ਉਹਨੂੰ ਦੇਖ ਸਕਦੇ ਹਾਂ। ਇਸ ਤਰੀਕੇ ਨਾਲ ਉਹਨੇ 2-3 ਇੰਟਰਵਿਊਆਂ ਕੀਤੀਆਂ, ਫਿਰ ਉਹਨੇ ਮੁੜ ਕੇ ਇੱਕ ਜਿਹੜਾ ਦਮਦਮੀ ਟਕਸਾਲ ਦਾ ਅੱਜ ਦਾ ਵਿਦਵਾਨ ਹੈ ਜਿੰਦ ਵਡਾਲੀ, ਅੱਛਾ ਹਾਂਜੀ, ਉਸ ਨੂੰ ਵੀ ਨਾਲ ਉਹਨੇ ਬਿਠਾ ਕੇ ਉਹ ਇੱਕ ਇੰਟਰਵਿਊ ਕੀਤੀ ਹੈ ਜਿਹਦੇ ਚ ਉਹਨਾਂ ਦੀ ਭਾਸ਼ਾ ਦਾ ਜਿਹੜਾ ਬਹੁਤ ਉਹ ਵੀ ਤੁਸੀਂ ਦੇਖ ਸਕਦੇ ਆ। ਉਹ ਜਿਹੜਾ ਕਲਿੱਪ ਹੈ ਉਹ ਇੱਥੇ ਆਪਾਂ ਤੁਹਾਨੂੰ ਦਿਖਾ ਦੇਵਾਂਗੇ, ਜਿਹਦੇ ਵਿੱਚ ਕਿ ਜਿੰਦ ਵਡਾਲੀ ਦੀ ਭਾਸ਼ਾ ਦੇ ਨਾਲ ਜਿਹੜੀ ਇਹਦੇ ਹਰਪ੍ਰੀਤ ਸਿੰਘ ਦੀ ਭਾਸ਼ਾ ਆ ਉਹ ਕਿਸ ਤਰੀਕੇ ਨਾਲ ਬੋਲ ਰਹੇ ਆ। ਕਿਉਂਕਿ ਕਈਆਂ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਸ਼ਾਇਦ ਭਾਈ ਸਾਹਿਬ ਜਿਹੜੇ ਆ ਸਖਤ ਭਾਸ਼ਾ ਦਾ ਇਸਤੇਮਾਲ ਕਰਦੇ ਆ, ਪਰ ਜਿਹੜੀ ਭਾਸ਼ਾ ਇਹਨਾਂ ਨੂੰ ਚਾਹੀਦੀ ਹੈ ਉਸ ਭਾਸ਼ਾ ਦਾ ਮੈਨੂੰ ਲੱਗਦਾ ਇਸਤੇਮਾਲ ਨਹੀਂ ਹੋ ਰਿਹਾ, ਕਿਉਂਕਿ ਇਹ ਕੋਸ਼ਿਸ਼ ਕਰਦੇ ਆ ਕਿ ਇਹੋ ਜਿਹੀ ਬੋਲੀ ਬੋਲ ਕੇ ਤੇ ਕਿਸੇ ਨੂੰ ਸ਼ਾਇਦ ਹਰਾਸਮੈਂਟ ਦੇ ਲੈਣ, ਬਿਲਕੁਲ ਹਨਾ। ਪਰ ਇਹਨਾਂ ਨੂੰ ਕਿਤੇ ਨਾ ਕਿਤੇ ਤੁਹਾਨੂੰ ਭੁਲੇਖਾ ਆ ਭਾਈ, ਸਾਰੇ ਪੰਜਾਬੀਆਂ ਨੂੰ ਇਹ ਬੋਲੀ ਬੋਲਣੀ ਜਿਹੜੀ ਹੈ ਆਉਂਦੀ ਹੈ, ਚੰਗੀ ਤਰੀਕੇ ਨਾਲ ਆਉਂਦੀ ਹੈ। ਕੀ ਹੋਣਾ ਯਾਰ, ਗੋਲੀ ਮਾਰ ਦੂਗਾ ਉਹ, ਕੀ ਕਰ ਲੂਗਾ ਯਾਰ। ਇਹ ਨਾ ਐਡੇ ਕਿ ਜ਼ਿਆਦਾ ਕਹਿੰਦੀ ਵੀ ਯਾਰ ਇਹ ਮਤਲਬ ਤਾਂ ਨਿਆਣੇ ਆ ਤੇ ਨਿਆਣਾ ਤੇ ਪਤਾ ਨਹੀਂ ਇਹ ਜਮੇ ਫੁੱਦੂ ਆ। ਇਹ ਲਾਏ ਉਹਨੂੰ ਸਮਝਿਆ ਨਹੀਂ, ਪਤਾ ਕੋਈ ਟੈਂਕੇ ਚੱਲ ਪੈਣਾ। ਕੋਈ ਯਾਰ ਇੰਨੇ ਸਾਲ ਹੋ ਗਏ ਜੱਬੜੀਆਂ ਮਾਰਦੇ ਨੂੰ, ਕੀ ਹੋਇਆ, ਕੀ ਕਰਿਆ, ਆਪਣੀ ਮਿੱਟੀ ਪਟਾਈ ਇਹਨੇ, ਠੀਕ ਆ। ਲਪੇੜੇ ਖਾਦੇ ਟਕਸਾਲ ਤੋਂ, ਲਹਿਦੇ ਖਾਦੇ, ਭੱਜਿਆ ਮੂਰੇ ਮੂਰੇ ਲਹਿਦਾ ਭੱਜਿਆ,
ਬੇਇੱਜ਼ਤੀ ਕਰਾਈ ਆਪਣੀ ਕਰਾਈ। ਉਹ ਸੰਪਰ ਦਾ ਮੌਮੀ ਚੜ੍ਹਦੀ ਕਲਾ ਤੇ ਉਹ ਇਹਨੇ ਆਪਣੇ ਦੀਵਾਨ ਬੰਦ ਕਰਾ ਲਏ। ਠੀਕ ਆ, ਹੁਣ 10-10 ਰੁਪਏ ਮੰਗਣੇ ਤੇ ਆ ਗਿਆ। ਇਹ ਤੋਂ ਵੱਡੀ ਦੁਰਦਸ਼ਾ ਹੋਰ ਕੀ ਹੋ ਸਕਦੀ ਹੈ? ਇਹ ਤਾਂ ਬੇਵਕੂਫ ਯਾਰ, ਇਹ ਬੰਦੇ ਆ ਕੋਈ ਜਿਹੜੇ ਇਦਾਂ ਗੱਲ ਕਹਿੰਦੇ। ਤੇ ਬਾਕੀ ਕੋਈ ਗੱਲ ਨਹੀਂ ਭਾਜੀ, ਅੱਗੇ ਵੀ ਬਥੇਰੀਆਂ ਜਥੇਬੰਦੀਆਂ ਬਾਰੇ ਬੋਲਿਆ, ਉਹ ਬੰਦ ਹੋ ਗਿਆ। ਕੋਈ ਫਰਕ ਨਹੀਂ ਪੈਂਦਾ ਬਾਬਾ ਜੀ, ਕੋਈ ਫਰਕ ਨਹੀਂ ਪੈਂਦਾ। ਇਹ ਕਾਹਦੀ ਚੀਜ਼ ਦੀ ਇਹਨਾਂ ਚ ਹਉਮੈ ਆਕੜ ਕਾਹਦੀ ਆ? ਅਖੇ ਸਾਡਾ ਭਾਈ ਸਾਹਿਬ ਲਾਈਵ ਆ ਜਾਊਗਾ, ਉਹ ਅੱਜ 3600 ਵਾਰ ਅੱਜ ਹੁਣ ਵੀ ਤਾਂ ਆਇਆ ਹੀ ਆ। ਇੰਨਾ ਗਲਤ ਉਹਨੇ ਮੇਰੇ ਬਾਰੇ ਬੋਲਿਆ, ਇੰਨਾ ਗਲਤ ਉਹਨੇ ਮੇਰੇ ਪਿਤਾ ਜੀ ਬਾਰੇ ਬੋਲਿਆ, ਕੀ ਪੱਟ ਲਿਆ ਉਹਨੇ ਯਾਰ। ਸੋ ਗੱਲ ਜਿਹੜੀ ਵਿੱਚੋਂ ਆਪਾਂ ਕਰ ਰਹੇ ਸੀਗੇ ਉਸ ਹਮਲੇ ਤੋਂ ਬਾਅਦ ਜੋ ਹੋਇਆ, ਜਿਸ ਤਰੀਕੇ ਨਾਲ ਭਾਈ ਸਾਹਿਬ ਨੇ ਪਾਸਾ ਪਲਟਿਆ, ਇਹਨਾਂ ਦੀ ਕੋਸ਼ਿਸ਼ ਸੀ ਉਸ ਹਮਲੇ ਦਾ ਜਿਹੜਾ ਕਾਰਨ ਸੀ ਮੁੱਖ ਡਰਾਉਣਾ। ਇਹ ਤਾਂ ਪਤਾ ਲੱਗ ਗਿਆ ਕਿ ਹਾਂ ਭਾਈ ਰਣਜੀਤ ਸਿੰਘ ਨੂੰ ਹਮਲੇ 'ਚ ਇਹ ਨੁਕਸਾਨ ਨਹੀਂ ਪਹੁੰਚਾ ਸਕੇ, ਜਦਕਿ ਕੋਸ਼ਿਸ਼ ਸੀ ਇਹਨਾਂ ਦੀ ਉੱਥੇ ਹੀ ਉਹਨਾਂ ਦੀ ਜ਼ੁਬਾਨ ਬੰਦ ਕਰ ਦੇਣ ਦੀ, ਕਿਉਂਕਿ ਜੇ ਸਰੀਰ ਹੀ ਨਾ ਰਹਿੰਦਾ ਤੇ ਜ਼ੁਬਾਨ ਕਿਸ ਤਰੀਕੇ ਬਿਲਕੁਲ। ਪਰ ਪਤਾ ਨਹੀਂ ਕਿਸ ਤਰੀਕੇ ਨਾਲ ਜਿੱਦਾਂ ਉਹਨਾਂ ਦਾ ਬਚਾਅ ਹੋ ਗਿਆ ਤੇ ਉਹਨਾਂ ਨੇ ਜਿਹੜੇ ਅਗਲੇ 4 ਸਾਲ ਸੀਗੇ ਜੋ ਉਹਦੇ ਵਿੱਚ ਸਾਨੂੰ ਦਿੱਤਾ ਹੈ ਉਹਨਾਂ ਨੇ, ਜਿਹਦਾ ਕਿ ਅਸੀਂ ਅਹਿਸਾਨ ਹੈ ਉਹ ਕਿਸੇ ਕੀਮਤ ਤੇ ਵੀ ਚੁਕਾ ਨਹੀਂ ਚੁਕਾ ਸਕਦੇ। ਨਾ ਸਿੱਖ ਪੰਥ ਚੁਕਾ ਸਕੇਗਾ ਉਹਦਾ ਅਹਿਸਾਨ, ਤੇ ਨਾ ਇਹ ਕੌਮ ਚੁਕਾ ਸਕੇਗੀ, ਕਿਉਂਕਿ ਉਹ 4 ਸਾਲ ਦੇ ਵਿੱਚ ਜੋ ਉਹਨਾਂ ਨੇ ਕੱਚਾ ਚਿੱਠਾ ਇਹਨਾਂ ਦਾ ਲਿਆ ਕੇ ਸਾਹਮਣੇ ਰੱਖ ਦਿੱਤਾ, ਜਿਹੜੇ ਕਿ ਖੁਦ ਨੂੰ ਕਹਿੰਦੇ ਸੀਗੇ ਕਿ ਅਸੀਂ ਗੁਰੂ ਸਾਹਿਬ ਤੋਂ ਚੱਲੇ ਹੋਏ ਹਾਂ, ਅਸੀਂ ਗੁਰੂ ਦੀਆਂ ਪੁਰਾਤਨ ਮਰਿਆਦਾ ਨੂੰ ਫੋਲੋ ਕਰਦੇ ਹਾਂ, ਜੋ ਆਪਣੇ ਆਪ ਨੂੰ ਪੰਥ ਕੌਮ ਕਹਿਣ ਦਾ ਭਰਮ ਪਾਲੀ ਆਮ ਲੋਕਾਂ ਨੂੰ ਪਿੱਛੇ ਸਿੱਟ ਕੇ ਹਨਾ, ਇਹਨਾਂ ਨੇ ਆਪ ਮੋਹਰੇ ਹੋ ਕੇ ਜਿਹੜਾ ਪੁਜਾਰੀ ਦਾ ਬਾਣਾ ਪਾ ਕੇ ਹਨਾ, ਪੁਜਾਰੀ ਦਾ ਮਤਲਬ ਹੀ ਇਹ ਹੈ ਕਿ ਜਿਹੜਾ ਪੂਜਾ ਦੇ ਧਾਮ ਦੇ ਉੱਤੇ ਕੰਮ ਚੱਲਦਾ ਉਹਦਾ ਬਾਣਾ ਪਾ ਕੇ ਇਹਨਾਂ ਨੇ ਸਾਹਮਣੇ ਆ ਕੇ ਸਿੱਖ ਕੌਮ ਨੂੰ ਰਿਪਰੈਜ਼ੈਂਟ ਕਰਨ ਦਾ ਬੜੀ ਡਿਟੇਲ ਦੇ ਵਿੱਚ, ਜਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਕਹਿੰਦੇ ਨਾ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦਾ, ਵੀ ਜਿਹਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦੇ ਉੱਪਰ ਰੱਖੀ ਸੀ। ਭਾਈ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਜਦੋਂ ਗੱਲ ਕਰਦੇ ਆ ਸਾਰੇ ਪ੍ਰੋਗਰਾਮਾਂ ਦੇ ਵਿੱਚ, ਕਿ ਬੜੀ ਡਿਟੇਲ ਦੇ ਨਾਲ ਹੌਲੀ ਹੌਲੀ ਦੱਸਦੇ ਵੀ ਕਿੱਦਾਂ ਸਾਨੂੰ ਮਤਲਬ ਹਿੰਦੂਆਂ ਦੇ ਨਾਲ ਹੀ ਰਿਲੇਟ ਕੀਤਾ ਜਾਂਦਾ, ਬਾਕੀ ਧਰਮਾਂ ਦਾ ਸਾਡਾ ਕਿੰਨਾ ਡਿਫਰੈਂਟ ਆ। ਪਰ ਜਦੋਂ ਅਸੀਂ ਜਨੇਊ ਤੋਂ, ਅਸਲ 'ਚ ਸਾਡਾ ਜਦੋਂ ਜਨੇਊ ਤੋਂ ਵਿਰੋਧ ਹੋਇਆ, ਉਹ ਉਦੋਂ ਤੋਂ ਹੀ ਸਾਡੇ ਪਿੱਛੇ ਲੱਗਾ ਆ, ਪਰ ਉਹਨੇ ਸਾਨੂੰ ਹਰ ਥਾਂ ਹੀ ਨੀਵਾਂ ਦਿਖਾਇਆ। ਕਿੱਦਾਂ ਭਾਈ ਸਾਹਿਬ ਉਸ ਚੀਜ਼ ਨੂੰ ਚੁਣ ਕੇ ਸਾਨੂੰ ਬਾਹਰ ਕੱਢ ਰਹੇ ਨੇ। ਪਰ ਕਿਉਂਕਿ ਜਿਹੜੀ ਸਥਾਪਤ ਧਿਰ ਆ, ਫਿਰ ਉਹਦੀਆਂ ਜਿਹੜੀਆਂ ਬੁੱਕਸ ਲਿਖੀਆਂ ਵਾ, ਗ੍ਰੰਥ ਲਿਖੇ ਆ, ਕਿਤਾਬਾਂ ਲਿਖੀਆਂ ਵਾ, ਜੇ ਅਸੀਂ ਭਾਈ ਸਾਹਿਬ ਦੀ ਅੱਜ ਜੇ 50% ਵੀ ਜਦੋਂ ਭਾਈ ਸਾਹਿਬ ਨੂੰ 20% ਵੀ ਜਿਹੜਾ ਯੂਥ ਜਦੋਂ ਫੋਲੋ ਕਰਨ ਲੱਗ ਗਿਆ, ਤਾਂ ਉਹ ਕਿਤਾਬਾਂ ਕਿਸੇ ਕੰਮ ਦੀਆਂ ਨਹੀਂ ਰਹਿਣੀਆਂ। ਜਿਹੜੀ ਅੱਜ ਭਾਈ ਸਾਹਿਬ ਨੇ ਗੁਰਬਾਣੀ ਦੀ ਵਿਆਖਿਆ ਔਰ ਜਿਹੜੀ ਸਾਨੂੰ ਇਤਿਹਾਸ ਦੇ ਨਾਲ ਉਹਨਾਂ ਨੇ ਜਿਹੜਾ ਜੋੜਿਆ, ਇਸੇ ਕਰਕੇ ਜਿਹੜੀ ਸਥਾਪਤ ਧਿਰ ਆ ਉਹਦੇ ਵਿੱਚ ਇੰਨੀ ਖਲਬਲੀ ਮੱਚੀ ਪਈ ਆ ਵੀ ਜੇ ਥੋੜ੍ਹਾ ਚਿਰ ਇੱਦਾਂ ਚੱਲਦਾ ਰਿਹਾ ਤਾਂ ਸਾਡਾ ਕੀ ਬਣੂਗਾ। ਉਸ ਖਲਬਲੀ ਦਾ ਹੀ ਕਾਰਨ ਹੈ ਜੋ ਅੱਜ ਵੀ ਚੱਲ ਰਿਹਾ। ਇਹਨਾਂ ਨੇ ਉਸ ਦਿਨ ਤੋਂ ਬਾਅਦ ਵੀ ਜਿਹੜੇ ਹਮਲੇ ਕਰ ਰਹੇ ਉਹ ਨਿਰੰਤਰ ਜਾਰੀ ਰੱਖੇ ਜੀ। ਤੁਹਾਨੂੰ ਪਤਾ ਹੀ ਹੈ, ਉਸ ਤੋਂ ਬਾਅਦ ਜੋ ਕਰੈਕਟਰ ਦੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ, ਕਿ ਇਸ ਤਰੀਕੇ ਨਾਲ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ, ਭਾਈ ਸਾਹਿਬ ਦੇ ਜੀਵਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸੇ 'ਚ ਵੀ ਸਫਲ ਨਹੀਂ ਹੋ ਸਕੇ। ਕਿਉਂਕਿ ਆਮ ਜਿਹੜਾ ਇੱਕ ਤਾਂ ਚਲੋ ਸਮਾਂ ਉਹੋ ਜਿਹਾ ਆ ਗਿਆ, ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਹੈ ਨਾ, ਹਰੇਕ ਦੇ ਕੋਲ ਆਪਸ਼ਨ ਆ ਗਈ ਕਿ ਉਹ ਸੱਚਾਈ ਨੂੰ ਤੇ ਝੂਠ ਨੂੰ ਜਿਹੜਾ ਉਹ ਵਾਚ ਕਰ ਸਕਦਾ। ਉਹ ਇਹਨਾਂ ਦੇ ਵਿੱਚੋਂ ਨਾ ਦੋ ਪਾਸਿਆਂ ਨੂੰ ਸੁਣ ਕੇ ਉਹ ਆਪਣਾ ਫੈਸਲਾ ਕਰ ਸਕਦਾ ਕਿ ਸੱਚ ਕੀ ਹੈ, ਝੂਠ ਕੀ ਹੈ। ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਦੇ ਕੋਲ ਇੱਕੋ ਹੀ ਹਥਿਆਰ ਹੁੰਦਾ ਸੀਗਾ, ਹਰੇਕ ਪੰਥ ਦੁਖੀ ਕੌਮ ਤੋਂ ਪੰਥ ਦਾ ਗਦਾਰ ਕਹਿ ਦਿਓ ਹਨਾ, ਜਾਂ ਉਹਦਾ ਸੌਦਾ ਲਾ ਦਿਓ, ਤੇ ਜੇ ਉਹ ਬਚ ਗਿਆ ਤੇ ਉਹਨੂੰ ਧਰਮ ਦੇ ਪੰਥ ਦੇ ਵਿੱਚੋਂ ਛੇਕ ਕੇ ਤੇ ਉਹਨੂੰ ਵੱਖਰਾ ਕਰ ਦਿਓ। ਜਦੋਂ ਵੱਖਰਾ ਹੋ ਜਾਊਗਾ ਤਾਂ ਆਪਣੇ ਆਪ ਸਾਰੇ ਦੇਖਣਗੇ। ਕੋਸ਼ਿਸ਼ ਇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਪਹਿਲਾਂ ਤਾਂ ਇੱਕ ਤਰੀਕੇ ਨਾਲ ਵੀ ਚਲੋ ਕਰੈਕਟਰ ਬਦਨਾਮ ਕਰਦੇ, ਫਿਰ ਜਦੋਂ ਵਿਦੇਸ਼ ਟੂਰਾਂ ਦੇ ਗਏ ਉੱਥੇ ਪਰਸਨਲੀ ਹਮਲੇ ਵੀ ਕੀਤੇ। ਬਿਲਕੁਲ ਕੀਤੇ। ਮੈਂ ਖੁਦ ਉਹਨਾਂ ਦੇ ਨਾਲ 1-2 ਵਾਰੀ ਹਾਜ਼ਰ ਸੀਗਾ ਉਹਨਾਂ ਹਮਲਿਆਂ ਦੇ ਵਿੱਚ, ਜਿਸ ਟਾਈਮ ਤੇ ਗੱਡੀ ਅਮਰੀਕਾ 'ਚ ਮਾਰੀ ਗਈ। ਮੈਂ ਵੀ ਸੈਕਰਾਮੈਂਟੋ ਉਸੇ ਟਾਈਮ ਗੁਰਦੁਆਰੇ ਦੇ ਵਿੱਚ ਸੀ, ਭਾਈ ਸਾਹਿਬ ਦੀ ਗੱਡੀ ਦੇ ਨਾਲ ਮੈਂ ਵੀ ਚੱਲ ਰਿਹਾ ਸੀ। ਠੀਕ ਹੈ। ਤੇ ਜਦੋਂ ਗੱਡੀਆਂ ਬਾਹਰ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਪਿਛਲੇ ਸਾਲ ਵੀ ਜੋ ਹੋਇਆ ਉੱਥੇ, ਉਸ ਵੇਲੇ ਵੀ ਮੈਂ ਉੱਥੇ ਹਾਜ਼ਰ ਸੀ। ਇਹਨਾਂ ਬੰਦਿਆਂ ਦੀ ਫਰਸਟ੍ਰੇਸ਼ਨ ਮੈਂ ਉੱਥੇ ਆਪਣੇ ਅੱਖੀਂ ਦੇਖੀ ਹੈ ਜੀ। ਆਪਣੇ ਆਪ ਨੂੰ ਬਹੁਤ ਵੱਡੀ ਤੇ ਰਖਵਾਉਣ ਵਾਲੇ, ਆਪਣੇ ਆਪ ਨੂੰ ਬਹੁਤ ਜਿੱਦਾਂ ਸਿੱਖ ਕੌਮ ਦੇ ਮੋਹਰੀ ਖਵਾਉਣ ਵਾਲੇ ਭਿਖਾਰੀਆਂ ਦੇ ਵਾਂਗੂ ਮੈਂ ਰਾਹ ਦੇ ਵਿੱਚ ਬੈਠ ਕੇ ਲੋਕਾਂ ਤੋਂ ਮਿਹਨਤਾਂ ਕਰਕੇ ਭੀਖ ਮੰਗਦੇ ਮੈਂ ਆਪਣੇ ਅੱਖੀਂ ਵੇਖਿਆ। ਉਹ ਨਾ ਜਾਓ ਉੱਥੇ, ਨਾ ਜਾਓ, ਨਾ ਸੁਣੋ। ਕੋਸ਼ਿਸ਼ ਬਹੁਤ ਕੀਤੀ ਪਰ ਉਹ ਸਫਲ ਨਹੀਂ ਹੋਏ। ਅੱਜ ਜਿਹੜੀ ਫਰਸਟ੍ਰੇਸ਼ਨ ਹੈ ਨਾ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ, ਜੇ ਹੁੰਦੇ ਭਾਈ ਇਹ ਸੱਚ ਦੇ ਰਾਹ ਤੇ ਚੱਲ ਹਨਾ, ਜੋ ਇਹਨਾਂ ਨੇ ਹਮਲਾ ਕੀਤਾ ਸੀਗਾ
ਉਹਦੀ ਜੇ ਧੁੰਮਾ ਉਸੇ ਵੇਲੇ ਜ਼ਿੰਮੇਵਾਰੀ ਲੈ ਲੈਂਦਾ ਬਿਲਕੁਲ ਵੀ ਹਾਂ ਬਈ ਇਹ ਜਿਹੜਾ ਹਮਲਾ ਹੈ ਮੇਰੇ ਬੰਦਿਆਂ ਨੇ ਫਰਸਟ੍ਰੇਸ਼ਨ ਚੱਕ ਕੇ ਕਰਤਾ, ਗਲਤੀ ਹੋ ਗਈ, ਮੁੜ ਕੇ ਇਹੋ ਜਿਹਾ ਕੰਮ ਜਿਹੜਾ ਨਹੀਂ ਕੀਤਾ ਜਾਵੇਗਾ, ਸ਼ਾਇਦ ਗੱਲ ਉੱਥੇ ਬੰਦ ਹੋ ਜਾਂਦੀ। ਪਰ ਜੋ ਸਾਨੂੰ ਅੱਜ ਮਿਲਿਆ ਫਿਰ ਉਹ ਮਿਲਣਾ ਨਹੀਂ ਸੀ, ਜੀ, ਕਿਉਂਕਿ ਜੋ ਭਾਈ ਸਾਹਿਬ ਨੇ ਸਾਨੂੰ ਅੱਜ ਪਰੋਸ ਕੇ ਦਿੱਤਾ ਹੈ ਨਾ, ਜੀ। ਜੋ ਉਸ ਹਮਲੇ 'ਚੋਂ ਬਾਹਰ ਆ ਕੇ ਭਾਈ ਸਾਹਿਬ ਨੇ ਇੱਕ ਛੋਟਾ ਜਿਹਾ ਆਰਟੀਕਲ ਲਿਖਿਆ ਸੀ ਉਸ ਦਿਨ, ਹਾਂਜੀ 17 ਤਰੀਕ ਨੂੰ, ਬਿਲਕੁਲ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਪੁਰਾਣੇ ਰਣਜੀਤ ਸਿੰਘ ਦੀ ਮੌਤ ਹੋਈ ਸੀ, ਦੋਵਾਂ ਜਣਿਆਂ ਦੀ ਮੌਤ ਹੋਈ ਉਹਦੇ ਦੋ ਵਿੱਚ, ਜਣੇ ਦੀ ਮੌਤ ਹੋਈ ਤੇ ਇੱਕ ਨਵੇਂ ਰਣਜੀਤ ਸਿੰਘ ਦਾ ਜਨਮ ਹੋਇਆ। ਬਿਲਕੁਲ ਉਸ ਨਵੇਂ ਰਣਜੀਤ ਸਿੰਘ ਦੇ ਜਨਮ ਤੋਂ ਬਾਅਦ ਉਹਨਾਂ ਵਰਗੇ ਬਹੁਤ ਛੋਟੇ ਛੋਟੇ ਹੋਰ ਬਿਲਕੁਲ ਜੀ, ਜਿਹੜੇ ਜੋ ਮੇਰੇ ਵਰਗਾ ਵੀ ਅੱਜ ਜਿਹੜਾ ਬੋਲਦਾ ਹੈ ਇੱਥੇ ਬੈਠ ਕੇ, ਉਹਦਾ ਜਨਮ ਵੀ ਉਸੇ ਤੁਸੀਂ ਹਮਲੇ ਦੇ ਵਿੱਚੋਂ ਕੀਤਾ। ਉਸ ਹਮਲੇ ਨੇ ਇੱਕ ਨਹੀਂ ਹਜ਼ਾਰਾਂ ਰਣਜੀਤ ਸਿੰਘਾਂ ਦਾ ਜਿਹੜਾ ਬਿਲਕੁਲ ਜੀ, ਉਹਦਾ ਜਨਮ ਕੀਤਾ। ਜੇ ਇੱਕ ਨੂੰ ਕੁਝ ਨੁਕਸਾਨ ਪਹੁੰਚਾ ਵੀ ਦਿਓਗੇ ਤਾਂ ਜਿਹੜੇ ਬਾਕੀ ਬੈਠੇ ਆ ਉਹ ਕਿਸੇ ਤਰੀਕੇ ਨਾਲ ਹੁਣ ਚੁੱਪ ਕਰਨ ਵਾਲੇ ਨਹੀਂ, ਕਿਉਂਕਿ ਜਿਹੜਾ ਇਹ ਹਮਲਾ ਕਰਨਾ ਸੀ ਇਹਨਾਂ ਦਾ, ਇਹ ਹੁਣ ਇਹਨਾਂ ਦੇ ਜਿੱਦਾਂ ਗਲੇ ਦੀ ਹੱਡੀ ਬਣ ਚੁੱਕੀ। ਬਿਲਕੁਲ ਨਾ ਹੁਣ ਇਹ ਉਹਨੂੰ ਛੱਡਣ ਜੋਗੇ ਆ, ਨਾ ਉਹ ਰੱਖਣ ਜੋਗੇ ਆ, ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਇਹਨਾਂ ਦੇ ਕੀਤੇ ਹੋਏ ਐਕਸ਼ਨ ਜਿਹੜੇ ਆ ਦੁਨੀਆ ਦੇ ਮੂਹਰੇ ਆਪਣੇ ਆਪ ਆ ਰਹੇ ਆ। ਬਿਲਕੁਲ ਤੇ ਹਾਂਜੀ ਤੁਸੀਂ ਇਹ ਇੱਕ ਨਾ ਲਹਿਰ ਬਣ ਗਈ ਹੈ। ਦੇਖੋ ਹੁਣ ਜੇ ਤੁਸੀਂ ਕਿਸੇ ਨੂੰ ਜ਼ੋਰ ਦੇ ਨਾਲ ਦਬਾਓਗੇ ਨਾ, ਕਦੀ ਵੀ ਜ਼ੋਰ ਦੇ ਨਾਲ ਕੋਈ ਚੀਜ਼ ਨਹੀਂ ਦੱਬਦੀ। ਹਾਂਜੀ ਜੇ ਭਾਈ ਸਾਹਿਬ ਹੁਣੀ ਉੱਥੇ ਕੋਈ ਦਲੀਲ ਦਿੰਦੇ ਆ ਨਾ, ਤੁਸੀਂ ਉਹਨੂੰ ਦਲੀਲ ਦੇ ਨਾਲ ਉਹਦੀ ਦਲੀਲ ਕੱਟੋ। ਹਾਂਜੀ ਕਿਉਂਕਿ ਮੈਂ ਨਾ ਜਦੋਂ ਇੱਥੇ 4 ਸਾਲ ਪਹਿਲਾਂ ਇੰਗਲੈਂਡ ਦੇ ਵਿੱਚ ਆਇਆ ਤੇ ਮੇਰਾ ਇੱਕ ਸਾਡਾ ਪ੍ਰੋਗਰਾਮ ਸੀ ਇੱਕ ਸ਼ਹਿਰ 'ਚ ਇੱਥੇ ਇੰਗਲੈਂਡ ਦੇ, ਚੱਲ ਨਾ ਕਾਹਨੂੰ ਲੈਣਾ ਪੈਣਾ, ਤੇ ਉੱਥੇ ਮੁੰਡਾ ਯਾਰ ਦੋਸਤ ਸੀ, ਉਹਨੇ ਪ੍ਰੋਗਰਾਮ ਰੱਖਿਆ ਤੇ ਮੈਨੂੰ ਉਹਨੇ 20 ਮਿੰਟ ਦਿੱਤੇ। ਠੀਕ ਹੈ, ਉਦੋਂ ਭਾਈ ਸਾਹਿਬ ਤੇ ਹਮਲਾ ਹੋਇਆ ਹੀ ਹੋਇਆ ਸੀ ਜੀ, ਓਕੇ, ਤੇ ਮੈਂ ਵਿੱਚ ਇਹ ਵੀ ਮੈਂਸ਼ਨ ਕਰਤਾ ਵਿੱਚ ਭਾਈ ਸਾਹਿਬ ਦੇ ਹਮਲੇ ਦਾ ਵੀ, ਠੀਕ ਹੈ, ਤੇ ਹੋਰ ਵੀ ਗੱਲਾਂ ਜਿੱਦਾਂ ਵੀ ਮਤਲਬ ਵੀ ਸਾਨੂੰ ਵੀ ਇਹ ਜਿਹੜੀ ਸੋਚ ਚੰਗੀ ਲੱਗਦੀ ਹੈ ਵੀ ਜਿਹੜੀ ਮਤਲਬ ਤਰਕ ਦੇ ਉੱਤੇ ਗੱਲ ਹੋਵੇ, ਜਿੱਦਾਂ ਗੁਰੂ ਨਾਨਕ ਗੁਰਬਾਣੀ ਸਾਰੀ ਤਰਕ ਤੇ ਹੀ ਹੈ। ਹਾਂਜੀ ਤੇ ਉਹ ਮਗਰੋਂ ਪ੍ਰਧਾਨ ਜਿਹੜਾ ਸੀ ਉਹ ਕਹਿੰਦਾ ਵੀ ਤੁਸੀਂ ਆਹ ਗੱਲਾਂ ਨਹੀਂ ਸੀ ਬੋਲਣੀਆਂ, ਜਿੰਨੇ ਸਾਰਿਆਂ ਨੂੰ ਇਕੱਠਾ ਕਰ ਲਿਆ, ਓਕੇ, ਮੈਨੂੰ ਕਹਿੰਦੇ ਵੀ ਤੁਸੀਂ ਇਦਾਂ ਨਹੀਂ ਸੀ ਬੋਲਣਾ ਤੁਸੀਂ, ਤੇ ਇਦਾਂ ਮੈਂ ਕਿਹਾ ਵੀ ਕਿਹੜੀ ਗੱਲ ਤੋਂ ਵੀ ਗੱਲ ਤਾਂ ਵਾਪਰੀ ਹੈ। ਕਹਿੰਦਾ ਮੈਨੂੰ 25 ਸਾਲ ਹੋ ਗਏ ਆ ਇੱਥੇ ਮਤਲਬ ਵੀ ਪ੍ਰਧਾਨਗੀ ਕਰਦੇ ਨੂੰ। ਹਾਂਜੀ ਮੈਂ ਕਿਹਾ ਵੀ ਮੈਂ ਬਹੁਤਾ ਤੁਹਾਡੇ ਨਾਲ, ਮੈਂ ਤਾਂ ਨਵਾਂ ਆਇਆ ਇੱਥੇ ਜੇ, ਹਾਂਜੀ ਮੈਨੂੰ ਪਤਾ ਨਹੀਂ ਜੇ ਕੀ ਸਿਸਟਮ ਆ, ਜਿਸ ਤਰ੍ਹਾਂ ਤੁਸੀਂ ਚੱਲ ਰਹੇ ਜੇ, ਜਿੰਨੀ ਤੁਹਾਡੀ ਉਮਰ ਆ ਤੁਸੀਂ ਉਨਾ ਚਿਰ ਪ੍ਰਧਾਨ ਰਹਿ ਸਕਦੇ ਤੇ ਜਿੱਦਾਂ ਤੁਸੀਂ ਚੱਲ ਰਹੇ ਜੇ। ਮੈਂ ਕਿਹਾ ਵੀ ਤੁਸੀਂ ਸਾਂਝੀ ਗੱਲ ਕਰਨੀ ਆ, ਬਿਲਕੁਲ, ਨਾ ਤੁਸੀਂ ਉਧਰ ਦੀ ਗੱਲ ਕਰਨੀ, ਨਾ ਜਦੋਂ ਤੁਸੀਂ ਸਟ੍ਰੇਟ ਵੇ ਗੱਲ ਕਰੋਗੇ ਨਾ ਉਦੋਂ ਤੁਹਾਨੂੰ ਇਹ ਗੱਲਾਂ ਸਹਿਣੀਆਂ ਪੈਣੀਆਂ। ਹਾਂਜੀ ਇਸੇ ਕਰਕੇ ਭਾਈ ਸਾਹਿਬ ਜਦੋਂ ਹੁਣ ਇਹ ਬਿਲਕੁਲ ਨੱਕ ਦੀ ਸਿਰ ਨਾਲ ਸਟ੍ਰੇਟ ਵੇ ਗੱਲ ਕਰਦੇ ਆ, ਜਦੋਂ ਹੁਣ ਅਸੀਂ ਕੀ ਆ, ਜਦੋਂ ਗੁਰਬਾਣੀ ਨੂੰ ਅੱਧਾ ਸ਼ਬਦ ਪੜ੍ਹ ਕੇ ਉਹਦੇ ਅਰਥ ਕਰਦੇ ਆ ਨਾ ਜੀ, ਹਾਂਜੀ ਉੱਥੇ ਸਾਨੂੰ ਬਹੁਤ ਜ਼ਿਆਦਾ ਸ਼ਰਮਿੰਦਗੀ ਔਰ ਬਹੁਤ ਜ਼ਿਆਦਾ ਸਾਨੂੰ ਮੁੜ ਕੇ ਦੁੱਖ ਝੇਲਣਾ ਪੈਂਦਾ ਵਾ, ਜੋ ਕਿ ਅਸੀਂ ਸਾਰੇ ਝੇਲ ਰਹੇ ਹਾਂ। ਤੇ ਜੋ ਭਾਈ ਸਾਹਿਬ ਨੇ ਉਹ ਸਾਡਾ ਪਰਦਾ ਚੱਕਿਆ। ਹਾਂਜੀ ਜਿਸ ਤਰ੍ਹਾਂ ਕਿ ਜਦੋਂ ਆਪਾਂ ਪੜ੍ਹਦੇ ਪਾਤਾਲਾਂ ਪਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨੇ ਕਵਾਤ, ਸੈਸ 18 ਕਹਿਨ ਕਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਏ ਲੇਖੇ ਨਾਨਕ, ਵੱਡਾ ਆਖੀ ਆਪੇ ਜਾਣੇ ਆਪ। ਇਹ ਗੱਲ ਸੀ ਜੋਗੀਆਂ ਦੀ, ਸਿੱਧਾਂ ਦੀ, ਬਿਲਕੁਲ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਉਹਦਾ ਲੇਖਾ ਹੋਏ ਤਾਂ ਲਿਖੀਏ। ਹਾਂਜੀ ਗੁਰੂ ਨਾਨਕ ਸਾਹਿਬ ਨੇ ਇੱਥੇ ਆਪਣਾ ਜਵਾਬ ਦਿੱਤਾ। ਜੇ ਤੁਸੀਂ ਗੱਲ ਉਹ ਪਹਿਲੋਂ ਕਰ ਦਿੰਦੇ ਜੇ ਨਾ, ਉਹ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਲਿਖਿਆ, ਉਹ ਗੁਰੂ ਨਾਨਕ ਸਾਹਿਬ ਨਹੀਂ ਹੈ। ਹਾਂਜੀ ਗੁਰੂ ਨਾਨਕ ਸਾਹਿਬ ਨੇ ਉਹ ਅੱਖਰ ਸਿਰਫ ਨੋਟ ਕੀਤੇ, ਪਰ ਆਪਣਾ ਪੱਖ ਜਿਹੜਾ ਅਗਲੇ ਪਾਸੇ ਲਿਖਿਆ ਵੀ ਜੇ ਉਹਦਾ ਲੇਖਾ ਹੋਏ ਤਾਂ ਲਿਖੀਏ। ਤੁਸੀਂ ਪਤਾਲਾਂ ਪਤਾਲ ਕਹਿੰਦੇ ਤੇ ਪਤਾ ਹੀ ਨਹੀਂ ਕਿੱਥੇ ਤੱਕ ਆ। ਹਾਂਜੀ, ਉਹਨਾਂ ਤਾਂ ਵੇਦਾਂ ਦੀ ਗੱਲ ਕੀਤੀ, ਹਾਂ, ਵੇਦਾਂ 'ਚ ਇਹ ਲਿਖਿਆ ਹੋਇਆ, ਬਸ ਕਿਤਾਬਾਂ 'ਚ ਆ ਲਿਖਿਆ। ਫਿਰ ਤੁਸੀਂ ਜਿਸ ਤਰ੍ਹਾਂ ਪੜ੍ਹਦੇ ਜੇ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲਾਗੇ ਕਾਈ। ਇਹ ਤੁਸੀਂ ਆਪਾਂ ਵੀ ਪਿੰਡਾਂ ਥਾਵਾਂ ਤੋਂ ਆਏ, ਤੁਸੀਂ ਦੇਖੋ ਸਾਧਾਂ ਦੇ ਟਰੱਕਾਂ ਤੇ ਜਦੋਂ ਉਹ ਜਾਂਦੇ ਆ ਨਾ ਤੀਰਥਾਂ ਤੇ, ਉਹਦੇ ਉੱਪਰ ਇੰਨੀ ਤੁਕ ਲਿਖੀ ਹੁੰਦੀ ਆ, ਪਰ ਇੱਥੇ ਤੁਕ ਅਧੂਰੀ ਆ। ਹਾਂਜੀ, ਤੀਰਥ ਨਹਾਈਏ ਸੁਖ ਫਲ ਪਾਈਏ, ਮੈਲ ਨਾ ਲਾਗੇ ਪਕਾਈ। ਕਹਿੰਦੇ ਇਹ ਗੋਰਖ ਪੁੱਤ ਲੋਹਾ ਰੀਪਾ ਬੋਲੇ। ਹਾਂਜੀ, ਇਹ ਗੋਰਖ ਪੁੱਤ ਦੇ ਲੋਹਾ ਰੀਪਾ ਦੀ ਗੱਲ ਵਾ, ਉਹ ਸ਼ਬਦ ਬੋਲ ਰਿਹਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੇ ਵਿੱਚ ਐਡ ਕੀਤੀ ਹੈ। ਹਾਂਜੀ, ਹੁਣ ਜਿੱਦਾਂ ਆਪਾਂ ਕਾਫੀ ਵਾਰੀ ਭਾਈ ਸਾਹਿਬ ਜੀ ਤੋਂ ਸੁਣਿਆ ਉਹਨਾਂ ਦਵਾਨੇ, ਜੋਗੀ ਗੋਰਖ ਗੋਰਖ ਕਰੇ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ। ਜੇ ਤੁਸੀਂ ਇੱਥੇ ਇਸ ਤੁਕ ਨੂੰ ਰਹਿਣ ਦਿੰਦੇ ਤੇ ਇਹਦੇ ਅਰਥ ਕੀ ਬਣਨਗੇ? ਸਾਡੇ ਵਾਸਤੇ ਕੁਝ ਵੀ ਅਰਥ ਨਹੀਂ ਗੇ। ਹਾਂਜੀ, ਪਰ ਅੱਗੇ ਕਬੀਰ ਸਾਹਿਬ ਜਿਹੜਾ ਆਪਣਾ ਨਿਰਣਾ ਦਿੰਦੇ ਵੀ ਕਬੀਰ ਕਾ ਸੁਆਮੀ ਰਹਾ ਸਮਾਏ। ਅਸੀਂ ਉਸ ਰੱਬ ਨੂੰ ਮੰਨਦੇ, ਉਸ ਪ੍ਰਮਾਤਮਾ ਨੂੰ ਮੰਨਦੇ, ਉਸ ਵਾਹਿਗੁਰੂ ਮੰਨਦੇ ਆ ਜਿਹੜਾ ਤੇਰੇ ਤੇ ਮੇਰੇ ਵਿੱਚ ਵਾ, ਜਿਹੜਾ ਇੱਕ ਓੰਕਾਰ ਵਾ, ਜਿਹਦੀ ਇੱਕ ਦੇ ਵਿੱਚ ਮੈਂ ਵੀ ਆਉਣਾ ਤੇ ਤੁਸੀਂ ਵੀ ਆਉਂਦੇ ਜੀ। ਇੱਕ ਓੰਕਾਰ ਉਹ ਨਹੀਂ ਜਿਹੜਾ ਕਹਿੰਦਾ ਵਾ, ਜੋਗੀ ਕਹਿੰਦਾ ਵੀ ਗੋਰਖ ਗੋਰਖ ਆ, ਤੇ ਜਿਹੜਾ ਹਿੰਦੂ ਕਹਿੰਦਾ ਵੀ ਰਾਮ ਨਾਮ ਆ, ਤੇ ਜਿਹੜਾ ਮੁਸਲਮਾਨ ਕਾ ਇੱਕ ਖੁਦਾਏ ਆ, ਤੇ ਜਾਂ ਕ੍ਰਿਸਚਨ ਕਹਿੰਦੇ ਆ ਵੀ ਇੱਕ ਰੱਬ ਵਾ।
ਅਸੀਂ ਉਹ ਨਹੀਂ, ਉਹਨਾਂ ਤੋਂ ਉੱਪਰ ਬਿਲਕੁਲ ਅਸੀਂ ਉਹਨੂੰ ਮੰਨਦੇ ਆ ਜਿਹੜਾ ਮੇਰੇ ਵਿੱਚ ਵਾ, ਆਪਣਾ ਹੱਥੀਂ ਆਪਣਾ ਆਪੇ ਹੀ ਕਾਹ ਸਵਾਰੀ ਵਾਲੀ ਗੱਲ ਜੀ ਜਿਹੜਾ ਗੁਰੂ ਨਾਨਕ ਸਾਹਿਬ ਕਰਦੇ ਆ, ਹਾਂਜੀ ਅਸੀਂ ਉਸ ਰੱਬ ਨੂੰ ਮੰਨਦੇ ਆ। ਬਿਲਕੁਲ ਜੀ ਬਿਲਕੁਲ ਹਾਂ ਬਿਲਕੁਲ ਇਸੇ ਤਰੀਕੇ ਨਾਲ ਆਪਾਂ ਜਿਹੜੀ ਗੱਲਬਾਤ ਹੈ ਉਹਨੂੰ ਅੱਗੇ ਜਾਰੀ ਰੱਖਦੇ ਹੋਏ ਜਦੋਂ ਆਪਾਂ ਅੱਜ ਦੇਖਦੇ ਹਾਂ ਜੀ ਜੋ ਹੁਣ ਤੱਕ ਸਮੀਕਰਨ ਬਣੇ ਹੋਏ ਨੇ, ਜੀ ਪਿਛਲੇ ਦਸੰਬਰ ਦੇ ਵਿੱਚ ਤੁਸੀਂ ਵਾਚ ਕੀਤਾ, ਆਪਾਂ ਪਿਛਲੇ ਸਾਲ ਹੀ ਇਸ ਆਪਣੇ ਗੁਰਦੁਆਰਾ ਖਾਲਸਾ ਦਰਬਾਰ ਦੀ ਜਿਹੜੀ ਨੀਂਹ ਹੈ ਉਹ ਇੰਗਲੈਂਡ ਵਿੱਚ ਰੱਖੀ ਸੀ। ਜੀ ਉਸ ਤੋਂ ਬਾਅਦ ਇਹਨਾਂ ਨੂੰ ਭੱਜਣਾ ਪੈਣੀਆਂ ਸੀਗੀਆਂ, ਆਮ ਸੀ ਗੱਲ, ਜੀ। ਕਿਉਂਕਿ ਸੋਚਿਆ ਨਹੀਂ ਸੀਗਾ ਇਸ ਵੱਡੀ ਧਿਰ ਨੇ ਕਿ ਕੋਈ ਇਹੋ ਜਿਹਾ ਇੱਕ ਸੰਸਥਾ ਦੀ ਜਿਹੜੀ ਸਥਾਪਨਾ ਇੰਗਲੈਂਡ ਵਿੱਚ ਵੀ ਹੋ ਸਕਦੀ, ਕਿਉਂਕਿ ਇੰਗਲੈਂਡ ਨੂੰ ਇਹ ਆਪਣਾ ਕਬਜ਼ਾ ਸਮਝਦੇ। ਬਿਲਕੁਲ ਉਸ ਸਮਝਣ ਦੇ ਵਿੱਚ ਜਦੋਂ ਖਾਲਸਾ ਦਰਬਾਰ ਗੁਰਦੁਆਰੇ ਦੀ ਨੀਂਹ ਰੱਖੀ ਗਈ, ਗੁਰਦੁਆਰਾ ਸਥਾਪਿਤ ਕੀਤਾ ਗਿਆ, ਜੀ ਬੜੀ ਮਿਹਨਤ ਕੀਤੀ, ਜੀ ਅੱਗ ਤਾਂ ਦਿਲ 'ਚ ਪਹਿਲਾਂ ਹੀ ਬਲਦੀ ਸੀ। ਜੀ 2016 ਤੋਂ ਹੀ ਉਹ ਅੱਗ ਇਹਨਾਂ ਬੰਦਿਆਂ ਵੱਲੋਂ ਬਾਲ ਦਿੱਤੀ ਗਈ ਸੀ ਸਾਡੇ ਦਿਲਾਂ ਦੇ ਵਿੱਚ ਬਿਲਕੁਲ ਕਿ ਇਹਨਾਂ ਨੇ ਜਿਹੜਾ ਹਮਲਾ ਕਰਕੇ ਭਾਈ ਭੁਪਿੰਦਰ ਸਿੰਘ ਦਾ ਕਤਲ ਕੀਤਾ। ਜੀ ਉਸ ਬਲਦੀ ਅੱਗ ਦੇ ਉੱਤੇ ਜਦੋਂ ਪੂਰੀ ਮਿਹਨਤ ਦੇ ਨਾਲ ਅਸੀਂ ਉਹ ਸੰਸਥਾ ਤਿਆਰ ਕੀਤੀ, ਜੀ ਜਦੋਂ ਉਸ ਦਾ ਇਹਨਾਂ ਨੇ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਬੰਦ ਕਰਾਉਣ ਤੱਕ ਉਹ ਗੁਰਦੁਆਰਾ ਗਏ, ਬਿਲਕੁਲ ਉਸ ਅੱਗ ਦੇ ਉੱਤੇ ਤੇਲ ਪਾਉਣ ਦਾ ਕੰਮ ਫੇਰ ਤੋਂ ਇਹਨਾਂ ਵੱਡੀਆਂ ਧਿਰਾਂ ਵੱਲੋਂ ਕੀਤਾ ਗਿਆ। ਬਿਲਕੁਲ ਅੱਜ ਉਹ ਅੱਗ ਸਾਡੇ ਕੋਲ ਦੂਣੇ ਸਪੀਡ ਨਾਲ ਮਚ ਰਹੀ ਹੈ ਸਾਡੇ ਜੀ। ਅੰਦਰ, ਅਤੇ ਕੋਸ਼ਿਸ਼ ਵੀ ਅਸੀਂ ਇਹੀ ਕਰਾਂਗੇ ਕਿ ਇਹਨੂੰ ਇਸੇ ਤਰੀਕੇ ਨਾਲ ਰਹਿੰਦੀ ਜ਼ਿੰਦਗੀ ਤੱਕ ਜੀ। ਮੱਚਦਾ ਰੱਖੀਏ, ਬਿਲਕੁਲ ਕਿਉਂਕਿ ਜਿੰਨੀ ਮਿਹਨਤ ਦੇ ਨਾਲ ਮੈਂ ਖੁਦ ਦੇਖਿਆ ਕਿ ਸੰਗਤ ਨੂੰ ਕਿੰਨਾ ਚਾਅ ਸੀ ਜਦੋਂ ਜੀ। ਗੁਰਦੁਆਰਾ ਦੀ ਸਥਾਪਨਾ ਕੀਤੀ ਗਈ, ਬਹੁਤ ਦਿਨ ਰਾਤ ਇੱਕ ਕਰਕੇ ਬਿਲਕੁਲ ਬਿਲਕੁਲ ਗੁਰਦੁਆਰਾ ਸਥਾਪਿਤ ਕੀਤਾ ਗਿਆ। ਬਿਲਕੁਲ ਇਹਨਾਂ ਬੰਦਿਆਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਕਿਉਂਕਿ ਕਾਰਨ ਤਾਂ ਵਿੱਚੋਂ ਹੋਰ ਸੀ। ਕਾਰਨ ਤਾਂ ਇਹ ਸੀਗਾ ਕਿ ਕੋਈ ਇਹੋ ਜਿਹੀ ਸੰਸਥਾ ਇੱਥੇ ਬਣਨੀ ਨਹੀਂ ਚਾਹੀਦੀ ਜਿਹੜੀ ਕਿ ਗੁਰਬਾਣੀ ਦੇ ਸਹੀ ਸਿਧਾਂਤ ਦੀ ਗੱਲ ਕਰ ਸਕੇ, ਜੀ। ਕਿਉਂਕਿ ਗੱਲ ਤਾਂ ਸਿਰਫ ਉਹੀ ਕਰ ਸਕਦਾ ਹੈ ਨਾ ਜਿਹੜਾ ਇਹਨਾਂ ਦੇ ਸਿਧਾਂਤਾਂ ਤੇ ਚੱਲਦਾ। ਜੀ ਜਿੰਨਾ ਚਿਰ ਇਹਨਾਂ ਨਾਲ ਚੱਲਦੇ ਆ ਤਾਂ ਤੁਸੀਂ ਕੁਝ ਵੀ ਸਥਾਪਿਤ ਰੱਖ ਸਕਦੇ ਆ, ਅਤੇ ਉਹ ਗੁਰਦੁਆਰਾ ਜਿਹੜਾ ਆ ਉਹ ਇਹ ਬੰਦ ਕਰਾਉਣ ਤੱਕ ਗਿਆ ਤੇ ਗੁਰਦੁਆਰਾ ਜਿਹੜਾ ਆ ਉਹ ਬੰਦ ਕਰਨਾ ਪਿਆ। ਜੀ ਮੈਂ ਉਹਨੂੰ ਵੇਖਦਾ ਸੀ ਸਾਰੇ ਸਮੀਕਰਨ ਨੂੰ ਕਿ ਇਹ ਇੱਕ ਟੀਵੀ ਦੀ ਇੰਟਰਵਿਊ ਤੇ ਇੱਕ ਇਹਨਾਂ ਦੇ ਵਿੱਚੋਂ ਕਹਿ ਰਿਹਾ ਸੀ ਕਿ ਦੇਖੋ ਜੀ ਗੁਰਦੁਆਰਾ ਪਹਿਲਾ ਸੀਗਾ ਜ਼ਿੰਦਗੀ ਜਿਹੜਾ ਮੈਂ ਦੇਖਿਆ ਬੰਦ ਹੋ ਗਿਆ, ਹਨਾ। ਬੜੇ ਖੁਸ਼ੀ ਦੇ ਨਾਲ ਉਹ ਇਹ ਗੱਲ ਕਹਿ ਰਿਹਾ ਸੀ, ਪਹਿਲਾ ਗੁਰਦੁਆਰਾ ਦੇਖਿਆ ਜੀ ਉਹਦੀਆਂ ਇਹਨਾਂ ਤੋਂ ਜੀ ਬੈਲ ਨਹੀਂ ਦੇ ਹੋਏ ਤਾਂ ਬੰਦ ਕੀਤਾ ਗਿਆ, ਜਦ ਕਿ ਸਮੀਕਰਨ ਸਾਰੀਆਂ ਦੁਨੀਆ ਦੇ ਮੋਹਰੇ ਆਹ ਤਾਂ ਪਤਾ ਹੀ ਹੈ। ਉਹ ਗੁਰਦੁਆਰਾ ਬੰਦ ਕਿਉਂ ਹੋਇਆ, ਸਾਰਿਆਂ ਨੂੰ ਪਤਾ ਹੈ ਕਿ ਉਹਦਾ ਕਾਰਨ ਕੀ ਸੀ ਗੁਰਦੁਆਰਾ ਬੰਦ ਹੋਣ ਦਾ, ਕਿਉਂਕਿ ਆਮ ਲੋਕਾਂ ਤੱਕ ਜਦੋਂ ਧਮਕੀਆਂ ਦੇਣੀਆਂ, ਜਦੋਂ ਬਾਹਰ ਤੱਕ ਆ ਕੇ ਇਹੋ ਜਿਹੇ ਗੁਜ਼ਾਰੇ ਕਰਨੇ ਤੇ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਗਈਆਂ, ਉਸ ਤੋਂ ਬਾਅਦ ਉਹ ਗੁਰਦੁਆਰਾ ਬੰਦ ਕਰਨ ਦਾ ਡਿਸੀਜਨ ਜਿਹੜਾ ਲੈਣਾ ਪਿਆ। ਜੀ ਜਦੋਂ ਆਪਾਂ ਇਹਨਾਂ ਨੂੰ ਦੇਖਦੇ ਹਾਂ ਕਿ ਇਹ ਧਿਰਾਂ ਦਾ ਗੁਰੂ ਘਰਾਂ ਨਾਲ ਇਹ ਕਹਿੰਦੇ ਸਾਡਾ ਬਹੁਤ ਪਿਆਰ ਹੈ, ਹਨਾ ਜੀ, ਪਰ ਉਹ ਵੀ ਕਿਤੇ ਨਾ ਕਿਤੇ ਫਿਰ ਆਪਾਂ ਨੂੰ ਦਿਸਣ ਲੱਗ ਪੈਂਦਾ ਨਹੀਂ ਭਾਈ, ਜੋ ਭਾਈ ਰਣਜੀਤ ਸਿੰਘ ਕਹਿੰਦੇ ਆ ਨਾ ਕਿ ਪਿਆਰ ਪਿਉਰ ਇਹਨਾਂ ਦਾ ਕਿਸੇ ਨਾਲ ਨਹੀਂਗਾ ਭਾਈ, ਇਹਨਾਂ ਦਾ ਪਿਆਰ ਸਿਰਫ ਇਹਨਾਂ ਦੀਆਂ ਬ੍ਰਾਹਮਣਵਾਦੀ ਮਨੌਤਾਂ ਨਾਲ, ਹੋਰ ਇਹਨਾਂ ਦਾ ਪਿਆਰ ਨਹੀਂ, ਸਿੱਖੀ ਨਾਲ ਕੋਈ ਪਿਆਰ ਨਹੀਂ ਇਹਨਾਂ ਦਾ, ਗੁਰੂ ਗ੍ਰੰਥ ਸਾਹਿਬ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ, ਕਿਉਂਕਿ ਗੁਰਦੁਆਰਾ ਤਾਂ ਗੁਰਦੁਆਰਿਆਂ ਵਰਗਾ ਹੀ ਬਿਲਕੁਲ ਬਿਲਕੁਲ ਉੱਥੇ ਅਕਾਲ ਤਖਤ ਦੀ ਰਹਿਤ ਮਰਿਆਦਾ ਜਿਹੜੀ ਲਾਗੂ ਸੀ, ਜੀ ਹਨਾ, ਗੁਰੂ ਸਾਹਿਬ ਦਾ ਪੂਰਨ ਸਤਿਕਾਰ ਕੀਤਾ ਜਾਂਦਾ ਸੀ, ਬਿਲਕੁਲ, ਪਰ ਉਸ ਦਾ ਜਿਹੜਾ ਵਿਰੋਧ ਹੈ ਜੀ ਉਹ ਇਹਨਾਂ ਵੱਲੋਂ ਪੂਰਨ ਤਰੀਕੇ ਦੇ ਨਾਲ ਜਿਹੜਾ ਕੀਤਾ ਗਿਆ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਜਿਹੜਾ ਬੰਦ ਕਰਨ ਦਾ ਸਮੀਕਰਨ ਆਉਂਦਾ, ਹਾਂਜੀ, ਸਾਡੇ ਦਿਲਾਂ ਦੇ ਵਿੱਚ ਹੋਰ ਅੱਗ ਬਾਲੀ ਗਈ ਜੀ। ਇਹਦੇ ਨਾਲ, ਤੇ ਸਾਨੂੰ ਇਸ ਚੀਜ਼ ਦਾ ਹੋਰ ਮੋਹਰ ਲੱਗ ਗਈ ਕਿ ਭਾਈ ਇਹ ਕਿਸੇ ਗੁਰੂ ਦੇ ਸਕੇ ਨਹੀਂ, ਇਹ ਕਿਸੇ ਗੁਰੂ ਦੇ ਸਿਧਾਂਤਾਂ ਦੇ ਸਕੇ ਨਹੀਂ, ਜੀ ਇਹ ਸਿੱਖੀ ਦੇ ਕੋਈ ਸਕੇ ਨਹੀਂ, ਇਹ ਸਕੇ ਆ ਤਾਂ ਸਿਰਫ ਆਪੋ ਆਪਣੀਆਂ ਧਿਰਾਂ ਦੇ ਆ, ਨਾ ਕਿ ਇਹ ਗੁਰੂ ਦੇ। ਕਿਉਂਕਿ ਜੇ ਕੋਈ ਵਿਰੋਧੀ ਇਹਨਾਂ ਦਾ ਉਸੇ ਗੁਰੂ ਨੂੰ ਉਸੇ ਪਿਆਰ ਨਾਲ ਰੱਖਦਾ ਹੈ ਜੀ ਤਾਂ ਉਹ ਗੁਰੂ ਵੀ ਇਹਨਾਂ ਦਾ ਵਿਰੋਧੀ ਹੋ ਜਾਂਦਾ, ਫਿਰ ਉਹ ਗੁਰੂ ਇਹਨਾਂ ਦਾ ਕੁਝ ਨਹੀਂ ਲੱਗਦਾ। ਬਿਲਕੁਲ, ਜਦੋਂ ਕਹਿੰਦੇ ਆ, ਜਦੋਂ ਇਹ ਇਲਜ਼ਾਮ ਲਾਉਂਦੇ ਆ ਕਿ ਢੱਡਰੀਆਂ ਵਾਲੇ ਗੁਰੂ ਸਾਹਿਬ ਨੂੰ ਆਮ ਇਨਸਾਨ ਕਹਿੰਦੇ ਆ, ਹਾਂਜੀ ਹਾਂਜੀ, ਹਨਾ, ਇਹਨਾਂ ਦਾ ਕਾਮਨ ਇਲਜ਼ਾਮ ਹੁਣ ਤੱਕ ਇਹ ਲਾਇਆ, ਬਿਲਕੁਲ ਬਿਲਕੁਲ, ਜਿਹਦਾ ਪਿੱਛੇ ਜਿਹਾ ਢੱਡਰੀਆਂ ਨੇ ਵੀਡੀਓ ਕੱਢ ਕੇ ਜਿਹਦੇ ਵਿੱਚ ਪੂਰਾ ਉਹ ਇੱਕ ਤਰੀਕੇ ਨਾਲ ਐਕਸਪਲੇਨ ਬੜਾ explain ਵਧੀਆ ਤਰੀਕੇ ਨਾਲ, ਸੀ, ਹਾਂਜੀ। ਉਹ ਆਮ ਇਨਸਾਨ ਬਿਲਕੁਲ ਸੀ, ਪਰ ਉਹਨਾਂ ਦੇ ਕੰਮ ਜਿਹੜੇ ਸੀ ਹਾਂ। ਉਹ ਉੱਚੇ ਸੀ। ਬਸ ਤੇ ਤੁਸੀਂ ਕੋਸ਼ਿਸ਼ ਕਰਨਾ ਹੈ, ਅਸੀਂ ਆਮ ਬੰਦਿਆਂ ਨੇ ਕੋਸ਼ਿਸ਼ ਕਰਨਾ ਹੈ ਉੱਥੇ ਤੱਕ ਪਹੁੰਚਣ ਦੀ, ਆਪਣੇ ਆਮ ਸਰੀਰਾਂ ਦੇ ਵਿੱਚ ਖਾਸ ਦਿਮਾਗ ਨੂੰ ਵਰਤ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਨੀ ਹੈ। ਜਦੋਂ ਆਪਾਂ ਉਹ ਸਮੀਕਰਨ ਦੇਖਦੇ ਹਾਂ, ਪਰ ਕਿਉਂਕਿ ਇਹਨਾਂ ਦਾ ਗੁਰੂ ਤਾਂ ਕਰਾਮਾਤੀ ਹੈ, ਹਾਂ, ਕਿਉਂਕਿ ਉਹ ਕਰਾਮਾਤਾਂ ਦਾ ਭਰਿਆ ਹੋਇਆ, ਉਹ ਤਾਂ ਕੁਝ ਵੀ ਕਰ ਸਕਦਾ, ਚੁਟਕੀਆਂ ਦੇ ਵਿੱਚ ਕਰ ਸਕਦਾ, ਹਾਂ, ਤੇ ਪਰ ਜਦੋਂ ਉਸੇ ਹੀ ਗੁਰੂ ਦੇ ਸਤਿਕਾਰ ਦੇ ਵਿੱਚ ਉਸਾਰੀ ਹੋਈ ਇੱਕ ਬਿਲਡਿੰਗ, ਜਦੋਂ ਉਸ ਗੁਰੂ ਸਾਹਿਬਾਨਾਂ ਦੀਆਂ ਉਹ ਸਾਰੀਆਂ ਕਰਾਮਾਤ ਤੇ ਸਾਖੀਆਂ ਨਹੀਂ ਸੁਣਾਉਂਦੀ, ਜੀ, ਤਾਂ ਉਹਦੇ ਵੀ ਇਹ ਵਿਰੋਧੀ ਹੋ ਜਾਂਦੇ ਆ। ਉਹ ਗੁਰਦੁਆਰਾ ਇਹਨਾਂ ਲਈ ਗੁਰਦੁਆਰਾ ਨਹੀਂ ਰਹਿੰਦਾ, ਉਹ ਵੀ ਇਹਨਾਂ ਲਈ ਕੁਝ ਹੋਰ ਬਣ ਕੇ ਰਹਿ ਜਾਂਦਾ। ਸੋ ਇੱਥੋਂ ਕਹਿਣਾ ਬਣਦਾ ਹੈ ਕਿ ਇਹਨਾਂ ਦਾ ਗੁਰੂ ਨਾਲ ਪਿਆਰ ਨਹੀਂ। ਉਹੀ ਗੱਲ ਨਾ, ਜਦੋਂ ਸਰੂਪ ਸਿੰਘ ਦਾ, ਬਾਬਾ ਸਰੂਪ ਸਿੰਘ ਦਾ ਮੁੰਡਾ ਜਦੋਂ ਗੱਲ ਕਰਦਾ ਵਾ, ਹਾਂਜੀ,
ਉਹ ਉਸ ਗੱਲ ਨੂੰ ਛੱਡ ਕੇ ਇਹ ਗੱਲਾਂ ਜਿਹੜੀਆਂ ਨਾ, ਜਿਸ ਤਰ੍ਹਾਂ ਸਰੋਵਰ ਨੂੰ ਨਹੀਂ ਮੰਨਦੇ, ਉਹ ਦਰਬਾਰ ਸਾਹਿਬ ਨੂੰ ਨਹੀਂ ਮੰਨਦੇ, ਉਹ ਬਿਲਡਿੰਗ ਨੂੰ ਆਮ ਬਿਲਡਿੰਗ ਕਹਿੰਦੇ ਨੇ, ਉਹ ਗੁਰੂ ਸਾਹਿਬ ਨੂੰ ਆਮ ਇਨਸਾਨ ਕਹਿੰਦੇ ਨੇ। ਜਦੋਂ ਤੁਸੀਂ ਦੇਖੋ ਜਿਹੜੀ ਗੱਲ 40-45 ਮਿੰਟ ਦੇ ਵਿੱਚ ਹੋਈ ਹੋਵੇ ਨਾ, ਉਹਨੂੰ ਤੁਸੀਂ 2-4 ਮਿੰਟ ਦੇ ਵਿੱਚ ਨਹੀਂ ਐਕਸਪਲੇਨ ਕਰ ਸਕਦੇ, ਕਿਉਂਕਿ ਉਹ ਬੜੀ ਲਾਈਨ ਦੇ ਵਿੱਚ ਗੱਲ ਭਾਈ ਸਾਹਿਬ ਨੇ ਕੀਤੀ ਆ ਕਿ ਜਦੋਂ ਭਗਤ ਕਬੀਰ ਸਾਹਿਬ ਉਸ ਟਾਈਮ ਪੁਜਾਰੀ ਨੂੰ ਕਹਿਣ ਡੇ ਵੀ ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਤੋਂ ਆਣ ਬਾਟ ਕਾਹੀ ਨਹੀਂ ਆਇਆ, ਕਿੰਨੀ ਵੱਡੀ ਚੋਟ ਆ। ਤੇ ਗੁਰੂ ਨਾਨਕ ਸਾਹਿਬ ਜੀ ਦਸੇ ਪਾਤਸ਼ਾਹ 35 ਮਹਾਂਪੁਰਖ ਜਿਹੜੇ ਆ ਉਹ ਇਸ ਤਰ੍ਹਾਂ ਹੀ ਮਾਂ ਦੇ ਪੇਟੋਂ ਹੀ ਪੈਦਾ ਹੋਏ ਆ। ਤੇ ਇਸ ਕਰਕੇ ਉਹਨਾਂ ਦੇ ਇੰਨੇ ਮਹਾਨ ਕੰਮ ਕਿ ਉਹ ਸਾਡੇ ਪਾਤਸ਼ਾਹ ਬਣ ਕੇ ਅੱਜ ਤਖਤਾਂ ਦੇ ਬਿਰਾਜਮਾਨ। ਬਿਲਕੁਲ। ਕੀ ਗੱਲ ਅਸੀਂ ਉਹਨਾਂ ਨੂੰ ਨਮਸਕਾਰ ਨਹੀਂ ਕਰਦੇ? ਸਭ ਕੁਝ ਕਰਦੇ, ਸਾਡੇ ਉਹ ਪਾਤਸ਼ਾਹ ਵਾ, ਪਾਤਸ਼ਾਹਾਂ ਦੇ ਪਾਤਸ਼ਾਹ ਵਾ, ਕਿਉਂਕਿ ਸਾਨੂੰ ਉਸ ਟਾਈਮ ਤੇ ਉਹ ਗੱਲ ਕਹਿਣੀ। ਹਾਲਾਂਕਿ ਉਦੋਂ ਗੱਲਾਂ ਭਾਵੇਂ ਉਹ ਹੈ ਸੀ, ਗੱਲਾਂ ਪਹਿਲਾਂ ਵੀ ਕਿਸੇ ਨੇ ਕੀਤੀਆਂ, ਪਰ ਇੰਨੀ ਯੁਰਤ ਦੇ ਨਾਲ, ਇੰਨੀ ਦਲੇਰੀ ਦੇ ਨਾਲ, ਇੰਨੀ ਕਲੈਰਿਟੀ ਦੇ ਨਾਲ ਕਿਸੇ ਨੇ ਨਹੀਂ ਕੀਤੀਆਂ ਜਿੰਨੀਆਂ ਗੁਰੂ ਨਾਨਕ ਸਾਹਿਬ ਜਾਂ ਭਗਤ ਕਬੀਰ ਸਾਹਿਬ ਜਿਨ੍ਹਾਂ ਨੇ ਵੀ ਕੀਤੀਆਂ। ਬਿਲਕੁਲ। ਤੇ ਇਸ ਕਰਕੇ ਉਹ ਗੱਲ ਨੂੰ ਮੈਨੂਪੂਲੇਟ ਕਰਕੇ ਜਦੋਂ ਕਰਦੇ ਆ ਨਾ ਗੱਲ, ਬਿਲਕੁਲ ਹੀ ਉਹਦਾ ਕਨਸੈਪਟ ਬਦਲ ਦਿੰਦੇ ਆ। ਬਿਲਕੁਲ। ਸਾਰੀ ਗੱਲ ਨੂੰ ਬਦਲ ਕੇ ਉਹ ਜਦੋਂ ਮੂਹਰੇ ਰੱਖਦੇ ਆ, ਕਿਉਂਕਿ ਇਹਨਾਂ ਦਾ ਆਪਣਾ ਹੈ ਨਾ ਵਿੱਚ। ਹਾਂਜੀ, ਬਸ ਇਹ ਵਿਰੋਧ ਦੇ ਵਿੱਚ ਚੱਲਦੇ ਨੇ। ਹਾਂਜੀ। ਇਹਨਾਂ ਤੋਂ ਨਾ ਤਾਂ ਕੋਈ ਆਮ ਨੌਜਵਾਨੀ ਨੂੰ ਅੱਜ ਦੇਣ ਨੂੰ ਕੁਛ ਇਹਨਾਂ ਕੋਲ ਬਚਿਆ। ਬਿਲਕੁਲ। ਜਿਹੜੀ ਅੱਜ ਦੀ ਜਵਾਨੀ ਹੈ, ਅੱਜ ਦਾ ਆਮ ਨੌਜਵਾਨ ਜੋ ਸਕੂਲਾਂ 'ਚ ਪੜ੍ਹ ਕੇ, ਕਾਲਜਾਂ 'ਚ ਪੜ੍ਹ ਕੇ ਅੱਗੇ ਜਾਂਦਾ, ਬਿਲਕੁਲ, ਜਦੋਂ ਉਹ ਸਿੱਖੀ ਨੂੰ ਦੇਖਦਾ ਹੈ ਨਾ, ਉਹ ਇੱਕੋ ਚੀਜ਼ ਕਰਦਾ, ਉਹ ਬਾਗੀ ਹੁੰਦਾ। ਉਹ ਕਹਿੰਦਾ ਛੱਡ ਯਾਰ, ਇਹਨਾਂ 'ਚ ਕੁਛ ਨਹੀਂ ਰੱਖਿਆ ਹੈ ਨਾ। ਕਹਿੰਦੇ ਸਾਰਾ ਦਿਨ ਜਿਹੜੇ ਗੁਰਦੁਆਰਿਆਂ ਵਾਲੇ ਸਾਰਿਆਂ ਨੂੰ ਪਤਾ ਹੈ ਕਿ ਯਾਰ ਇਹ ਬੰਦੇ ਝੂਠ ਬੋਲਦੇ ਆ, ਇਹ ਸਾਰੀਆਂ ਗੱਲਾਂ ਦੇ ਕਰਕੇ ਉਹ ਇੱਕ ਤਰੀਕੇ ਨਾਲ ਸਾਰਾ ਕੁਝ ਛੱਡ ਕੇ ਪਾਸੇ ਹੋ ਜਾਂਦਾ। ਬਿਲਕੁਲ। ਆਮ ਨੌਜਵਾਨ ਜੀ ਜਦੋਂ ਗੱਲ ਢੱਡਰੀਆਂ ਵਾਲਿਆਂ ਨੇ ਸ਼ੁਰੂ ਕੀਤੀ ਤਾਂ ਉਹ ਗੱਲ ਆਮ ਨੌਜਵਾਨ ਦੇ ਕੋਟ ਹੋਣੀ ਸ਼ੁਰੂ ਹੋਈ। ਭਾਈ ਇਹ ਹੈ ਕੀ ਅਸਲ? ਬਿਲਕੁਲ। ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅਸਲ 'ਚ ਹੈ ਕੀ ਸੀ? ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਸਲ 'ਚ ਕੀ ਸੀਗੀ? 10 ਗੁਰੂਆਂ ਸਾਹਿਬਾਨਾਂ ਦੀ ਸਿੱਖਿਆ ਕੀ ਸੀ? ਕਿਉਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ? ਇਹਨਾਂ ਦੇ ਸੂਰਜ ਪ੍ਰਕਾਸ਼ ਵਰਗੇ ਗ੍ਰੰਥਾਂ ਵਿੱਚ ਤਾਂ ਗੁਰੂ ਸਾਹਿਬ ਦਾ ਆਉਣਾ ਵੀ ਅਨਨੈਚੁਰਲ ਸੀ ਤੇ ਜਾਣਾ ਵੀ ਅਨਨੈਚੁਰਲ ਸੀ। ਨਾ ਉਹ ਆਏ ਸਹੀ ਤਰੀਕੇ ਨਾਲ ਤੇ ਨਾ ਉਹ ਗਏ ਸਹੀ ਤਰੀਕੇ ਨਾਲ। 10 ਪਾਤਸ਼ਾਹੀਆਂ ਦੀਆਂ ਦੇਹਾਂ ਜਦੋਂ ਇਸ ਦੁਨੀਆ ਤੋਂ ਜਾਂਦੀਆਂ ਨੇ ਹਨਾ, ਜੋ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ, ਗੱਲ ਤਾਂ ਉਦੋਂ ਵੀ ਇਹੀ ਚੱਲੀ ਸੀ ਨਾ ਗੁਰਦੁਆਰਾ ਸਾਹਿਬ ਦੇ ਵਿੱਚ। ਅੱਜ ਤੱਕ ਇਹ ਸਬੂਤ ਨਹੀਂ ਦੇ ਸਕੇ ਕਿ ਉਹਨਾਂ ਦਾ ਉਹ ਅੰਤਿਮ ਸੰਸਕਾਰ ਵੇਲੇ ਉਹ ਦੇਹਾਂ ਦਾ ਬਿਲਕੁਲ ਸਿਰਫ ਸ਼ਬਦਾਂ ਦਾ ਹੇਰ ਫੇਰ ਹੋਇਆ ਉਦੋਂ ਭਾਈ ਹਰਿੰਦਰ ਸਿੰਘ ਹੋਣਾ ਕੋਲੋਂ, ਮਤਲਬ ਕਿਉਂਕਿ ਇੰਗਲੈਂਡ ਦੇ ਬੋਰਨ ਇੱਥੇ ਨਹੀਂ ਇੰਨੀ ਵੋਕੈਬਲਰੀ ਆਉਂਦੀ, ਪਤਾ ਨਹੀਂ ਲੱਗਦਾ। ਹਾਂ, ਸਿੰਪਲ ਕੁਐਸਚਨ ਸੀ। ਦੱਸੋ ਤਾਂ ਸਹੀ, ਨਾਨਕ ਪਾਤਸ਼ਾਹ ਦੀ ਜਿਹੜੀ ਹੈ ਉਹਦਾ ਕੀ ਹੋਇਆ ਅੰਤਲੇ ਸਮੇਂ 'ਚ? ਕੀ ਉਹ ਸਣੇ ਇਸ ਤਰੀਕੇ ਨਾਲ ਚਾਦਰ ਛੱਡ ਕੇ ਦੇ ਚਲੇ ਗਏ ਸੀ? ਕੀ ਇਹ ਪੋਸੀਬਿਲਿਟੀ ਹੈ? ਸਵਾਲ ਤਾਂ ਉੱਥੇ ਖੜਾ ਜੇ। ਸਵਾਲ ਅਜੇ ਵੀ ਉੱਥੇ ਦਾ ਬਿਲਕੁਲ। ਗੁਰਦੁਆਰਾ ਇਹਨਾਂ ਨੇ ਬੰਦ ਕਰਾ ਦਿੱਤਾ, ਪੂਰਨ ਤੌਰ ਤੇ ਵਿਰੋਧ ਕੀਤਾ, ਆ ਕੇ ਬਾਹਰ ਬੀਬੀਆਂ ਬੱਚਿਆਂ ਨੂੰ ਗਾਲਾਂ ਕੱਢੀਆਂ ਗਈਆਂ। ਬਿਲਕੁਲ ਜੀ। ਹਨਾ, ਕਿਸ ਤਰੀਕੇ ਦੇ ਨਾਲ ਇਹਨਾਂ ਨੇ ਹਨਾ ਉਹ ਸਾਰਾ ਕੁਝ ਕੀਤਾ ਗਿਆ। ਜਦੋਂ ਭਾਈ ਰਣਜੀਤ ਸਿੰਘ ਦੇ ਉੱਤੇ ਵੀ ਇਹਨਾਂ ਨੇ ਹਮਲੇ ਜਿਹੜੇ ਕੀਤੇ ਅਮਰੀਕਾ ਕੈਨੇਡਾ ਦੇ ਵਿੱਚ, ਜਿਹੜੇ ਕਿ ਮੇਰੇ ਅੱਖੀਂ ਦੇਖਣ ਦੇ ਮੂਹਰੇ ਜੋ ਸਾਰਾ ਕੁਝ ਹੁਣ ਤੱਕ ਆਇਆ ਜੀ, ਉਸ ਤੋਂ ਬਾਅਦ ਇਹੀ ਪਤਾ ਲੱਗਦਾ ਕਿ ਇਹ ਸਵਾਲਾਂ ਦੇ ਜਵਾਬ ਦੇਣ ਦੇ ਕਾਬਿਲ ਨਹੀਂ ਗਏ। ਹਾਂਜੀ। ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹੈਗੇ ਹਨਾ। ਇਹਨਾਂ ਕੋਲ ਕੀ ਹੈ? ਐਂਡ ਦੇ ਵਿੱਚ ਇੱਕੋ ਹੀ ਹਥਿਆਰ ਬਚਦਾ ਹੈ, ਬਸ ਅਗਲੇ ਦਾ ਕਰੈਕਟਰ ਦੇ ਉੱਤੇ। ਕਰੈਕਟਰ ਤਾਂ ਮਿੰਟਾਂ 'ਚ ਹੀ ਕਰ ਦਿੰਦੇ ਆ ਜੀ ਹਨਾ ਜੀ। ਕਰੈਕਟਰ ਅਸੈਸੀਨੇਸ਼ਨ ਕਰਨ ਤੋਂ ਬਾਅਦ ਤੁਸੀਂ ਇਹਨਾਂ ਤੇ ਨਿੱਜੀ ਹਮਲੇ ਕਰੋ, ਫਿਰ ਪਰਿਵਾਰਕ ਹਮਲੇ। ਜੇ ਪਰਿਵਾਰਕ ਤੇ ਜੇ ਨਹੀਂ, ਉਹ ਵੀ ਨਹੀਂ ਸੂਤ ਆਇਆ ਤੇ ਫਿਰ ਆਪਣਾ ਚਲੋ ਚੱਕੋ ਕਿਰਪਾਨਾਂ ਵਰਸ਼ੇ ਤੇ ਸਿੱਧੇ ਤਰੀਕੇ ਨਾਲ ਹਮਲਾ ਕਰਕੇ ਉਹ ਬੰਦੇ ਨੂੰ ਖਤਮ ਕਰ ਦਿਓ। ਉਹਨੂੰ ਕਹਿ ਦਿਓ ਪੰਥ ਦਾ ਦੁਖੀ ਸੀ, ਕੌਮ ਦਾ ਦੁਖੀ ਸੀ। ਪਰ ਉਹ ਸਮਾਂ ਸੀ ਕੋਈ ਜਿਸ ਵੇਲੇ ਸੋਸ਼ਲ ਮੀਡੀਆ ਨਹੀਂ ਸੀ। ਅੱਜ ਵਿਗਿਆਨ ਨੇ ਕਮ ਸੇ ਕਮ ਵਿਗਿਆਨ ਦੇ ਵਿੱਚ ਇਹ ਬੰਦੇ ਵਿਗਿਆਨ ਨੂੰ ਨਹੀਂ ਮੰਨਦੇ। ਦੇਖੋ, ਕਹਿੰਦੇ ਵਿਗਿਆਨ ਜਿਹੜਾ ਹੋਰ ਤੇ ਧਰਮ ਹੋਰ ਹੈ। ਤੇ ਅੱਜ ਆਪਣੇ 20 ਚੈਨਲ ਖੋਲ ਕੇ ਬੈਠਿਆ, ਲੋਕਾਂ ਨੂੰ ਦੱਸਣ ਡਿਆ ਨਹੀਂ ਉਹ ਭਾਈ ਸੁਣੋ, ਸਾਡੀ ਗੱਲ ਸੁਣੋ, ਢੱਡਰੀਆਂ ਵਾਲਾ ਜੋ ਕਹਿੰਦਾ ਉਹ ਗਲਤ ਹੈ, ਸਾਡੀ ਵੀ ਸੁਣੋ। ਸਹਾਰਾ ਕਿਹਦਾ ਲੈਣਾ ਪੈ ਰਿਹਾ? ਵਿਗਿਆਨ ਦਾ। ਭਾਈ ਜੇ ਤੁਹਾਡਾ ਹੁੰਦਾ, ਤੁਸੀਂ ਸਮਰੱਥ ਹੁੰਦੇ, ਤੁਹਾਡਾ ਰੱਬ ਇਹਨਾਂ ਦਾ ਸਮਰੱਥ ਹੁੰਦਾ ਹਨਾ, ਤੁਹਾਨੂੰ ਤਾਂ ਲੋੜ ਹੀ ਨਾ ਪੈਂਦੀ ਭਾਈ ਵਿਗਿਆਨ ਨੂੰ ਵਰਤਣ ਦੀ। ਹੁਣ ਗੱਲ ਇੱਥੇ ਨਾ ਭਾਈ ਸਾਹਿਬ ਦੀ ਗੱਲ ਉਹ ਸਾਰੀ ਕੱਟ ਦਿੰਦੇ ਵੀ ਭਾਈ ਸਾਹਿਬ ਰੱਬ ਨੂੰ ਨਹੀਂ ਮੰਨਦੇ। ਉਹ ਕਹਿੰਦੇ ਮੈਂ ਰੱਬ ਨੂੰ ਨਹੀਂ ਮੰਨਦਾ। ਕਿਹੜੇ ਰੱਬ ਦੀ ਉਹ ਗੱਲ ਕਰਦੇ, ਇਹ ਵੇਖਣਾ ਪੈਣਾ। ਉਹ ਕਬੀਰ ਕਾ ਸੋਮੀ ਰਿਹਾ ਸਮਾਏ ਵਾਲੀ ਜਿਹੜੀ ਗੱਲ ਹੈ ਨਾ, ਜਿਹੜਾ ਘੱਟ ਮੈਂ ਹਰਜੂ ਬਸੇ ਵਾਲੀ ਗੱਲ, ਉਹ ਤੇ ਭਾਈ ਸਾਹਿਬ ਕਹਿੰਦੇ ਮੇਰੇ ਸਾਹਮਣੇ ਕੋਈ ਤਰਕਵਾਦੀ ਵੀ ਲਾਓ, ਕੋਈ ਕਮਿਊਨਿਸਟ ਵਾਲਾ ਵੀ ਲਾਓ, ਮੈਂ ਉਹਨੂੰ ਵੀ ਦੱਸ ਦੂੰਗਾ ਵੀ ਤੂੰ ਵੀ ਰੱਬ ਦਾ ਹਿੱਸਾ ਵਾ। ਕਹਿੰਦੇ ਜੇ ਉਹ ਮੁਨਕਰ ਹੋ ਜਾਊਗਾ ਤਾਂ ਮੈਨੂੰ ਤੁਸੀਂ ਕਹਿ ਦਿਓ। ਪਰ ਇਹ ਜਿਹੜਾ ਰੱਬ ਜਿਹੜਾ ਮਤਲਬ ਵੀ ਅਰਦਾਸਾਂ ਕਰਕੇ ਜਾਂ ਪਾਠ ਕਰਕੇ ਜਾਂ ਅਗਰਬੱਤੀ ਕਰਕੇ ਉਹ ਮੰਨਦਾ ਵਾ, ਉਹ ਤਾਂ ਭਾਈ ਸਾਹਿਬ ਕਿ ਉਹ ਤਾਂ ਸਾਨੂੰ ਹੁਣ ਆਪਣੇ ਆਪ ਸ਼ਰਮ ਸਮਝ ਆਉਣ ਲੱਗ ਗਈ ਵੀ ਯਾਰ ਉਹ ਰੱਬ ਤੋਂ, ਉਹ ਰੱਬ ਕਾਹਦਾ ਆ ਜਿਹੜਾ ਕਹਿੰਦਾ ਵੀ ਮੇਰਾ ਪਾਠ ਕਰੋ ਤੇ ਮੈਂ ਤੁਹਾਡੇ ਤੇ ਖੁਸ਼ ਹੋਊਂਗਾ। ਜਿਹੜਾ ਇੱਕ ਵਾਰੀ ਪਹਿਲੋਂ ਉਹ ਤੰਗੀ ਦੇ ਦਿੰਦਾ ਤੇ ਮੁੜ ਕੇ ਕਹਿੰਦਾ ਮੈਨੂੰ ਮਨਾਓ ਤੁਸੀਂ, ਉਹ ਰੱਬ ਥੋੜ੍ਹੀ ਹੋ ਸਕਦਾ।
ਰੱਬ ਤਾਂ ਉਹ ਆ ਜਿਹੜਾ ਮੇਰੇ ਅੰਦਰ ਆ, ਮੈਨੂੰ ਸਭ ਕੁਝ ਹਰ ਵਕਤ ਵਾਚ ਕਰ ਰਿਹਾ। ਹਾਂਜੀ ਤੇ ਮੈਂ ਮਤਲਬ ਲਿਖ ਨਾਵੇਂ ਧਰਮ ਬਹਾ ਲਿਆ। ਜਦੋਂ ਬੰਦਾ ਜੰਮਿਆ ਉਦੋਂ ਹੀ ਉਹ ਧਰਮ ਅੰਦਰ ਬੈਠ ਗਿਆ ਨਾਲ। ਤੇ ਮੇਰੇ ਮਨ ਨੇ ਤੇ ਅੰਦਰ ਉਹ ਦੋਨੋਂ ਆਮਣ ਸਾਹਮਣੇ, ਇੱਕ ਨਾ ਹੁਕਮੀ ਬਖਸ਼ੀਸ਼ ਤੇ ਇੱਕ ਹੁਕਮੀ ਸਦਾ ਪਵਾਈਏ। ਵੀ ਬਖਸ਼ੀਸ਼ ਵੀ ਉਹਦੇ ਹੁਕਮ 'ਚ ਲੈਣੀ ਆ ਤੇ ਭੱਜੇ ਫਿਰਨਾ ਵੀ ਉਹਦੇ ਹੁਕਮ 'ਚ ਆ। ਤੂੰ ਕਿਹੜੀ ਲੈਣੀ ਆ ਉਹ ਮੇਰੇ ਤੇ ਡਿਪੈਂਡ ਵਾ। ਮੈਂ ਉਹਦੀ ਬਖਸ਼ੀਸ਼ ਦੇ ਵਿੱਚ ਰਹਿਣਾ ਵਾ ਕਿ ਉਹਦੀ ਬਖਸ਼ੀਸ਼ ਤੋਂ ਬਾਹਰ ਰਹਿਣਾ ਵਾ। ਜੇ ਮੈਂ ਉਹਦੀ ਬਖਸ਼ੀਸ਼ ਤੋਂ ਰਹਿਣਾ ਤੇ ਉਹਦੇ ਹੁਕਮ ਦੇ ਵਿੱਚ ਚੱਲਣਾ ਪਊ, ਨਿਯਮ ਨੂੰ ਸਮਝਣਾ ਪਊ, ਨਿਯਮ ਦੇ ਨਾਲ ਚੱਲਣਾ ਪਊ। ਜੇ ਮੈਂ ਧੁੱਪ ਲੈਣੀ ਆ ਨਾ, ਤੇ ਇਹ ਨਹੀਂ ਵੀ ਮੈਂ ਹੁਣ ਇੱਥੇ ਅੰਦਰ ਬੈਠਾ ਤੇ ਮੈਂ ਜਾ ਕੇ ਕੌਂਸਲ ਦੇ ਵਿੱਚ ਜਾ ਕੇ ਸ਼ਿਕਾਇਤ ਕਰਦਾ ਵੀ ਯਾਰ ਮੈਨੂੰ ਤਾਂ ਧੁੱਪ ਨਹੀਂ ਆਉਂਦੀ। ਕੌਂਸਲ ਵਾਲੇ ਕਹਿਣਗੇ ਨਹੀਂ ਭਾਈ ਧੁੱਪ ਲੈਣੀ ਤੇ ਬਾਹਰ ਨਿਕਲ, ਕਿਉਂਕਿ ਬਾਹਰ ਤੈਨੂੰ ਧੁੱਪ ਮਿਲੂਗੀ, ਅੰਦਰ ਨਹੀਂ ਧੁੱਪ ਮਿਲਣੀ। ਨਿਯਮ ਦੇ ਵਿੱਚ ਆਉਣਾ ਪੈਣਾ। ਹਾਂਜੀ, ਉਹ ਜਿਹੜੇ ਕੁਦਰਤ ਦੇ ਨਿਯਮਾਂ ਦੀ ਗੱਲ ਚੱਲ ਰਹੀ ਹੈ ਜੀ, ਮੈਨੂੰ ਛੋਟੇ ਹੁੰਦੇ ਤੋਂ ਬੜੀ ਆਦਤ ਹੁੰਦੀ ਸੀ ਡਾਕੂਮੈਂਟਰੀਆਂ ਦੇਖਣ ਦੀ, ਸਾਇੰਟੀਫਿਕ ਡਾਕੂਮੈਂਟਰੀਆਂ ਦੇਖਣ ਦੀ ਜਿੱਦਾਂ। ਤੇ ਹੁਣ ਵੀ ਮੈਂ ਕਾਫੀ ਇਸੇ ਚੀਜ਼ ਦਾ ਅਧਿਐਨ ਕਰਦਾ ਰਹਿੰਦਾ। ਜਦੋਂ ਵੀ ਮੈਂ ਹੁਣ ਸਾਇੰਟੀਫਿਕ ਡਾਕੂਮੈਂਟਰੀ ਦੇਖਦਾ ਨਾ ਕੋਈ ਵੀ, ਤੇ ਮੈਨੂੰ ਭਾਈ ਸਾਹਿਬ ਦੇ ਜਿਹੜੇ ਕੀਤੇ ਹੋਏ ਦਿਮਾਨ ਹੈ ਉਹ ਮੇਰੀਆਂ ਅੱਖਾਂ ਸਾਹਮਣੇ ਉਸੇ ਵੇਲੇ ਘੁੰਮਣੇ ਸ਼ੁਰੂ ਹੋ ਜਾਂਦੇ ਆ। ਜੋ ਵੋਕੈਬਲਰੀ ਦਿੰਦੇ ਆ ਉਹ ਮੇਰੇ ਘੁੰਮਣੇ ਸ਼ੁਰੂ ਹੋ ਜਾਂਦੇ ਆ। ਜਿਹੜੀ ਗੱਲ ਸਾਇੰਟਿਸਟ ਵੀ ਕਹਿ ਰਹੇ ਆ ਅੱਜ ਦੇ ਸਮੇਂ 'ਚ, ਮੈਂ ਇੱਕ ਡਾਕੂਮੈਂਟਰੀ ਦੇਖਦਾ ਸੀਗਾ, ਇੱਕ ਨੀਲ ਡਗਰੇਸ ਟਾਇਸਨ ਹੈ, ਠੀਕ ਹੈ, ਜਿੱਦਾਂ ਉਹ ਬਹੁਤ ਤਕੜਾ ਸਾਇੰਟਿਸਟ ਵੀ ਹੈ ਬੰਦਾ, ਠੀਕ ਹੈ, ਤੇ ਅਰਥੋਲੋਜਿਸਟ ਵੀ ਹੈ। ਓਕੇ, ਉਹਦੀਆਂ ਡਾਕੂਮੈਂਟਰੀਆਂ ਨੇ ਕਾਫੀ। ਉਹ ਡਾਕੂਮੈਂਟਰੀ 'ਚ ਮੈਂ ਦੇਖਦਾ ਸੀ ਜਦੋਂ ਪ੍ਰਕਿਰਤੀ ਦੀ ਹੋਂਦ ਆਈ, ਜਦੋਂ ਇਹ ਧਰਤੀ ਹੋਂਦ 'ਚ ਆਈ, ਜਦ ਕਿ ਧਰਤੀ ਤਾਂ ਕਾਫੀ ਲੇਟ ਹੋਂਦ 'ਚ ਆਈ ਹੈ। ਜਦੋਂ ਜਿਹੜਾ ਬ੍ਰਹਿਮੰਡ ਹੈ ਉਹ ਬਣਨਾ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ। ਉਸਨੇ ਕੈਲੰਡਰ ਬਣਾਇਆ ਬੰਦੇ ਨੇ, ਠੀਕ ਹੈ, ਧਰਤੀ ਦੇ ਸ਼ੁਰੂਆਤ ਤੋਂ ਲੈ ਕੇ, ਬ੍ਰਹਿਮੰਡ ਦੇ ਸ਼ੁਰੂਆਤ ਤੋਂ ਲੈ ਕੇ, ਬ੍ਰਹਿਮੰਡ ਦਾ ਸ਼ੁਰੂਆਤ ਇਹ ਮੰਨਦੇ ਆ ਜਦੋਂ ਬਿਗ ਬੈਂਗ ਹੋਇਆ, ਬਿਗ ਬੈਂਗ ਹਨਾ, ਬਿਗ ਬੈਂਗ ਤੋਂ ਵਰਲਡ ਦੀ ਸ਼ੁਰੂਆਤ ਇਹਦੀ ਹੋਈ ਮੰਗਦੇ ਆ। ਤੇ ਹੁਣ ਤੱਕ ਉਹਨਾਂ ਨੇ 1 ਸਾਲ ਦੇ ਵਿੱਚ ਸਾਰਾ ਚੀਜ਼ਾਂ ਨੂੰ ਕਨਵਰਟ ਕੀਤਾ, ਠੀਕ ਹੈ। 1 ਸਾਲ ਉੱਥੋਂ ਲੈ ਕੇ ਹੁਣ ਤੱਕ 365 ਦਿਨਾਂ ਦਾ ਇੱਕ ਕੈਲੰਡਰ ਬਣਾਇਆ, ਓਕੇ, ਜਿਹਦੇ ਵਿੱਚ ਕਿ 1 ਮਹੀਨਾ ਜਿਹੜਾ ਹੈ ਉਹ ਬਿਲੀਅਨ ਸਾਲਾਂ ਦਾ ਹੈ, ਓਕੇ, ਬਿਲੀਅਨ ਸਾਲ ਦਾ 1 ਮਹੀਨਾ, ਠੀਕ ਹੈ। ਤੇ ਧਰਤੀ ਦੀ ਜਿਹੜੀ ਹੋਂਦ ਹੈ ਉਹ ਸੈਪਟੈਂਬਰ ਦੇ ਵਿੱਚ ਕੁਝ ਜਾ ਕੇ ਹੋਈ ਹੈ, ਜਦੋਂ ਆਪਣਾ ਸੋਲਰ ਸਿਸਟਮ ਜਿਹੜਾ ਆ ਹੋਂਦ 'ਚ ਆਇਆ, ਠੀਕ ਹੈ। ਤੇ ਇਨਸਾਨ ਜਿਹੜਾ ਹੋਂਦ 'ਚ ਆਇਆ ਨਾ, ਉਹਨੂੰ ਹਜੇ ਕੁਝ ਘੰਟੇ ਹੀ ਹੋਏ ਆ, ਉਸ ਸਾਲ ਦੇ ਨਾਲ, ਜਦੋਂ ਇਨਸਾਨੀ ਜੀਵਨ ਜਿਹੜਾ ਹੋਂਦ 'ਚ ਆਇਆ, ਜਦੋਂ ਧਰਤੀ ਦੇ ਉੱਤੇ ਜੀਵਨ ਜਿਹੜਾ ਹੋਂਦ 'ਚ ਆਇਆ, ਤੇ ਇਨਸਾਨ ਨੂੰ ਤਾਂ ਆਏ ਨੂੰ ਕੁਝ ਸਕਿੰਟ ਹੋਏ ਆ ਉਹਦੇ ਵਿੱਚ। ਇਨਸਾਨ ਜਿਹੜਾ ਆ, ਕਿਉਂਕਿ ਆਪਾਂ ਇੰਟੈਲੀਜੈਂਟ ਲਾਈਫ 'ਚ ਆਉਨੇ ਆ, ਹਨਾ, ਆਪਣੇ ਕੋਲ ਬ੍ਰੇਨ ਹੈ ਜਿਹੜਾ ਇੰਟੈਲੀਜੈਂਟ ਲਾਈਫ, ਜਿਹਦੇ ਨਾਲ ਹੀ ਆਪਾਂ ਇਹ ਜਿਹੜੀ ਅਖੌਤੀ ਰੱਬ ਚੰਗਾ ਮੰਦਾ ਸਮਝ ਸਕਦੇ। ਬਿਲਕੁਲ, ਹਾਂਜੀ। ਉਹ ਜਿਹੜਾ ਕਲੇਵਰ ਬੰਦਿਆਂ ਨੇ ਨਾ, ਉਹ ਸੋਚ ਲੈ ਕੇ ਬਹਿ ਕੇ ਕਿੱਦਾਂ ਖਾਣਾ, ਹਾਂਜੀ, ਉਹਨਾਂ ਨੇ ਫਿਰ ਉਹ ਅਖੌਤੀ ਰੱਬ ਦੀ ਜਿਹੜੀ ਉਹ ਕਾਢ ਕੱਢੀ ਪਈ, ਉਹਨੂੰ ਮਨਾਇਆ ਜਾਂਦਾ। ਬਿਲਕੁਲ, ਜਦ ਕਿ ਪ੍ਰਕਿਰਤੀ ਦੇ ਵਿੱਚ ਇਹੋ ਜਿਹਾ ਕੋਈ ਨਿਯਮ ਕੰਮ ਨਹੀਂ ਆਉਂਦਾ ਕਿ ਜਿਹਨੂੰ ਮਨਾਇਆ ਜਾ ਸਕੇ, ਕਿਉਂਕਿ ਨਿਯਮ ਬਣੇ ਹੋਏ ਆ। ਬਿਲਕੁਲ, ਉਹਨੂੰ ਸਮਝ ਕੇ ਬਿਲਕੁਲ ਉਹਨੂੰ ਤੁਸੀਂ ਚੱਲ ਸਕਦੇ ਆ। ਵਿਗਿਆਨੀ ਉਹਨੂੰ ਸਮਝ ਕੇ ਉਹਦੇ 'ਚ ਤਬਦੀਲੀਆਂ ਵੀ ਕਰ ਸਕਦੇ ਆ। ਉਹਨੇ ਆਪਸ਼ਨਾਂ ਛੱਡੀਆਂ ਹੋਈਆਂ। ਬਿਲਕੁਲ, ਹਾਂ, ਪ੍ਰਕਿਰਤੀ ਨੇ ਉਹਦੇ ਵਿੱਚ ਆਪਸ਼ਨਾਂ ਛੱਡੀਆਂ ਹੋਈਆਂ ਨੇ, ਭਾਈ ਤੁਸੀਂ ਇਸ ਨਿਯਮ ਨੂੰ ਬਦਲ ਸਕਦੇ ਹੋ, ਬਿਲਕੁਲ, ਹਨਾ। ਉਹ ਉਸ ਨਿਯਮਾਂ ਨੂੰ ਬਦਲ ਕੇ ਸਮਝ ਕੇ ਜਿਹੜੇ ਬਿਮਾਰੀਆਂ ਦੇ ਇਲਾਜ ਹੈ ਉਹ ਸਾਇੰਟਿਸਟ ਕਰ ਰਹੇ ਆ। ਬਿਲਕੁਲ, ਜਿੱਦਾਂ ਹੁਣ ਕਰੋਨਾ ਦੀ ਸਮੱਸਿਆ ਆਈ ਹੈ, ਹਾਂਜੀ, ਹਨਾ, ਤੁਹਾਡੇ ਮੂਹਰੇ ਆ, ਤੁਸੀਂ ਕੁਦਰਤ ਨਾਲ ਛੇੜਛਾੜ ਕੀਤੀ ਆ ਤੇ ਆਈ, ਹਾਂਜੀ, ਕਿਸ ਤਰੀਕੇ ਨਾਲ ਪੂਰੀ ਵਰਲਡ ਇਹਦੇ ਵਿੱਚ ਹਿੱਲ ਗਿਆ। ਬਿਲਕੁਲ, ਹੁਣ ਆਪਾਂ ਇੰਗਲੈਂਡ ਦੇ ਵਿੱਚ ਅੱਜ ਨੀਅਰ ਅਬਾਊਟ 2 ਮਹੀਨਿਆਂ ਬਾਅਦ, ਹਨਾ, ਨੀਅਰ ਅਬਾਊਟ ਬਾਹਰ ਨਿਕਲੇ ਆ, ਤਾਂ ਹੀ ਕਰਕੇ ਆਪਣਾ ਪ੍ਰੋਗਰਾਮ ਜਿਹੜਾ ਇੰਨਾ ਚਿਰ ਡਿਲੇ ਹੋਇਆ। ਹਾਂਜੀ, ਸਰੋਤਿਆਂ ਨੂੰ ਦੱਸ ਦਈਏ ਕਿ ਸਾਡੇ ਕੋਲ ਇੰਨੇ ਵਧੀਆ ਇੱਥੇ ਘਰਾਂ 'ਚ ਸਾਧਨ ਵੀ ਨਹੀਂ ਗਏ ਕਿ ਅਸੀਂ ਆਪੋ ਆਪਣੀ ਜਗ੍ਹਾ ਬੈਠ ਕੇ ਪ੍ਰੋਗਰਾਮ ਕਰ ਸਕੀਏ। ਹਾਂਜੀ, ਅਜੇ ਨਵੇਂ ਸੀ ਅਜੇ ਇਹ ਕੰਮ। ਉਹ ਆਪਣੇ ਘਰ ਵੀ ਇੰਨੇ ਇੱਥੇ ਖੁੱਲੇ ਡੁੱਲੇ ਨਹੀਂ ਹੈ ਜਿਹਦੇ ਵਿੱਚ ਆਪਾਂ ਕਿਤੇ ਸੈਪਰੇਟ ਬਹਿ ਕੇ ਕੋਈ ਇਹੋ ਜਿਹਾ ਕਰ ਸਕੀਏ। ਪਰ ਹੁਣ ਸਾਡੀ ਕੋਸ਼ਿਸ਼ ਇਹ ਹੈ ਕਿ ਇਹਦੇ ਪ੍ਰੋਗਰਾਮ ਦੇ ਵਿੱਚ ਅਸੀਂ ਲਗਾਤਾਰਤਾ ਜਿਹੜੀ ਹੈ ਉਹ ਜਾਰੀ ਰੱਖਾਂਗੇ। ਤੇ ਜੇ ਬਾਕੀਆਂ ਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਜਿਹੜੇ ਆਪਣੇ ਆ ਉਹ ਸੁਝਾਅ ਜਿਹੜੇ ਆ ਸਾਨੂੰ ਦੇ ਸਕਦੇ ਆ। ਹਾਂਜੀ, ਆਪਾਂ ਜਿਹੜੀ ਗੱਲ ਕਰਦੇ ਸੀਗੇ ਇਹ ਕੁਦਰਤ ਦੇ ਨਿਯਮਾਂ ਦੀ, ਨਿਯਮਾਂ ਤਹਿਤ ਹੀ ਇਨਸਾਨੀ ਜੀਵਨ ਜਿਹੜਾ ਆ ਉਹ ਆਪਣੇ ਆਪ ਬਣਿਆ ਇਸ ਧਰਤੀ ਦੇ ਉੱਤੇ। ਕਿਸ ਤਰੀਕੇ ਨਾਲ ਪਹਿਲਾਂ ਪਾਣੀ ਆਇਆ, ਪਾਣੀ ਦੇ ਜੀਵ ਬਣੇ, 5 ਘਟਨਾਵਾਂ ਜਿਹੜੀਆਂ ਉਹ ਉਹਨਾਂ ਨੂੰ ਅਹਿਮ ਮੰਨਦੇ ਆ, ਹਾਂਜੀ, ਜਿਹਦੇ ਨਾਲ ਇੱਥੇ ਜੀਵਨ ਜਿਹੜਾ ਪੋਸੀਬਲ ਹੋ ਸਕਿਆ ਧਰਤੀ ਦੇ ਉੱਤੇ। ਠੀਕ ਹੈ। ਜਦੋਂ ਆਪਾਂ ਸਾਰੀਆਂ ਘਟਨਾਕ੍ਰਮ ਨੂੰ ਦੇਖਦੇ ਹਾਂ, ਉਹ ਵਿਗਿਆਨੀ ਦੇ ਨੀਲ ਡਗਰੇਸ ਟਾਇਸਨ ਦਾ ਵੈਸੇ ਸਾਇੰਟਿਸਟ ਰੱਬ ਦੇ ਬਾਰੇ ਬਹੁਤ ਘੱਟ ਗੱਲ ਕਰਦੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜਾ ਵਿਸ਼ਾ ਹੈ ਸਾਡੇ ਨਾਲੋਂ ਵੱਖਰਾ ਹੈ ਜੀ, ਉਹਨੂੰ ਸੈਪਰੇਟ ਰੱਖ ਕੇ ਚੱਲਦੇ ਆ। ਪਰ ਉਹਨੇ ਆਪਣੇ ਬਿਆਨ 'ਚ ਕਿਹਾ, ਕਹਿੰਦਾ ਵੇਅਰ ਇਜ਼ ਦਾ ਗੋਡ ਦੈਟ ਟਾਈਮ, ਜਦੋਂ ਧਰਤੀ ਹੈ ਨਾ ਹੋਂਦ ਦੇ ਵਿੱਚ ਆਈ, ਜਦੋਂ ਇੱਥੇ ਪਾਣੀ ਆਇਆ, ਉਹ ਕਹਿੰਦਾ ਐਵਰੀਵੇਅਰ, ਗੋਡ ਇਜ਼ ਇਨ ਐਵਰੀਵੇਅਰ। ਉਹਦਾ ਜਦੋਂ ਇਹ ਬਿਆਨ ਮੈਂ ਸੁਣਿਆ ਕਿ ਉਹਨੇ ਇਸ ਚੀਜ਼ ਨੂੰ ਹੀ ਕਿਹਾ ਕਿ ਉਹ ਨਿਯਮਾਂ ਦੇ ਤੌਰ ਤੇ ਹਰ ਥਾਂ ਮੌਜੂਦ। ਕਦੇ ਇੱਕ ਬੀਜ ਦੇ ਵਿੱਚੋਂ ਪੌਦਾ ਬਣਦਾ ਦੇਖਿਓ, ਜਿਹੜੇ ਟਾਈਮ ਲੈਬ ਕੈਮਰੇ ਹੁੰਦੇ ਨਾ ਉਹ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਉਹ ਬੀਜ ਫੁੱਟ ਕੇ ਉਸ ਦੇ ਵਿੱਚ ਪੌਦਾ ਪ੍ਰਗਟ ਹੁੰਦਾ, ਕਿਸ ਤਰੀਕੇ ਨਾਲ ਇੱਕ ਇਨਸਾਨ ਜਿਹੜਾ ਆ ਉਹ ਜਦੋਂ ਔਰਤ ਦੇ ਵਿੱਚ ਬਣਦਾ ਹੈ, ਉਹਨੂੰ ਕਿਤੇ ਵੇਖਿਓ, ਕਦੇ ਉਹਨਾਂ ਦੀਆਂ ਵੀਡੀਓ ਬਣਦੀਆਂ ਹੁੰਦੀਆਂ,
ਉਸੇ ਤਰੀਕੇ ਨਾਲ ਹੀ ਇਹ ਬ੍ਰਹਿਮੰਡ ਜਿਹੜਾ ਬਣਿਆ। ਜੀ ਤੇ ਜਿਹੜਾ ਇਹਨਾਂ ਨੇ ਇੱਕ ਕਰਤਾ ਬਿਠਾਇਆ ਨਾ, ਜਿਹੜਾ ਕਿਤੇ ਬੈਠਾ ਹੋਇਆ, ਜਿਹੜਾ ਇਹ ਸਾਰਿਆਂ ਨੂੰ ਚਲਾ ਰਿਹਾ, ਜੋ ਕਿ ਇੱਕ ਬੰਦਾ ਹੈ, ਇੱਕ ਬੰਦੇ ਵਾਂਗੂ ਕੰਮ ਕਰਦਾ ਹੈ ਉਹ। ਇਸੇ ਕਰਕੇ ਆਪਾਂ ਅਰਦਾਸ ਕਰਦੇ ਆ ਨਾ ਕਿ ਜਿਹੜਾ ਬੰਦਾ ਹੈ ਉਹ ਖੁਸ਼ ਹੁੰਦਾ, ਭਾਈ ਹਾਂ ਤੂੰ ਮੇਰੇ ਲਈ ਅਰਦਾਸ ਕਰਦੀ ਹੈ, ਚੱਲ ਮੈਂ ਤੈਨੂੰ ਬਲੈਸਿੰਗ ਦਿੰਦਾ, ਤੂੰ ਚੰਗਾ ਰਹੇਗਾ, ਜਿਹੜਾ ਨਹੀਂ ਕਰਦਾ ਉਹ ਮਾੜਾ ਰਹੇਗਾ। ਪਰ ਉਹ ਜੇ ਤੁਸੀਂ ਦੇਖਿਆ ਜਾਓ ਤਾਂ ਨਾਸਤਿਕਾਂ ਦੀਆਂ ਜਿਹੜੀਆਂ ਕੰਟਰੀਆਂ ਨੇ ਉਹ ਜ਼ਿਆਦਾ ਸਫਲ ਨੇ। ਅੱਜ ਜਿਹੜੇ ਮੁਲਕ 'ਚ ਆਪਾਂ ਇੰਗਲੈਂਡ ਵਰਗੇ 'ਚ ਬੈਠੇ ਹਾਂ, 50% ਤੋਂ ਉੱਪਰ ਇੱਥੋਂ ਦੀ ਜਿਹੜੀ ਜਨਸੰਖਿਆ ਹੈ ਉਹ ਆਪਣੇ ਆਪ ਨੂੰ ਨਾਸਤਿਕ ਕਹਿੰਦੀ ਹੈ, ਰੱਬ 'ਚ ਨਹੀਂ ਯਕੀਨ। ਬਿਲਕੁਲ ਹਾਂ। ਪਰ ਉਹ ਯਕੀਨ ਕਾਹਦੇ 'ਚ ਕਰਦੇ ਆ? ਉਹ ਕੁਦਰਤ ਦੇ ਨਿਯਮਾਂ 'ਚ ਯਕੀਨ ਕਰਦੇ ਆ, ਉਹ ਨੇਚਰ ਨੂੰ ਬਚਾਉਣ ਦੀਆਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਕਰਦੇ। ਬਿਲਕੁਲ ਹੈ ਨਾ ਜੀ। ਉਹ ਉਹਦੇ ਲਈ ਤਾਂ ਇਹ ਮੁਲਕ ਹਮੇਸ਼ਾ ਬਣ ਕੇ ਰਹੇ ਨੇ। ਇੱਥੋਂ ਹੀ ਰੌਲਾ ਜ਼ਿਆਦਾ ਪਿਆ ਨਾ, ਜਦੋਂ ਭਾਈ ਸਾਹਿਬ ਨੇ ਨਾਮ ਦੇ ਅਰਥ ਗਿਆਨ ਕੀਤੇ। ਹਾਂਜੀ। ਕਿ ਜੇ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਵਾਹਿਗੁਰੂ ਦੇ ਨਾਲ ਹੀ ਇਕੱਲਾ ਜੋੜੀ ਜਾਂਦੇ ਜੀ, ਤੇ ਫਿਰ ਗੁਰੂ ਨਾਨਕ ਸਾਹਿਬ ਨੇ ਸਾਂਝੀ ਗੱਲ ਕਿੱਦਾਂ ਕੀਤੀ ਹੋਈ? ਬਾਝ ਗੁਰੂ ਡੂਬੇ ਸੰਸਾਰ ਦੀ ਜਦੋਂ ਗੱਲ ਕਰਨੀ ਆ, ਵੀ ਅਕਲ ਤੋਂ ਬਗੈਰ, ਸੂਝ ਤੋਂ ਬਗੈਰ, ਗਿਆਨ ਤੋਂ ਬਗੈਰ, ਵਿਵੇਕ ਤੋਂ ਬਗੈਰ, ਵੀ ਦੁਨੀਆ ਡੁੱਬਦੀ ਜੀ ਫਿਰਦੀ ਹੈ। ਨਾਮ ਬਿਨਾ ਸਭ ਦੁਨੀਆ ਸ਼ਾਰ, ਜਦੋਂ ਬਾਣੀ ਕਹਿੰਦੀ ਆ ਵੀ ਗਿਆਨ ਤੋਂ ਬਗੈਰ ਸਾਰੀ ਦੁਨੀਆ ਸਵਾਹ ਦੀ ਦੇਖੀ ਮੈਂ। ਮੈਂ ਆਪਣੇ ਉੱਪਰ ਹੀ ਲਾ ਲਾਂ, ਕੋਈ ਵੀ ਆਦਮੀ ਲਾ ਲੇ, ਜਦੋਂ ਗਿਆਨ ਨਹੀਂ ਆ ਤੇ ਕਿੱਦਾਂ ਸਾਡਾ ਜੀਵਨ ਸਵਾਹ ਵਰਗਾ ਲੱਗਦਾ, ਮਿੱਟੀ ਵਰਗਾ ਲੱਗਦਾ, ਕੁਛ ਸੁੱਝਦਾ ਨਹੀਂ ਬੰਦੇ ਨੂੰ। ਬਿਨ ਨਾਵੇਂ ਜੱਗ ਕਮਲਾ ਫਿਰੇ, ਜਦੋਂ ਜੱਗ ਕਮਲੇ ਦੀ ਗੱਲ ਕੀਤੀ ਆ, ਇਹ ਨਹੀਂ ਕਿ ਇਕੱਲੇ ਸਿੱਖਾਂ ਦੀ ਗੱਲ ਕੀਤੀ ਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਕੀਤੀ ਨਾ, ਉਹ ਸਾਂਝੀ ਗੱਲ ਕੀਤੀ ਆ, ਬੰਦੇ ਬਣਨ ਦੀ ਗੱਲ ਕੀਤੀ ਆ। ਇਸੇ ਕਰਕੇ ਇਹ ਹੁਣ ਰੌਲਾ ਪੈ ਰਿਹਾ ਵਾ ਵੀ, ਕਿਉਂਕਿ ਹੁਣ ਜੇ ਮੁਸਲਮਾਨ ਆਪਣੇ, ਉਹ ਕਹਿੰਦਾ ਵੀ ਤੁਸੀਂ ਸਾਡੇ ਧਰਮ ਨੂੰ ਫੋਲੋ ਕਰੋ ਤੇ ਤੁਹਾਨੂੰ ਫਲਾਣੇ ਥਾਂ ਜਾ ਕੇ ਆਹ ਮਿਲੂ, ਅੱਗੇ ਆਹ ਚੀਜ਼ ਮਿਲੂਗੀ, ਸਵਰਗ ਮਿਲੂਗਾ, ਹੂਰਾਂ ਮਿਲਣਗੀਆਂ, ਉੱਥੇ ਅੰਗੂਰਾਂ ਦੀ ਸ਼ਰਾਬ ਮਿਲੂਗੀ, ਤੇ ਸਾਡੇ ਵਾਲੇ ਸਵਰਗਾਂ ਦਾ ਦੇ ਰਹੇ ਆ ਵੀ ਸੱਚਖੰਡ ਮਿਲੂਗਾ, ਤੇ ਹਿੰਦੂ ਧਰਮ ਕਹਿੰਦੇ ਸਵਰਗ ਮਿਲੂਗਾ। ਤੇ ਫਰਕ ਤਾਂ ਕੋਈ ਖਾਸ ਨਹੀਂ ਹੋਇਆ ਨਾ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਗੱਲ ਹੁਣ ਸਮਝ 'ਚ ਆ ਰਹੀ ਆ, ਜਿੱਥੋਂ ਗੱਲ ਭਾਈ ਸਾਹਿਬ ਨੇ ਚਾਲੂ ਕੀਤੀ ਆ, ਹਾਂਜੀ, ਵੀ ਨਾਮ ਬਿਨਾ ਸਭ ਦੁਨੀਆ ਸ਼ਾਰ, ਜਿਹੜੀ ਆ ਨਾ ਖੇ ਹੁੰਦੀ ਜਾਂਦੀ ਦੁਨੀਆ, ਜਿਹੜੀ ਤੁਸੀਂ ਹੁਣ ਗੁਰਬਾਣੀ ਦੀ ਪੰਕਤੀ ਦੀ ਗੱਲ ਕਰਦੇ ਆ, ਬਾਝ ਗੁਰੂ ਡੂਬਾ ਸੰਸਾਰ। ਹਾਂਜੀ। ਉਸ ਨੂੰ ਚਲੋ ਟਕਸਾਲੀਆਂ ਨੇ, ਸੰਪਰਦਾਇਆਂ ਨੇ ਤਾਂ ਜਿਸ ਤਰੀਕੇ ਨਾਲ ਲੈਣਾ ਹੀ ਲੈਣਾ ਸੀਗਾ। ਸਾਡੇ ਮਿਸ਼ਨਰੀ ਵੀ ਜਿਹੜੇ ਆ ਉਹ ਉਸ ਨੂੰ ਇਸ ਤਰੀਕੇ ਨਾਲ ਲੈਂਦੇ ਆ ਕਿ ਬਾਝ ਗੁਰੂ ਡੂਬਾ ਸੰਸਾਰ, ਆਪਣੇ ਆਪ ਨੂੰ ਕਹਿ ਰਿਹਾ ਗੁਰੂ ਸਾਹਿਬ, ਹੈ ਨਾ ਜੀ। ਪਰ ਮੈਂ ਦਲਜੀਤ ਸਿੰਘ, ਮੇਰਾ ਬੜਾ ਵਾਹ ਰਿਹਾ, ਮੈਂ ਤੁਹਾਨੂੰ ਕਹਾਂ ਇਹਨਾਂ ਦੇ ਨਾਲ ਬਹੁਤ, ਮੈਂ ਬਹੁਤ ਜ਼ਿਆਦਾ ਰਿਹਾ ਨਾ। ਪਰ ਇਸ ਤਰ੍ਹਾਂ ਮੈਂ ਨਹੀਂ ਮੰਨਦਾ ਵੀ ਉਹਨਾਂ ਨੂੰ, ਉਹ ਨਹੀਂ ਸਮਝਦਾਰ ਨਹੀਂ ਹੈ, ਉਹ ਬਹੁਤ ਸਮਝਦਾਰ ਆ। ਮੈਂ ਇਸ ਚੀਜ਼ ਤੋਂ ਅੱਜ ਵੀ ਮੁਨਕਰ ਨਹੀਂ, ਕਿਉਂਕਿ ਮੈਂ ਬਹੁਤ ਕੁਝ ਸਿੱਖਿਆ ਉਹਨਾਂ ਤੋਂ। ਪਰ ਹੋ ਸਕਦਾ ਵਿਅਕਤੀਗਤ ਕਿਸੇ ਦੇ ਨਾਲ ਉਹਨਾਂ ਦੀ ਕੋਈ ਗੱਲ ਵਿਰੋਧ ਹੋਵੇ, ਵਿਅਕਤੀਗਤ ਕਰਕੇ ਉਹ ਮਤਲਬ ਆਪਣੇ ਆਪ ਨੂੰ ਮਤਲਬ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨੀਵਾਂ ਕਰ ਲਿਆ, ਉਹ ਹੋ ਸਕਦਾ। ਪਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਜਿਹੜੇ ਮੇਨ ਬੰਦੇ ਜਿਹੜੇ ਕਾਲਜ ਦੇ, ਉਹਨਾਂ ਨੂੰ ਸਮਝ ਨਾ ਆਵੇ। ਮੈਂ ਇਸ ਚੀਜ਼ ਨਾਲ ਐਗਰੀ ਨਹੀਂ ਹੈਗਾ, ਕਿਉਂਕਿ ਉਹਨਾਂ ਨੂੰ ਸਾਰਾ ਪਤਾ। ਪਰ ਦੇਖੋ, ਫਿਰ ਪਤਾ ਹੋਣ ਦੇ ਬਾਵਜੂਦ ਵੀ, ਹਨਾ, ਮੈਂ ਤੁਹਾਡੀ ਗੱਲ ਨਾਲ ਚਲੋ ਐਗਰੀ ਕਰਦਾ ਕਿ ਉਹਨੂੰ ਪਤਾ ਹੈ, ਨਹੀਂ ਪਤਾ। ਪਰ ਅੱਜ ਦੇਖੋ, ਫਿਰ ਅੱਜ ਤੁਸੀਂ ਸਰਬਜੀਤ ਸਿੰਘ ਹੋਣਾ ਦੀ ਕਿੰਨਾ ਚਿਰ ਭਾਜੀ ਕਰ ਲੈਣਗੇ, ਕਿੰਨਾ ਚਿਰ ਉਹ ਕਿੱਥੋਂ ਤੱਕ ਚੱਲ ਜਾਣਗੇ। ਤੁਸੀਂ ਜਦੋਂ ਮੱਕੜੀ ਜਾਲ ਬੁਣਦੀ ਆ ਨਾ, ਤਾਂ ਵਿੱਚ ਹੀ ਫਸ ਜਾਂਦੀ ਆ। ਬਿਲਕੁਲ, ਉਹ ਫਸ ਗਏ, ਕਿਉਂਕਿ ਉਹਨਾਂ ਨੂੰ ਆਉਣਾ ਹੀ ਪੈਣਾ ਉੱਥੇ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਆਉਣਾ ਹੀ ਪੈਣਾ, ਨਹੀਂ ਤਾਂ ਗਾੜੀ ਰਸਤਾ ਨਹੀਂ ਖੁੱਲਣਾ, ਰਸਤਾ ਭੀੜਾ ਹੋ ਜਾਣਾ। ਜਿਸ ਹਿਸਾਬ ਨਾਲ ਉਹ ਮਤਲਬ ਉਹ ਹੋ ਰਿਹਾ ਸਮੇਟਦੇ ਜਾਂਦੇ ਆ ਨਾ ਇਸ ਗੱਲ ਨੂੰ ਲਾ ਕੇ, ਕਿਉਂਕਿ ਇਹ ਤਾਂ ਵਿਸ਼ਾਲ ਹੁੰਦਾ ਜਾਂਦਾ ਵਾ। ਜਦੋਂ ਭਾਈ ਸਾਹਿਬ ਜਦੋਂ ਗੱਲ ਕਰਦੇ ਆ, ਤੇ ਕਿਤੇ ਮੈਂ ਕਹਿੰਦਾ ਕੰਮ ਕਰਦੇ ਦਿਲ ਹੀ ਨਹੀਂ ਕਰਦਾ। ਕਈ ਜਦੋਂ ਕੋਈ ਗੱਲ ਉੱਥੇ ਚੱਲਦੀ ਹੈ, ਕੋਈ ਆਵਾਜ਼ ਆਉਂਦੀ, ਉਹਦਾ ਉੱਥੇ ਭੱਜ ਕੇ ਜਾ ਕੇ ਉੱਥੇ ਬੰਦ ਕਰੀ ਦਿਓ, ਚੁੱਪ ਕਰ 1 ਮਿੰਟ ਗੱਲ ਸੁਣ, ਕਿਉਂਕਿ ਆਨੰਦ ਹੀ ਇੰਨਾ ਆਉਂਦਾ, ਮਜ਼ਾ ਆਉਂਦਾ ਜਦੋਂ ਤੁਸੀਂ ਗੱਲ ਸੱਚਾਈ ਦੇ ਕਰਦੇ, ਕਿਉਂਕਿ ਸੱਚਾਈ ਸਾਹਮਣੇ ਆ ਰਹੀ ਹੈ ਤੇ ਤੁਹਾਡੇ ਮੂਹਰੇ ਉਹ ਚੀਜ਼ਾਂ ਸਾਰੀਆਂ ਇੱਦਾਂ ਖੁੱਲ੍ਹ ਕੇ ਅੱਗੇ ਆ ਰਹੀਆਂ। ਜੋ ਅੱਜ ਜ਼ਿੰਦਗੀ ਚੱਲ ਰਹੀ ਹੈ ਜਿਸ ਤਰੀਕੇ ਨਾਲ, ਉਹ ਅੱਜ ਦਾ ਘਟਨਾਕ੍ਰਮ ਤੁਹਾਡੇ ਅੱਗੇ ਆਉਂਦਾ। ਤੇ ਮੈਂ ਤਾਂ ਇਹ ਸੋਚਦਾ ਹਾਂ ਕਿ ਪਤਾ ਨਹੀਂ, ਬਹੁਤ ਕਿਸਮਤ ਵਾਲੇ ਹਾਂ ਅਸੀਂ, ਜਿਹੜੇ ਦੌਰ ਦੇ ਵਿੱਚ ਅਸੀਂ ਅੱਜ ਵਿਚਰ ਰਹੇ ਹਾਂ। ਬਿਲਕੁਲ, ਉਹਦੇ ਵਿੱਚ ਅਸੀਂ ਕਿਸਮਤ ਵਾਲੇ ਹਾਂ ਕਿ ਅੱਜ ਅਸੀਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਖੜੇ ਹੋਣ ਦਾ ਜਿਹੜਾ ਸਾਨੂੰ ਸਬੱਬ ਮਿਲਿਆ। ਬਿਲਕੁਲ ਹੈ ਨਾ ਜੀ। ਨਹੀਂ ਤਾਂ ਜੇ ਨਾ ਹੁੰਦਾ ਤੇ ਅਸੀਂ ਸ਼ਾਇਦ ਕਿਸੇ ਹੋਰ ਦੌਰ ਦੇ ਵਿੱਚ ਜੰਮੇ ਹੁੰਦੇ, ਤਾਂ ਸ਼ਾਇਦ ਕਿਸੇ ਹੋਰ ਦੌਰ 'ਚ ਹੁੰਦੇ। ਮੈਂ ਤਾਂ ਕਈ ਵਾਰ ਇਹ ਸੋਚਦਾ ਹੁੰਦਾ ਕਿ ਜੇ ਕਿਤੇ ਹੋਰ ਦੌਰ 'ਚ ਹੁੰਦੇ ਤਾਂ ਕਿਤੇ ਅੱਜ ਦਾ ਦੌਰ ਮਿਸ ਕਰ ਲੈਣਾ ਜੀ। ਪਰ ਅੱਜ ਸਾਨੂੰ ਇਸ ਚੀਜ਼ ਦਾ ਆਪਣੇ ਆਪ ਦੇ ਵਿੱਚ ਮਾਣ ਹੈ ਕਿ ਅਸੀਂ ਉਸ ਦੌਰ ਦੇ ਵਿੱਚ ਹਾਂ ਜਿਹਦੇ ਵਿੱਚ ਕਿ ਸਾਨੂੰ ਇਹੋ ਜਿਹਾ ਇੱਕ ਆਗੂ ਮਿਲਿਆ ਜਿਹੜਾ ਕਿ ਇਸ ਕੌਮ ਨੂੰ ਜਿੱਧਰਲੇ ਪਾਸੇ ਨੂੰ ਲੀਡ ਕਰ ਰਿਹਾ, ਉਹਦੇ ਨਾਲ ਬਹੁਤ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਹੈ। ਕਾਸ਼ ਕਿਤੇ ਤੁਸੀਂ ਗੱਲ ਕਰਦੇ ਹੋ ਕਿ ਜਿਨ੍ਹਾਂ ਨੂੰ ਪਤਾ ਹੈ ਸਾਰਾ ਕੁਝ, ਤੇ ਜੇ ਉਹ ਲੀਕ ਤੇ ਆ ਜਾਣ
ਤੇ ਫਿਰ ਤਾਂ ਸਾਰਿਆਂ ਨੂੰ ਨਹੀਂ ਵਧੀਆ। ਆਉਣਗੇ ਜੀ, ਆਉਣਾ ਹੀ ਪੈਣਾ ਜੀ। ਜਿੰਨੀ ਇਹਨਾਂ ਦੀ ਨੌਲੇਜ ਹੈ ਨਾ ਉਹ ਪੱਟਣਾ ਹੀ ਪੱਟਣਾ ਅੰਦਰ, ਕਿਉਂਕਿ ਜਿਹੜੇ ਬੰਦੇ ਦੇ ਅੰਦਰ ਸੱਚ ਹੁੰਦਾ ਨਾ ਉਹ ਨਿਕਲਦਾ ਜ਼ਰੂਰ ਆ। ਠੀਕ ਹੈ, ਕਿਸੇ ਕਾਰਨਾਂ ਕਰਕੇ ਕਿਸੇ ਮਥਾਜ ਵਾਸਤੇ ਉਹ ਰੁਕੇ ਹੋ ਸਕਦੇ ਆ, ਨਿੱਜੀ ਮੁਫਾਦ ਵਾਸਤੇ ਉਹ ਇਦਾਂ ਕਰ ਸਕਦੇ, ਪਰ ਨਹੀਂ, ਇੱਕ ਦਿਨ ਉਹਨਾਂ ਨੂੰ ਬਾਹਰ ਆਉਣਾ ਹੀ ਪੈਣਾ। ਨਹੀਂ ਤਾਂ ਉਹਨਾਂ ਦੇ ਜਿਹੜਾ ਅੰਦਰ ਹੈ ਨਾ, ਅੰਦਰ ਧਰਮ ਬੈਠਾ ਵਾ, ਲਿਖ ਨਾਵੇਂ ਧਰਮ ਬਹਾਲਿਆ ਜਿਹੜਾ ਵਾ, ਉਹਨੇ ਜੀਣ ਨਹੀਂ ਦੇਣਾ ਅੰਦਰ। ਉਹ ਬਹੁਤ ਉਥਲ ਪੁਥਲ ਕਰਦਾ ਅੰਦਰਲੇ ਪਾਸੇ, ਖੜਾ ਪਾਣੀ ਦੁਰਗੰਧ ਮਾਰਦਾ ਜੀ। ਬਿਲਕੁਲ ਇਸ ਵੇਲੇ ਮਾਰ ਰਿਹਾ ਉਹ, ਹਾਂਜੀ ਤੁਸੀਂ ਦੇਖ ਸਕਦੇ ਹੋ। ਹਾਂਜੀ, ਤੇ ਇਹ ਨਾ ਜਿੱਦਾਂ ਸਾਡੇ ਵੀ ਇੱਥੇ ਯਾਰ ਦੋਸਤ ਮੁੰਡੇ ਹੈਗੇ ਜਿਹੜੇ ਮਤਲਬ ਥੋੜ੍ਹਾ ਜਿਹਾ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਿਉਂ ਇੱਕ ਦੂਜੇ ਦਾ ਆਪਾਂ ਵੀ ਖਿੱਚੋ ਤਾਣ ਕਿਉਂ ਕਰਦੇ ਤੁਸੀਂ। ਤੇ ਕਈ ਵਾਰੀ ਮੈਂ ਗੱਲ ਕਰਦਾ, ਮੈਂ ਕਿਹਾ ਵੀ ਜਿਸ ਤਰ੍ਹਾਂ ਸੰਪਰਦਾਈ ਲੋਕ ਆ ਨਾ, ਸਾਡਾ ਤੇ ਉਹਨਾਂ ਦਾ ਇੰਨਾ ਫਰਕ ਵਾ ਵੀ ਜਿੱਦਾਂ ਇੱਕ ਬਾਪ ਬੱਚੇ ਨੂੰ ਕਵੇ ਵੀ ਵਿੰਡੋ ਬੰਦ ਕਰ ਦੇ, ਹਾਂਜੀ ਤੂੰ ਵਿੰਡੋ ਬੰਦ ਕਰਕੇ ਆਇਆ, ਉਹ ਆਣ ਕੇ ਕਵੇ ਵੀ ਹਾਂ ਪਾਪਾ ਮੈਂ ਵਿੰਡੋ ਬੰਦ ਕਰਤੀ ਆ, ਉਹ ਕਹਿੰਦਾ ਵੀ ਕਿਹੜੀ ਵਿੰਡੋ, ਉਹ ਕਵੇ ਵੀ ਵਿੰਡੋ ਬਾਹਰਲੀ ਖੁੱਲੀ ਵੀ ਉਹ 'ਚ ਹਵਾ ਆਉਂਦੀ, ਕਹਿੰਦਾ ਨਹੀਂ ਪੁੱਤ ਮੈਂ ਉਹ ਵਿੰਡੋ ਦੀ ਗੱਲ ਨਹੀਂ ਕਰਦਾ, ਮੈਂ ਕੰਪਿਊਟਰ ਦੀ ਵਿੰਡੋ ਦੀ ਗੱਲ ਕਰ ਰਿਹਾ। ਹਾਂਜੀ ਇੰਨਾ ਫਰਕ ਆ ਸਾਡਾ। ਜਿੱਦਾਂ ਕੋਈ ਕਵੇ ਵੀ ਤੂੰ ਚੂਹਾ ਦੇਖਿਆ, ਉਹ ਕਹਿੰਦਾ ਹਾਂ ਪਾਪਾ ਮੈਂ ਰੋਡ 'ਚ ਜਾਂਦਾ ਚੂਹਾ ਦੇਖਿਆ, ਉਹ ਕਵੇ ਨਹੀਂ ਪੁੱਤ ਉਸ ਮਾਊਸ ਚੂਹੇ ਦੀ ਗੱਲ ਨਹੀਂ, ਇਹ ਮੈਂ ਉਸ ਮਾਊਸ ਦੀ ਕੰਪਿਊਟਰ ਵਾਲੇ ਮਾਊਸ ਦੀ ਗੱਲ ਕਰ ਰਿਹਾ। ਇੰਨਾ ਫਰਕ ਆ ਸਾਡਾ ਮਾਨਤਾਵਾਂ ਦਾ, ਵਕੈਬਲਰੀ ਦਾ ਤੇ ਜਿਹੜੇ ਅਰਥ ਕਰਦੇ ਆ। ਕਈ ਵਾਰੀ ਕਹਿੰਦੇ ਨਾ ਵੀ ਤੁਸੀਂ ਗੁਰਬਾਣੀ ਤਾਂ ਸਾਰੀ ਸਾਂਝੀ ਆ, ਗੁਰਬਾਣੀ ਤਾਂ ਸਾਰੀ ਸਗਲ ਜਹਾਨੇ ਆ, ਸਾਂਝੀ ਸਗਲ ਜਹਾਨੇ ਆ, ਪਰ ਨਹੀਂ, ਜਦੋਂ ਤੁਸੀਂ ਆਪਣੇ ਮਫਾਦ ਵਾਸਤੇ ਵਰਤਦੇ ਹੀ ਨਾ, ਜਦੋਂ ਆਪਾਂ ਕਹਿੰਦੇ ਆ ਵੀ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਵੈ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ, ਜਦੋਂ ਇਹਦੇ ਅਰਥ ਕਰਨੇ ਆ ਤੇ ਇਹਨਾਂ ਸਤਿਗੁਰੂ ਹਾਂ ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਦੋਂ ਉਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਤੁਸੀਂ ਸਤਿਕਾਰ ਨਾਲ ਲਾਉਂਦੇ 100 ਵਾਰੀ ਲਾਓ, ਪਰ ਜਦੋਂ ਉੱਥੇ ਅਰਥ ਤੁਸੀਂ ਕਿਸੇ ਦੇ ਸਾਹਮਣੇ ਕਰੋਗੇ ਤੇ ਤੁਸੀਂ ਕਿਸੇ ਦੇ ਨੂੰ ਵੀ ਨਹੀਂ ਟੋਕ ਸਕਦੇ ਫਿਰ ਵੀ ਤੂੰ ਕਿਉਂ ਇੱਥੇ ਸਤਿਗੁਰੂ ਉਹਦੇ ਵਾਸਤੇ ਲਾਉਣਾ। ਸੋਚਣ ਵਾਲੀ ਗੱਲ ਤਾਂ ਇਹੀ ਹੈ ਕਿ ਅੱਜ ਆਮ ਬੰਦੇ ਨੂੰ ਵੀ ਇਹ ਸਿੱਧੇ ਸ਼ਬਦ ਸਮਝ ਆ ਰਹੇ, ਬਸ ਸਾਰਿਆਂ ਨੂੰ ਪਤਾ ਲੱਗਦਾ ਵੀ ਇਹ ਜਿਹੜੀ ਗੁਰਬਾਣੀ ਦੇ ਜਿਹੜੇ ਸ਼ਬਦ ਨੇ ਇਹਨਾਂ ਦਾ ਅਸਲੀ ਕਹਿਣ ਦਾ ਕਾਰਨ ਕੀ ਆ, ਪਰ ਵਿਰੋਧਵਸ ਹੋ ਕੇ ਬਸ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਉਹ ਵੀ ਪਤਾ ਹੈ ਕਿ ਸਫਲ ਅਸੀਂ ਨਹੀਂ ਹੋਣਾ। ਬਿਲਕੁਲ, ਪਰ ਕੋਸ਼ਿਸ਼ ਕਰ ਰਹੇ ਆ ਕਿ ਸ਼ਾਇਦ ਅਸੀਂ ਸਫਲ ਹੋਈਏ, ਪਰ ਉਹਦੇ ਨਾਲੋਂ ਉਹ ਆਪਣੇ ਜਿਹੜੇ ਟੀਚੇ ਤੋਂ ਡਿੱਗਦੇ ਜਾ ਰਹੇ ਆ। ਹਾਂਜੀ, ਆਪਣਾ ਜਿਹੜਾ ਉਹਨਾਂ ਲੈ ਕੇ ਚੱਲੇ ਹੋਏ ਆ ਨਾ, ਉਹਨੂੰ ਕਿਤੇ ਉਹ ਭੁੱਲਦੇ ਜਾ ਰਹੇ। ਆਉਣ ਵਾਲੇ ਦਿਨਾਂ 'ਚ ਬਿਲਕੁਲ ਆਪਾਂ ਜਿਸ ਤਰ੍ਹਾਂ ਕੁਛ ਗੁਰਬਾਣੀ ਆਪ ਪੜ੍ਹੀ ਦੀ ਆ, ਕੁਛ ਵਿਦਵਾਨਾਂ ਤੋਂ ਸੁਣੀ ਦੀ ਆ, ਚੰਗੇ ਭਾਈ ਸਾਹਿਬਾਨਾਂ ਦੇ ਵਿਚਾਰ ਸੁਣੀਦੇ ਆ, ਤੇ ਕੁਛ ਗੱਲ ਕਿਹਾ ਕਰਾਂਗੇ, ਤੇ ਕੁਛ ਜਿਹੜੀ ਗੱਲ ਆਪ ਨੂੰ ਨਹੀਂ ਪਤਾ ਲੱਗਦਾ ਉਹ ਸਮਝਿਆ ਕਰਾਂਗੇ, ਹੈ ਨਾ। ਤੇ ਇਸ ਤਰ੍ਹਾਂ ਮਤਲਬ ਅਸੀਂ ਕਿਸ ਤਰ੍ਹਾਂ ਸਮਝਦੇ ਹਾਂ ਤੇ ਉਹ ਸਾਡਾ ਵਿਰੋਧ ਕਿਸ ਤਰ੍ਹਾਂ ਕਰਦੇ ਆ। ਜਿੱਦਾਂ ਹੁਣ ਸਤਿਗੁਰੂ ਮੇਰਾ ਮਾਰ ਜੀਵਾਲੇ, ਇਹਨਾਂ ਗੱਲਾਂ ਤੇ ਅਸੀਂ ਗੱਲ ਕਰਾਂਗੇ ਵੀ ਕਿੱਦਾਂ ਸਤਿਗੁਰੂ ਜੀ ਇਸ ਪੰਕਤੀ ਨੂੰ ਤੁਸੀਂ ਇੱਦਾਂ ਲੈਣਾ ਕਿ ਸਤਿਗੁਰੂ ਮੇਰਾ ਮਾਰ ਕੇ ਜਵਾਲ ਸਕਦਾ, ਤੇ ਸਾਡੀ ਹਾਲਤ ਕੀ ਹੋਊਗੀ, ਕਿਸ ਤਰ੍ਹਾਂ ਦਾ ਸਾਡਾ ਮਤਲਬ ਵੀ ਅੱਜ ਦੇਖਣ ਵਾਸਤੇ ਕਿੱਦਾਂ ਲੋਕ ਤੇ ਸਾਡੇ ਵੱਲ ਭੱਜੇ ਆਉਣਗੇ ਵੀ ਕਿਹੜੇ ਸਤਿਗੁਰੂ ਦੀ ਗੱਲ ਉੱਥੇ ਕੀਤੀ ਆ, ਕਿਹੜੇ ਨਾਮ ਦੀ ਗੱਲ ਕੀਤੀ ਆ, ਕਿਹੜੇ ਨਾਮ ਨੂੰ ਗੁਰੂ ਸਾਹਿਬ ਨੇ ਕਿਹਾ ਵਾ ਵੀ ਸਤਿਗੁਰੂ ਮਤਲਬ ਨਾਮ ਬਿਨਾ ਸਭ ਦੁਨੀਆ ਸ਼ਾਰ, ਕਿਹੜੇ ਨਾਮ ਬਿਨਾ ਬਾਝ ਗੁਰੂ ਡੂਬਾ ਸੰਸਾਰ, ਕਿਹੜੇ ਗੱਲ ਕੀਤੀ ਆ। ਗੁਰੂ ਨਾਨਕ ਸਾਹਿਬ ਨੇ ਕਿਹਨੂੰ ਗੁਰੂ ਕਿਹਾ ਵਾ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ, ਸ਼ਬਦ ਗੁਰੂ ਦੀ ਜਿੱਥੇ ਗੱਲ ਕੀਤੀ ਆ। ਇਹਨਾਂ ਦੇ ਆਪਾਂ ਜ਼ਰੂਰ ਵਿਚਾਰ ਕਰਿਆ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਤੋਂ ਲਾਸਟ ਤੇ ਮੈਂ ਇੱਕ ਹੋਰ ਆ, ਜਿਸ ਤਰ੍ਹਾਂ ਉਹ ਬਾਬਾ ਸਰੂਪ ਸਿੰਘ ਦਾ ਮੁੰਡਾ ਨਾ ਕਹਿੰਦਾ ਸੀ, ਮੈਂ ਇਹਦੇ 'ਚ ਇੱਕ ਇੰਟਰਵਿਊ ਸੁਣਿਆ ਉਹਨਾਂ ਦੇ, ਕਹਿੰਦਾ ਵੀ ਭਾਈ ਰਣਜੀਤ ਸਿੰਘ ਤਾਂ ਨਾ ਦਰਬਾਰ ਸਾਹਿਬ ਜਾ ਸਕਦੇ ਅੱਜ, ਅੱਛਾ ਜੀ, ਹਾਂ, ਤੇ ਨਾ ਕਹਿੰਦਾ ਉਹ ਜਾ ਸਕਦੇ ਆ ਹਜ਼ੂਰ ਸਾਹਿਬ। ਦਰਬਾਰ ਸਾਹਿਬ ਦੇਖੋ ਜਾ ਨਹੀਂ ਸਕਦੇ, ਦਰਬਾਰ ਸਾਹਿਬ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਨਹੀਂ ਵੰਡ ਦਿੱਤਾ, ਕਿਉਂਕਿ ਜਿਹੜਾ ਦੇਖੋ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਗੱਲ ਕਰੂਗਾ ਨਾ, ਉਹ ਭਾਈ ਰਣਜੀਤ ਸਿੰਘ ਜੀ ਆਮ ਬੰਦਾ ਉਹ ਤਾਂ ਵੀ ਨਹੀਂ ਜਾ ਸਕਦਾ। ਹਾਂਜੀ, ਇਹਨਾਂ ਨੂੰ ਕਿਤੇ ਨਾ ਕਿਤੇ ਭੁੱਲ ਜਾਂਦੇ ਨਾ। ਤੁਸੀਂ ਹੁਣ ਦੇਖੋ ਕਹਿੰਦੇ ਵੀ ਹਜ਼ੂਰ ਸਾਹਿਬ ਨਹੀਂ ਜਾ ਸਕਦਾ, ਤੁਸੀਂ ਕਹਿੰਦੇ ਵੀ ਆਂਡੇ ਵਾਲੇ ਖਾਧੇ ਬੰਦੇ ਦੇ ਨਾਲ ਹੱਥ ਵੀ ਨਹੀਂ ਲਾਉਣਾ, ਪਰ ਉਹ ਸਾਹਮਣੇ ਤੁਹਾਡੇ ਬੱਕਰਾ ਝਟਕਾ ਦੇ, ਕਿਉਂਕਿ ਤੁਸੀਂ ਬੋਲਣਾ ਕੁਛ ਨਹੀਂ। ਬਿਲਕੁਲ, ਇਹਨੂੰ ਸਾਂਝੀ ਭਾਬੀ, ਇਹਨੂੰ ਹੀ ਮੁਰਦਾ ਕਿਹਾ ਵਾ, ਇਹਨੂੰ ਹੀ ਮਰ ਜਾਣਾ ਕਿਹਾ, ਇਹਨੂੰ ਹੀ ਜਿਉਂਦੇ ਜੀ ਮਰ ਜਾਣਾ ਕਿਹਾ। ਆਤਮਿਕ ਤੌਰ ਤੇ ਜਿਹੜੀ ਮੌਤ ਆ ਨਾ, ਇਹ ਆਤਮਿਕ ਤੌਰ ਤੇ ਮੌਤ। ਇਹਨਾਂ ਗੱਲਾਂ ਬਾਰੇ ਆਪਾਂ ਜ਼ਰੂਰ ਆਉਣ ਵਾਲੇ ਸਮੇਂ ਦੇ ਵਿਸ਼ਿਆਂ ਤੇ ਗੱਲ ਕਰਾਂਗੇ। ਹਾਂਜੀ, ਲਾਸਟ ਤੇ ਫਿਰ ਆਪਣਾ ਟਾਈਮ ਵੀ ਘੰਟਾ ਹੋ ਚੱਲਿਆ, ਤੇ ਤੁਸੀਂ ਲਾਸਟ ਤੇ। ਹਾਂਜੀ, ਲਾਸਟ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਹੈ, ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਜਿਹੜੀ ਇਹ ਗੱਲ ਸ਼ੁਰੂ ਕੀਤੀ ਹੈ ਜੀ,
ਜਿਹੜੀ ਇਹ ਗੱਲ ਜਿਹੜਾ ਹਮਲਾ 2016 ਦੇ ਵਿੱਚ ਜਿਹੜਾ ਭਾਈ ਸਾਹਿਬ ਤੇ ਹੋਇਆ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਵੀ ਇਹ ਹਮਲੇ ਹੁੰਦੇ ਆਏ ਆ ਜੀ, ਬਹੁਤ ਲੋਕਾਂ ਨੂੰ ਇਦਾਂ ਲੱਗਦਾ ਹੋਊਗਾ ਕਿ ਸ਼ਾਇਦ ਇਹਨਾਂ ਤਰੀਕਿਆਂ ਦੇ ਨਾਲ ਅਸੀਂ ਦਬਾ ਲਾਂਗੇ, ਜੀ, ਅਸੀਂ ਸ਼ਾਇਦ ਇਹਨਾਂ ਨੂੰ ਦਬਾ ਕੇ ਚੁੱਪ ਕਰਾ ਲਾਂਗੇ। ਜੀ, ਇੰਗਲੈਂਡ ਦੇ ਵਿੱਚ ਵੀ ਇਹਨਾਂ ਦੀਆਂ ਕੋਸ਼ਿਸ਼ਾਂ ਹੁਣ ਤੱਕ ਇਸੇ ਤਰੀਕੇ ਨਾਲ ਜਾਰੀ ਰਹੀਆਂ ਨੇ। ਇੱਕੋ ਸੁਨੇਹਾ ਆ ਮੇਰਾ ਆਖਰ ਦੇ ਵਿੱਚ ਕਿ ਭਾਈ ਚੁੱਪ ਨਹੀਂ ਕਰਾ ਸਕਦੇ ਤੁਸੀਂ। ਸਾਡੇ ਜਿਹੜੇ ਦਿਮਾਗ ਦੇ ਚੱਲ ਰਹੇ ਜਿਹੜੇ ਵਲਵਲੇ ਆ ਨਾ, ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਸ਼ਾਂਤ ਨਹੀਂ ਕਰ ਸਕਦੇ। ਬਾਕੀ ਜਿਹੜੇ ਤੁਹਾਡੇ ਕਰਮ ਹੈ ਉਹ ਇਹਨਾਂ ਨੇ ਕਰਦੇ ਰਹਿਣਾ, ਜੀ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਜੀ, ਪਰ ਜਿਹੜਾ ਸਾਡੀ ਲਗਾਤਾਰਤਾ ਹੈ ਅਸੀਂ ਉਸ ਨੂੰ ਆਪਣੇ ਨੂੰ ਜਾਰੀ ਰੱਖਾਂਗੇ ਇਸੇ ਤਰੀਕੇ ਨਾਲ। ਹੁਣ ਇਹ ਜਿਹੜਾ ਪ੍ਰੋਗਰਾਮ ਹੈ ਸਿੱਖ ਮੱਤ, ਉਹਨੂੰ ਅਸੀਂ ਹੁਣ ਹਮੇਸ਼ਾ ਦੇ ਲਈ ਜਿਸ ਤਰੀਕੇ ਨਾਲ ਵੀ ਸਾਤੋਂ ਵੀਕ ਦਾ ਇੱਕ ਪ੍ਰੋਗਰਾਮ ਅਸੀਂ ਕਮ ਸੇ ਕਮ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਜੀ, ਕੋਸ਼ਿਸ਼ ਕਰਾਂਗੇ ਕਿ ਜੋ ਕਰੰਟ ਮੁੱਦੇ ਚੱਲ ਰਹੇ ਆ ਉਹਨਾਂ ਦੇ ਉੱਤੇ ਤੇ ਭਾਈ ਸਾਹਿਬ ਨਾਲ ਦੀ ਨਾਲ ਗੁਰਬਾਣੀ ਦੀ ਜਿਸ ਤਰੀਕੇ ਨਾਲ ਸਾਂਝ ਪਾਉਂਦੇ ਆ ਉਹ ਸਾਂਝ ਪਾਉਂਦੇ ਰਹਿਣਗੇ। ਜਿਹੜਾ ਨਵਾਂ ਪੇਜ ਬਣਾਇਆ ਸਿੱਖ ਮੱਤ ਫੇਸਬੁੱਕ ਪੇਜ ਤੇ ਸਿੱਖ ਮੱਤ YouTube ਚੈਨਲ ਨਵਾਂ ਜਿਹੜਾ ਬਣਨ ਜਾ ਰਿਹਾ, ਉਹਨੂੰ ਤੁਸੀਂ ਸਾਰੇ ਵੀਰ ਭੈਣਾਂ ਸਾਰੇ ਸਬਸਕ੍ਰਾਈਬ ਕਰ ਲਿਓ। ਸਾਰੇ ਜਾਣੇ ਉਹਦੇ ਵਿੱਚ ਆਪਣੇ ਜਿਹੜੇ ਸੁਝਾਅ ਆ ਉਹ ਦੇਣੇ ਸ਼ੁਰੂ ਕਰੋ, ਕਿਉਂਕਿ ਜਿੰਨੇ ਸਾਡੇ ਵੱਲ ਦੇ ਬੰਦੇ ਆ ਅਸੀਂ ਵੱਧ ਤੋਂ ਵੱਧ ਚਾਹੁੰਦੇ ਆ ਕਿ ਜਿਹੜੇ ਵੀਰ ਇੰਗਲੈਂਡ ਦੇ ਵਿੱਚ ਰਹਿੰਦੇ ਆ ਖਾਸ ਕਰਕੇ ਉਹ ਸਾਡੇ ਨਾਲ ਜਿੱਦਾਂ ਆਪਾਂ ਪਹਿਲਾਂ ਕਰਦੇ ਹੁੰਦੇ ਹਾਂਜੀ, ਹਾਂਜੀ, ਇਸ ਤਰ੍ਹਾਂ ਅੱਜ ਤਾਂ ਸਾਡੇ ਦੁਬਾਰਾ 2 ਮਹੀਨਿਆਂ ਬਾਅਦ ਅੱਜ ਅਸੀਂ ਸ਼ੁਰੂਆਤ ਦੁਬਾਰਾ ਕਰਨ ਲੱਗੇ ਹਾਂ, ਕਿਉਂਕਿ 2 ਮਹੀਨਿਆਂ ਬਾਅਦ ਹੀ ਅਸੀਂ ਆਪੋ ਆਪਣੇ ਘਰਾਂ ਦੇ ਵਿੱਚੋਂ ਨਿਕਲ ਰਹੇ ਹਾਂ ਅੱਜ, ਕਿਉਂਕਿ ਹੁਣ ਸਾਨੂੰ ਥੋੜ੍ਹੀ ਜਿਹੀ ਲੋਕਡਾਊਨ ਦੇ ਵਿੱਚੋਂ ਜਿਹੜੀ ਖੁੱਲ੍ਹ ਮਿਲੀ ਹੈ। ਤੇ ਸਾਰੇ ਵੀਰ ਅੱਗੇ ਵਾਂਗੂ ਹੀ ਇਕੱਠੇ ਹੋ ਕੇ ਜਿੱਦਾਂ ਆਨਲਾਈਨ ਵੀ ਕੋਸ਼ਿਸ਼ ਕਰਿਆ ਕਰਾਂਗੇ ਕਿ ਜਿਹੜੇ ਵੀਰ ਨਹੀਂ ਪਹੁੰਚ ਸਕਦੇ ਉਹ ਘਰਾਂ ਦੇ ਵਿੱਚੋਂ ਬੈਠ ਕੇ ਆਪਣੇ ਸੁਝਾਅ ਦੇ ਸਕਣ। ਉਸ ਤਰੀਕੇ ਨਾਲ ਅਸੀਂ ਸਾਰਾ ਇਹ ਸਿਸਟਮ ਜਿਹੜਾ ਹੈ ਉਹਨੂੰ ਸੈਟਅਪ ਕਰਨ ਦੀ ਹੁਣ ਅਸੀਂ ਇਹ ਕੋਸ਼ਿਸ਼ ਕਰਾਂਗੇ ਤੇ ਲਗਾਤਾਰਤਾ ਦੇ ਨਾਲ ਅੱਗੇ ਅਸੀਂ ਵਧਣ ਦੀ ਜਿਹੜੀ ਹੈ ਉਹ ਕੋਸ਼ਿਸ਼ ਦਿਨੋਂ ਦਿਨ ਜਾਰੀ ਰੱਖਾਂਗੇ। ਸੋ ਅੱਜ ਅਸੀਂ ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕਾਂ ਜੀ, ਸੋ ਸਾਡੇ ਨਾਲ ਹੁਣ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।